जय मारकाही जय मारकाही। ਤੁਸੀਂ ਦੇਖਦੇ ਹੋ ਕੋਈ ਗਲਤ ਕਰ ਰਿਹਾ, ਕੋਈ ਜੂਆ ਖੇਡ ਰਿਹਾ ਹੈ, ਕੋਈ ਸ਼ਰਾਬ ਪੀ ਰਿਹਾ ਹੈ, ਕੋਈ ਨਸ਼ਾ ਕਰ ਰਿਹਾ, ਤੁਸੀਂ ਉਹਨੂੰ ਸਮਝਾਉਂਦੇ ਹੋ ਭਾਈ ਇਹ ਚੀਜ਼ ਮਾੜੀ ਹੈ, ਤਾਂ ਅਗਲਾ ਹੀ ਕਹਿੰਦਾ ਹੈ ਚੱਲ ਚੱਲ ਆਪਣਾ ਰਸਤਾ ਲੈ, ਮੈਨੂੰ ਪਤਾ ਮੇਰੇ ਵਾਸਤੇ ਚੰਗਾ ਕੀ ਮਾੜਾ ਕੀ। ਉੱਥੇ ਫਿਰ ਇਨਸਾਨ ਕੀ ਕਰ ਸਕਦਾ ਹੈ? ਪਰ ਜਿਹਨਾਂ ਸਮਝਣਾ ਹੋਵੇ, ਜਿਹਨੂੰ ਪਤਾ ਹੈ ਕਿ ਕਿਹੜੀ ਚੀਜ਼ ਮੇਰੇ ਵਾਸਤੇ ਅੱਛੀ ਹੈ ਔਰ ਕਿਹੜੀ ਚੀਜ਼ ਮੇਰੇ ਵਾਸਤੇ ਮਾੜੀ ਹੈ, ਉਹ ਚੀਜ਼ ਨੂੰ ਸਮਝਦਾ ਵੀ ਹੈ ਔਰ ਉਹਨੂੰ ਆਪਣੇ ਜੀਵਨ 'ਚ ਅਪਣਾਉਂਦਾ ਵੀ ਹੈ ਔਰ ਆਪਣੀ ਜ਼ਿੰਦਗੀ ਨੂੰ ਵੀ ਬਦਲ ਵੀ ਉਹ ਲੈਂਦਾ ਹੈ। ਇਸ ਲਈ ਇਸ ਸ਼ਬਦ ਅੰਦਰ ਇਹੀ ਦੱਸਿਆ ਹੈ ਕਿ ਸਿੱਖਿਆ ਉਹਨੂੰ ਦਿੱਤੀ ਜਾਂਦੀ ਹੈ ਤਾਂ ਫਕੀਰ ਉਹਨੂੰ ਕਹਿ ਰਿਹਾ ਕਿ ਉਹ ਤਾਂ ਸ਼ਿਕਾਰੀ ਹੈ, ਕਠੋਰ ਹਿਰਦੇ ਦਾ ਮਾਲਿਕ। ਜੇ ਅਸੀਂ ਉਹਨੂੰ ਸਮਝਾਉਂਦੇ ਵੀ ਜਾਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕਰਦੇ ਤਾਂ ਸਾਨੂੰ ਪਤਾ ਕਿ ਪੱਥਰ ਤੇ ਜਿੰਨਾ ਮਰਜ਼ੀ ਪਾਣੀ ਪਾਈ ਜਾਓ ਉੱਤੇ ਕੋਈ ਅਸਰ ਨਹੀਂ ਹੁੰਦਾ। ਪਰ ਬੇਟਾ ਤੂੰ ਜਦੋਂ ਮੈਨੂੰ ਪ੍ਰਣਾਮ ਕੀਤਾ ਤੇ ਇਹਦਾ ਮਤਲਬ ਤੇਰੇ ਅੰਦਰ ਨਿਮਰਤਾ ਹੈ, ਤੇਰੇ ਅੰਦਰ ਪ੍ਰੇਮ ਹੈ, ਤੇਰੇ ਅੰਦਰ ਸਮਝ ਹੈ ਕਿ ਸੰਤਾਂ ਮਹਾਪੁਰਸ਼ਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਔਰ ਜਿਹਦੇ ਅੰਦਰ ਇਹ ਸਮਝ ਹੋਵੇ ਫਿਰ ਉਹਨੂੰ ਸਮਝਾਈਏ ਤਾਂ ਉਹਨੂੰ ਸਮਝ ਵੀ ਆ ਜਾਂਦੀ ਹੈ, ਤਾਂ ਫਿਰ ਉਹ ਸੰਤਾਂ ਗੁਰੂਆਂ ਰਹਿਬਰਾਂ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਵੀ ਹੈ, ਕਿਉਂਕਿ ਗੱਲ ਤਾਂ ਸਮਝਦੀ ਹੈ ਨਾ। ਹੁਣ ਕਈ ਇਸ ਤਰ੍ਹਾਂ ਦੇ ਹੁੰਦੇ ਹੈ, ਜਿਸ ਤਰ੍ਹਾਂ ਇੱਥੇ ਅਸੀਂ ਦੱਸਾਂਗੇ ਕਿ ਸਹਿਜੋ ਬਾਈ ਉਹਨਾਂ ਨੇ ਆਪਣੀ ਬਾਣੀ 'ਚ ਆਪਣੇ ਸ਼ਬਦਾਂ 'ਚ 4 ਪ੍ਰਕਾਰ ਦੀ ਬੁੱਧੀ ਦੀ ਗੱਲ ਕੀਤੀ ਹੈ। ਜੋ ਇਨਸਾਨ ਦੇ ਅੰਦਰ ਬੁੱਧੀ ਹੈ ਨਾ, ਅਕਲ, ਉਹਨਾਂ ਨੇ ਕਿਹਾ 4 ਪ੍ਰਕਾਰ ਦੀ ਬੁੱਧੀ ਹੁੰਦੀ ਹੈ। ਇਸ ਦੁਨੀਆ ਦੇ ਅੰਦਰ ਜਿੰਨੇ ਵੀ ਇਨਸਾਨ ਹੈ ਉਹਨਾਂ ਦੇ ਅੰਦਰ 4 ਪ੍ਰਕਾਰ ਦੀ ਬੁੱਧੀ ਹੁੰਦੀ ਹੈ, ਯਾਨੀ 4 ਪ੍ਰਕਾਰ ਦੀ ਕੈਟਾਗਰੀ ਵਿੱਚ ਉਹਨਾਂ ਨੇ ਇਨਸਾਨਾਂ ਨੂੰ ਵੰਡਿਆ। ਜਿੱਦਾਂ ਸਮਝ ਲਓ ਇੱਕ ਪਹਿਲੀ ਪ੍ਰਕਾਰ ਦੀ ਬੁੱਧੀ ਦੇ ਮਾਲਿਕ, ਦੂਜੇ ਦੂਜੀ ਪ੍ਰਕਾਰ ਦੀ, ਤੀਜੇ ਤੀਜੀ ਪ੍ਰਕਾਰ ਦੀ। ਉਹ ਕਹਿੰਦੇ ਇਸ ਤਰ੍ਹਾਂ 4 ਪ੍ਰਕਾਰ ਦੀ ਬੁੱਧੀ ਦੇ ਇਨਸਾਨ ਦੁਨੀਆ ਤੇ ਹੁੰਦੇ ਹੈ। ਹੁਣ ਉਹ 4 ਪ੍ਰਕਾਰ ਦੀ ਬੁੱਧੀ ਕਿਹੜੀ ਹੈ, ਜਰਾ ਉਹਨਾਂ ਦੀ ਬਾਣੀ ਨੂੰ ਸਮਝ ਲਈਏ ਕਿ ਸਹਿਜੋ ਬਾਈ ਆਪਣੀ ਬਾਣੀ 'ਚ ਬੜਾ ਪਿਆਰਾ ਦੱਸਦੀ ਹੈ ਕਿ ਹਰੀ ਸਭ में पर सब ते न्यारे, हरी सब में पर सब ते न्यारे, 4 बुद्धि के मानुख सुआरे। ਕਿ ਪ੍ਰਮਾਤਮਾ ਸਭ ਦੇ ਵਿੱਚ ਵਸਦਾ ਹੈ, ਪਰ ਸਭ ਦੇ ਵਿੱਚ ਵਸਦਾ ਹੋਇਆ ਵੀ ਸਭ ਤੋਂ ਨਿਆਰਾ ਰਹਿੰਦਾ ਹੈ। ਨਿਆਰੇ ਦਾ ਮਤਲਬ ਸਮਝਦੇ ਹੋ ਨਾ, ਜਿੱਦਾਂ ਹੀ ਕਮਲ ਦੀ ਮਿਸਾਲ ਦਿੱਤੀ ਕਿ ਕਮਲ ਚਿੱਕੜ 'ਚ ਰਹਿੰਦੇ ਹੋਇਆ ਵੀ ਚਿੱਕੜ ਦੀਆਂ ਬੂੰਦਾਂ ਜਾਂ ਚਿੱਕੜ ਦੇ ਪਾਣੀ ਤੋਂ ਉਹ ਉੱਪਰ ਰਹਿੰਦਾ ਹੈ, ਯਾਨੀ ਰਹਿੰਦਾ ਜੜ ਉਹਦੀ ਬਿਸ਼ੱਕ ਉਸ ਝੀਲ ਦੇ ਵਿੱਚ ਹੈ, ਛੱਪੜ ਦੇ ਵਿੱਚ ਹੈ, ਪਰ ਫਿਰ ਵੀ ਉਹ 'ਚ ਰਹਿੰਦਾ ਹੋਇਆ ਵੀ ਨਿਰਮਲ ਹੈ ਕਿ ਉੱਤੇ ਉਹਦੀ ਗੰਦਗੀ ਦਾ ਕੋਈ ਅਸਰ ਨਹੀਂ ਹੈ। ਜਾਂ ਇਹਨੂੰ ਇਦਾਂ ਵੀ ਸਮਝ ਲਓ ਕਿ ਜਿੱਦਾਂ ਅਸੀਂ ਇੱਕ ਚਿਰਾਗ ਦੇਖਦੇ ਹਾਂ ਕਿ ਚਿਰਾਗ ਤਾਂ ਮਿੱਟੀ ਦਾ ਬਣਿਆ ਹੈ, ਪਰ ਜਦੋਂ ਅਸੀਂ ਚਿਰਾਗ ਨੂੰ ਜਗਾਉਂਦੇ ਹਾਂ ਤਾਂ ਚਿਰਾਗ ਗੰਦਾ ਵੀ ਹੋ ਸਕਦਾ ਹੈ, ਸਾਫ਼ ਵੀ ਹੋ ਸਕਦਾ ਹੈ, ਕਾਲਾ ਵੀ ਹੋ ਸਕਦਾ, ਪੀਲਾ ਵੀ ਹੋ ਸਕਦਾ ਹੈ। ਪਰ ਜਿਹੜੀ ਉਹਦੀ ਜੋਤ ਹੈ ਨਾ, ਉਹਨੂੰ ਅਸੀਂ ਨਾ ਗੰਦਾ ਕਰ ਸਕਦੇ ਹਾਂ, ਨਾ ਕਾਲੀ ਕਰ ਸਕਦੇ, ਨਾ ਪੀਲੀ ਕਰ ਸਕਦੇ। ਉਹ ਤਾਂ ਜੋ ਹੈ ਉਹਨਾਂ ਉਹੀ ਰਹਿਣਾ ਹੈ ਚਿਰਾਗ ਦੇ ਅੰਦਰੋਂ ਹੀ ਜੋਤ ਉੱਠ ਰਹੀ, ਪਰ ਹੈ ਉਹਦੇ ਤੋਂ ਨਿਰਲੇਪ, ਯਾਨੀ ਮਿੱਟੀ ਦੇ ਦੀਵੇ 'ਚ ਹੁੰਦੀ ਹੋਈ ਵੀ ਉਹ ਮਿੱਟੀ ਨਹੀਂ ਹੈ, ਉਹ ਮਿੱਟੀ ਤੋਂ ਅਲੱਗ ਹੈ। ਇਸੇ ਤਰ੍ਹਾਂ ਪ੍ਰਮਾਤਮਾ ਇਨਸਾਨ ਦੇ ਅੰਦਰ ਹੁੰਦਾ ਹੋਇਆ ਵੀ ਇਨਸਾਨ ਤੋਂ ਉੱਪਰ ਹੈ ਕਿ ਇਨਸਾਨ ਨੂੰ ਵਿਕਾਰ ਲੱਗ ਜਾਂਦੇ ਹੈ, ਇਨਸਾਨ ਵਿਸ਼ਿਆਂ 'ਚ ਪੈ ਕੇ ਬੁਰਾ ਬਣ ਸਕਦਾ ਹੈ, ਪਰ ਉਹਦੇ ਅੰਦਰਲਾ ਪ੍ਰਮਾਤਮਾ ਹਮੇਸ਼ਾ ਹਰ ਬੁਰਾਈ ਤੋਂ ਨਿਰਲੇਪ ਰਹਿੰਦਾ ਹੈ। ਜਿੱਦਾਂ ਹੁਣ ਫਰਜ਼ ਕਰੋ ਇੱਕ ਬੰਦਾ ਕਹੇ ਸ਼ਰਾਬੀ ਜਾਂ ਇਹ ਝੂਠਾ, ਇਹ ਜੁਆਰੀ, ਠੀਕ ਹੈ ਉਹ ਸ਼ਰਾਬੀ ਹੈ, ਜੁਆਰੀ ਹੈ, ਉਹਨੂੰ ਬੁਰਾਈਆਂ ਰੂਪੀ ਐਬ ਲੱਗੇ ਹੋਏ ਹੈ, ਪਰ ਫਿਰ ਵੀ ਉਹਦੇ ਅੰਦਰ ਬੈਠਾ ਪ੍ਰਮਾਤਮਾ ਹਰ ਚੀਜ਼ ਤੋਂ ਨਿਰਲੇਪ ਹੈ। ਇਹਦਾ ਮਤਲਬ ਇਹ ਨਹੀਂ ਕਿ ਉਹਨੇ ਸ਼ਰਾਬ ਪੀ ਲਈ ਤਾਂ ਪ੍ਰਮਾਤਮਾ ਸ਼ਰਾਬੀ ਹੋ ਗਿਆ, ਉਹਨਾਂ ਜੂਆ ਖੇਡ ਲਿਆ ਤਾਂ ਪ੍ਰਮਾਤਮਾ ਜੁਆਰੀ ਹੋ ਗਿਆ, ਨਹੀਂ, ਉਹ ਹੈ ਉਹਦੇ ਅੰਦਰ ਹੀ, ਪਰ ਫਿਰ ਵੀ ਨਿਰਲੇਪ ਹੈ। ਇਸੇ ਲਈ ਵਿਕਾਰ ਦੂਰ ਹੋ ਸਕਦੇ ਹੈ, ਸਾਡੀਆਂ ਕਮੀਆਂ ਦੂਰ ਹੋ ਸਕਦੀਆਂ ਹੈ, ਪਰ ਪ੍ਰਮਾਤਮਾ ਨੂੰ ਸਾਡੇ ਤੋਂ ਕੋਈ ਦੂਰ ਕਰ ਹੀ ਨਹੀਂ ਸਕਦਾ, ਕਿਉਂਕਿ ਉਹੀ ਤਾਂ ਸਾਡਾ ਅਸਲੀ ਰੂਪ ਹੈ। ਸਮਝ ਰਹੇ ਹੋ ਕਿ ਨਹੀਂ? ਉਹੀ ਤਾਂ ਸਾਡਾ ਅਸਲੀ ਰੂਪ ਹੈ। ਤਾਂ ਹੀ ਤਾਂ ਕਿਹਾ ਜਾਂਦਾ ਕਿ ਇਨਸਾਨ ਪ੍ਰਮਾਤਮਾ ਦਾ ਹੀ ਰੂਪ ਹੈ, ਉਹਦਾ ਅੰਸ਼ ਹੈ। ਅੰਸ਼ ਦਾ ਮਤਲਬ ਤੁਸੀਂ ਸਮਝਦੇ ਹੋ ਕਿ ਉਸ ਤੋਂ ਹੀ ਪੈਦਾ ਹੋਇਆ ਹੈ, ਜਿਹਦੇ ਬਾਰੇ ਆਂਦਾ ਅੱਬਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੋ ਭਲੇ ਕੋ ਮੰਦੇ। ਕਿ ਕੋਈ ਨੂਰ ਤੋਂ ਅਸੀਂ ਸਾਰੇ ਪੈਦਾ ਹੋਏ ਹਾਂ। ਸਾਡੀਆਂ ਸ਼ਕਲਾਂ ਅਲੱਗ ਹੋ ਸਕਦੀਆਂ, ਪਹਿਰਾਵੇ ਅਲੱਗ ਹੋ ਸਕਦੇ ਹੈ, ਨਾਮ ਅਲੱਗ ਹੋ ਸਕਦੇ ਹੈ, ਪਰ ਜਿਹੜਾ ਸਾਡੇ ਅੰਦਰ ਨੂਰ ਹੈ ਨਾ, ਜਿਸ ਤੋਂ ਅਸੀਂ ਸਾਰਿਆਂ ਨੇ ਜਨਮ ਲਿਆ ਹੈ, ਉਹ ਤਾਂ ਇੱਕੋ ਹੀ ਹੈ। ਇਸ ਲਈ ਪਰਮਾਤਮਾ ਸਾਡੇ ਅੰਦਰ ਹੁੰਦਾ ਹੋਇਆ ਵੀ ਹਰ ਚੀਜ਼ ਤੋਂ ਨਿਆਰਾ ਹੈ। ਹੁਣ ਦੀਪਕ ਨੂੰ ਅਸੀਂ ਤੋੜ ਸਕਦੇ ਹਾਂ, ਪਰ ਜੋਤੀ, ਉਹ ਜੋਤੀ ਨੂੰ ਤੋੜਿਆ ਨਹੀਂ ਜਾ ਸਕਦਾ। ਜਰਾ ਸਮਝਣਾ ਸਾਰਿਆਂ ਨੇ। ਇਸੇ ਤਰ੍ਹਾਂ ਇਨਸਾਨ ਦੇ ਅੰਗ ਵੀ ਕੱਟੇ ਜਾਣ ਤਾਂ ਇਨਸਾਨ ਅੰਗਹੀਣ ਤਾਂ ਹੋ ਸਕਦਾ, ਪਰ ਹਰੀਹੀਣ, ਪ੍ਰਭੂਹੀਣ ਨਹੀਂ ਹੋ ਸਕਦਾ, ਕਿਉਂਕਿ ਪ੍ਰਮਾਤਮਾ ਨੂੰ ਸਾਡੇ ਤੋਂ ਦੂਰ
ਕੀਤਾ ਹੀ ਨਹੀਂ ਜਾ ਸਕਦਾ। ਇਹ ਗੱਲ ਹਮੇਸ਼ਾ ਯਾਦ ਰੱਖਣਾ। ਔਰ ਇਹੀ ਚੀਜ਼ ਇੱਥੇ ਸਹਿਜੋ ਨੇ ਦੱਸੀ ਹੈ ਕਿ ਹਰੀ ਸਭ ਮੇਂ ਪਰ ਸਭ ਤੇ ਨਿਆਰੇ, ਕਿ ਸਭ ਦੇ ਅੰਦਰੋਂ ਪ੍ਰਮਾਤਮਾ ਵਸਦਾ ਹੈ, ਪਰ ਸਭ ਦੇ ਅੰਦਰ ਵਸਣ ਦੇ ਬਾਵਜੂਦ ਵੀ ਸਭ ਤੋਂ ਨਿਆਰਾ ਹੈ। ਹੁਣ ਅੱਗੇ ਕੀ ਕਿਹਾ? ਹਰੀ ਸਭ ਮੇਂ ਪਰ ਸਭ ਤੇ ਨਿਆਰੇ, ਚਾਰ ਬੁੱਧੀ ਕੇ ਮਾਨੁਖ ਸਵਾਰੇ, ਕਿ ਉਸਨੇ ਚਾਰ ਬੁੱਧੀ ਦੇ ਮਨੁੱਖ ਬਣਾਏ। ਉਹਦੇ ਚ ਔਰਤ ਹੈ, ਮਰਦ ਹੈ, ਬੱਚੇ ਬੁੜੇ ਸਾਰੇ ਹੀ ਆ ਜਾਂਦੇ। ਇਹ ਨਹੀਂ ਕਿ ਮਨੁੱਖ ਕਿਹਾ ਹੈ ਤਾਂ ਇਹ ਬੰਦਿਆਂ ਦੀ ਗੱਲ ਕੀਤੀ ਜਾਂ ਔਰਤਾਂ ਦੀ ਗੱਲ ਨਹੀਂ ਕੀਤੀ। ਉੱਥੇ ਉਹਨਾਂ ਨੇ ਦੱਸਿਆ ਜਿੰਨੇ ਵੀ ਪ੍ਰਮਾਤਮਾ ਨੇ ਇਹ ਸੰਸਾਰ ਤੇ ਜੀਵ ਬਣਾਏ ਹੈ, ਯਾਨੀ ਇਨਸਾਨਾਂ ਦੀ ਗੱਲ ਹੋ ਰਹੀ ਹੈ ਕਿ ਉਹਨਾਂ ਨੂੰ ਪ੍ਰਮਾਤਮਾ ਨੇ ਸਭ ਨੂੰ ਬਣਾਇਆ, ਪਰ ਇਨਸਾਨ ਦੀ ਆਪਣੀ ਆਪਣੀ ਬੁੱਧੀ ਹੁੰਦੀ ਹੈ। ਹੁਣ ਜ਼ਰਾ ਤੁਸੀਂ ਵੀ ਦੇਖ ਲੈਣਾ ਕਿ ਇਹ ਚਾਰ ਪ੍ਰਕਾਰ ਦੀ ਬੁੱਧੀ ਚੋਂ ਤੁਹਾਡੀ ਬੁੱਧੀ ਕਿਹੜੀ ਕੈਟਾਗਰੀ ਚ ਆਉਂਦੀ ਹੈ। ਸਮਝਦੇ ਹੋ ਕਿ ਨਹੀਂ? ਇਹ ਤੁਸੀਂ ਵਿਚਾਰ ਕਰਨਾ ਹੈ, ਕਿਉਂਕਿ ਹਰੇਕ ਨੂੰ ਆਪਣੀ ਬੁੱਧੀ ਦਾ, ਆਪਣੀ ਸਮਝ ਦਾ ਪਤਾ ਹੁੰਦਾ ਹੈ ਕਿ ਮੇਰੀ ਸਮਝ ਕਿੱਥੇ ਰੁਕੀ ਹੋਈ ਹੈ ਜਾਂ ਮੇਰੀ ਸਮਝ ਕਿੱਥੇ ਕੰਮ ਕਰਦੀ ਹੈ। ਹੁਣ ਕਈਆਂ ਦੀ ਸਮਝ ਇਸ ਤਰ੍ਹਾਂ ਹੁੰਦੀ ਹੈ ਕਿ ਬਲੌਕ ਹੋ ਜਾਂਦੀ ਹੈ। ਬਲੌਕ ਹੋਣ ਦਾ ਮਤਲਬ ਸਮਝਦੇ ਹੋ? ਰੁਕ ਜਾਂਦੀ ਹੈ, ਉਹ ਅੱਗੇ ਵੱਧਦੀ ਨਹੀਂ ਹੈ। ਜਿੱਦਾਂ ਅਸੀਂ ਇੱਕ ਮਿਸਾਲ ਦਿੱਤੀ ਸੀ ਇੱਕ ਸਤਸੰਗ ਦੇ ਵਿੱਚ ਕਿ ਇੱਕ ਕਿਸਾਨ ਸੀ, ਉਹ ਕਿਸਾਨ ਨੇ ਤਰਬੂਜਾਂ ਦੀ ਬੇਲ ਬੋਈ, ਯਾਨੀ ਤਰਬੂਜਾਂ ਦੀ ਜਦੋਂ ਖੇਤੀ ਕੀਤੀ। ਹੁਣ ਜਦੋਂ ਤਰਬੂਜਾਂ ਦੀ ਖੇਤੀ ਕੀਤੀ ਤਾਂ ਉਸ ਕਿਸਾਨ ਨੇ ਕੀ ਕੀਤਾ ਕਿ ਇੱਕ ਤਰਬੂਜ ਜਦੋਂ ਛੋਟਾ ਜਿਹਾ ਸੀ, ਉਹਨੇ ਉਹ ਤਰਬੂਜ ਨੂੰ ਇੱਕ ਬੋਤਲ 'ਚ ਪਾ ਦਿੱਤਾ, ਯਾਨੀ ਛੋਟੇ ਜਿਹੇ ਤਰਬੂਜ ਨੂੰ ਬੋਤਲ 'ਚ ਪਾ ਦਿੱਤਾ ਔਰ ਬੋਤਲ 'ਚ ਪਾ ਕੇ ਉਹਨੂੰ ਉੱਥੇ ਬੋਤਲ ਨੂੰ ਰੱਖ ਦਿੱਤਾ। ਕੱਚ ਦੀ ਬੋਤਲ ਸੀ। ਹੁਣ ਹੌਲੀ ਹੌਲੀ ਸਮਾਂ ਗੁਜ਼ਰਨ ਦੇ ਨਾਲ ਤਰਬੂਜ ਬੜੇ ਹੋਣ ਲੱਗੇ, ਪਰ ਜਿਹੜਾ ਬੋਤਲ ਵਾਲਾ ਤਰਬੂਜ ਸੀ ਉਹ ਕਿੰਨਾ ਬੜਾ ਹੋਇਆ? ਬਸ ਉਨਾ ਕਿ ਜਿੰਨੀ ਕੁ ਬੋਤਲ ਸੀ, ਉਸ ਤੋਂ ਜ਼ਿਆਦਾ ਵਧਿਆ ਹੀ ਨਹੀਂ। ਬਾਕੀ ਤਰਬੂਜ ਬੜੇ ਗੋਲ ਮਟੋਲ ਹੋ ਗਏ, ਪਰ ਉਹ ਉਨੇ ਕੁ ਦਾ ਉਨਾ ਕੁ ਹੀ ਰਿਹਾ। ਕਿਉਂ ਉਨਾ ਕੁ ਰਿਹਾ? ਉਹਨੂੰ ਵਧਣ ਤੋਂ ਕਿਹੜੀ ਚੀਜ਼ ਰੋਕ ਰਹੀ ਸੀ? ਉਹਨੂੰ ਅੱਗੇ ਜਾਣ ਤੋਂ ਕਿਹੜੀ ਚੀਜ਼ ਰੋਕ ਰਹੀ ਸੀ? ਉਹਨੂੰ ਅੱਗੇ ਜਾਣ ਤੋਂ ਰੋਕ ਰਹੀ ਸੀ ਉਹ ਰੁਕਾਵਟ। ਕਿਉਂਕਿ ਵਧਣਾ ਤਾਂ ਚਾਹੁੰਦਾ ਹੈ, ਕੁਦਰਤ ਤਾਂ ਉਹਨੂੰ ਵਧਾਉਣਾ ਚਾਹੁੰਦੀ ਹੈ, ਪਰ ਉਹਨੇ ਬੋਤਲ ਨੇ ਉਹਦੀ ਇੱਕ ਸੀਮਾ ਬਣਾ ਦਿੱਤੀ ਕਿ ਬੋਤਲ ਉਹਨੂੰ ਵਧਣ ਨਹੀਂ ਦੇ ਰਹੀ। ਹੁਣ ਬਾਕੀ ਸਾਰੇ ਤਰਬੂਜ ਬੜੇ ਬੜੇ ਹੋ ਗਏ, ਕੋਈ 5 ਕਿਲੋ, ਕੋਈ 10 ਕਿਲੋ, ਪਰ ਉਹ ਉਨਾ ਕੀ ਰਹਿ ਗਿਆ ਜਿੰਨਾ ਕਿ ਸਾਈ ਬੋਤਲ ਦਾ ਸੀ। ਤਾਂ ਉਸ ਵੇਲੇ ਜਦੋਂ ਫਕੀਰਾਂ ਨੇ ਇਹ ਚੀਜ਼ ਦੇਖੀ ਤਾਂ ਫਕੀਰ ਕਹਿੰਦੇ ਆ ਜੋ ਹਾਲਤ ਇਸ ਤਰਬੂਜ ਦੀ ਹੋਈ ਹੈ ਨਾ, ਉਹੀ ਹਾਲਤ ਕਈ ਇਨਸਾਨਾਂ ਦੀ ਵੀ ਹੋ ਜਾਂਦੀ ਹੈ। ਕਿਉਂਕਿ ਇਨਸਾਨ ਵੀ ਆਪਣੀ ਇਹ ਬੁੱਧੀ ਨੂੰ, ਜੋ ਕਿ ਬਹੁਤ ਫੈਲ ਸਕਦੀ ਹੈ, ਕਿਉਂਕਿ ਅੱਜ ਸਾਇੰਸ ਵੀ ਇਹ ਚੀਜ਼ ਮੰਨਦੀ ਹੈ ਕਿ ਤੇਰੇ ਮਾਈਂਡ ਦੀ ਤਾਕਤ ਇੰਨੀ ਹੈ ਨਾ ਕਿ ਪੂਰੀ ਦੁਨੀਆ ਦਾ ਗਿਆਨ ਵੀ ਤੇਰੇ ਅੰਦਰ ਸਮਾ ਜਾਵੇ ਤਾਂ ਫਿਰ ਵੀ ਇਹ ਕਦੀ ਫੁੱਲ ਨਹੀਂ ਹੋਣਾ। ਜਿਹਦਾ ਬੰਦਾ ਕਹਿੰਦਾ ਨਾ ਮੇਰੇ ਮੋਬਾਈਲ ਦੀ ਮੈਮਰੀ 512 GB ਹੈ ਜਾਂ ਇਹ ਇੰਨੇ GB ਦੀ ਹੈ ਕਿ ਹੁਣ ਮੈਮਰੀ ਫੁੱਲ ਹੋ ਗਈ, ਹੁਣ ਇਹ ਚ ਹੋਰ ਕੁਝ ਨਹੀਂ ਭਰਨਾ, ਡਾਊਨਲੋਡ ਨਹੀਂ ਹੋਣਾ। ਪਰ ਉਹ ਕਹਿੰਦੇ ਤੇਰਾ ਮਾਈਂਡ ਪਰਮਾਤਮਾ ਨੇ, ਕੁਦਰਤ ਨੇ ਇੰਨਾ ਦਿੱਤਾ ਹੋਇਆ ਹੈ ਕਿ ਇਹਦੇ ਚ ਤੂੰ ਆਪਣੀ ਸੋਚ ਤੋਂ ਵੀ ਜ਼ਿਆਦਾ ਅਗਰ ਸੋਚਾਂ ਨੂੰ ਇਕੱਠਾ ਕਰ ਲਵੇਂ ਤਾਂ ਵੀ ਇਹ ਕਦੀ ਭਰਪੂਰ ਹੋ ਹੀ ਨਹੀਂ ਸਕਦਾ। ਤਾਂ ਹੀ ਤਾਂ ਕਹਿੰਦੇ ਨਾ ਬੰਦੇ ਦਾ ਮਨ ਕਦੀ ਭਰਦਾ ਨਹੀਂ ਹੈ। ਜਿੰਨੀ ਮਰਜ਼ੀ ਦੌਲਤ ਆ ਜਾਵੇ ਤਾਂ ਵੀ ਬੰਦਾ ਕਹਿੰਦਾ ਥੋੜੀ ਹੋਰ ਲਿਆਓ, ਜਿੰਨੀ ਮਰਜ਼ੀ ਉੱਚੀ ਪਦਵੀ ਮਿਲ ਜਾਵੇ ਤਾਂ ਵੀ ਬੰਦਾ ਕਹਿੰਦਾ ਥੋੜੀ ਹੋਰ ਲਿਆਓ, ਕਿਉਂਕਿ ਹਰ ਚੀਜ਼ ਦਾ ਅੰਤ ਹੈ, ਪਰ ਤੇਰੀ ਸੋਚ ਦਾ, ਇਹ ਮਨ ਦਾ ਕੋਈ ਅੰਤ ਨਹੀਂ ਹੈ। ਇਹ ਮਨ ਨੂੰ ਤਾਂ ਸ਼ਾਂਤੀ ਉਦੋਂ ਮਿਲਣੀ ਜਦੋਂ ਇਹਨੂੰ ਬੇਅੰਤ ਪ੍ਰਮਾਤਮਾ ਮਿਲੇਗਾ, ਕਿਉਂਕਿ ਉੱਥੇ ਆ ਕੇ ਇਹਦੀਆਂ ਖੁਆਇਸ਼ਾਂ ਪੂਰੀਆਂ ਹੋਣੀਆਂ ਹੈ। ਹੁਣ ਇਨਸਾਨ ਵੀ ਥੋੜਾ ਜਿਹਾ ਆਪਣੇ ਆਪ ਨੂੰ ਦੇਖੇ ਕਿ ਇਨਸਾਨ ਨੇ ਵੀ ਅੱਜ ਆਪਣੀ ਸੋਚ ਨੂੰ ਇੱਕ ਦਾਇਰੇ ਅੰਦਰ ਰੱਖਿਆ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇੱਕ ਦਾਇਰੇ ਅੰਦਰ ਕਿੱਦਾਂ ਰੱਖ ਦਿੰਦਾ? ਇੱਕ ਬੰਦਾ ਕਹਿੰਦਾ ਮੈਂ ਤਾਂ ਆਹੀ ਚੀਜ਼ ਤੋਂ ਗਿਆਨ ਲੈਣਾ, ਇਸ ਤੋਂ ਜ਼ਿਆਦਾ ਮੈਨੂੰ ਹੋਰ ਗਿਆਨ ਕਿਤੇ ਚਾਹੀਦਾ ਨਹੀਂ ਹੈ। ਉਹਨੇ ਇੱਕ ਸੀਮਾ ਬਣਾ ਦਿੱਤੀ ਆਪਣੀ ਬੁੱਧੀ ਦੀ। ਹਾਲਾਂਕਿ ਦੁਨੀਆ 'ਚ ਬਹੁਤ ਜਗ੍ਹਾ ਗਿਆਨ ਹੈ ਜਿੱਥੋਂ ਅਸੀਂ ਸਿੱਖ ਸਕਦੇ ਹਾਂ, ਸਮਝ ਸਕਦੇ ਹਾਂ ਔਰ ਆਪਣੇ ਜੀਵਨ ਨੂੰ ਬਦਲ ਸਕਦੇ ਹਾਂ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਇੱਕ ਫਰਜ਼ ਕਰੋ, ਜਵਾਬ ਦੇਣਾ ਸਾਨੂੰ ਕਿ ਇੱਕ ਬੰਦਾ ਗੀਤਾ ਪੜ੍ਹਦਾ ਹੈ, ਜੋ ਸ਼੍ਰੀ ਕ੍ਰਿਸ਼ਨ ਦੀ ਗੀਤਾ ਹੈ, ਜਿਹਦੇ ਵਿੱਚ ਉਹਨਾਂ ਨੇ ਅਰਜੁਨ ਨੂੰ ਗਿਆਨ ਦਿੱਤਾ। ਹੁਣ ਗੀਤਾ ਵਿੱਚ ਬੜਾ ਗਿਆਨ ਹੈ। ਹੁਣ ਉਹ ਇਨਸਾਨ ਕਵੇ ਮੈਂ ਤਾਂ ਗੀਤਾ ਹੀ ਪੜ੍ਹਨੀ ਹੈ, ਮੈਂ ਹੋਰ ਕੋਈ ਧਾਰਮਿਕ ਗ੍ਰੰਥ ਨਹੀਂ ਪੜ੍ਹਨਾ, ਹੋਰ ਕਿਤੇ ਗਿਆਨ ਹੈ ਹੀ ਨਹੀਂ, ਇਹਦੇ 'ਚ ਹੀ ਸਾਰਾ ਗਿਆਨ ਹੈ। ਤਾਂ ਇਹਦਾ ਮਤਲਬ ਕੀ ਹੈ? ਉਹਨਾਂ ਗੀਤਾ ਰੂਪੀ ਬੋਤਲ 'ਚ ਆਪਣੀ ਬੁੱਧੀ ਨੂੰ ਬੰਦ ਕਰ ਦਿੱਤਾ, ਉਹ ਤੋਂ ਅੱਗੇ ਸੋਚ ਹੀ ਨਹੀਂ ਸਕਦਾ। ਹਾਲਾਂਕਿ ਗੁਰਬਾਣੀ 'ਚ ਬਹੁਤ ਗਿਆਨ ਹੈ, ਕੁਰਾਨ 'ਚ ਬਹੁਤ ਗਿਆਨ ਹੈ, ਬਾਈਬਲ 'ਚ ਬਹੁਤ ਗਿਆਨ ਹੈ, ਹੋਰ ਧਾਰਮਿਕ ਸ਼ਾਸਤਰ ਹੈ, ਵੇਦਾਂ ਸ਼ਾਸਤਰਾਂ 'ਚ ਬਹੁਤ ਗਿਆਨ ਹੈ। ਜਿਹਨੇ ਸਿੱਖਣਾ ਹੋਵੇ ਉਹ ਤਾਂ ਦੁਨੀਆ ਦੀ ਹਰ ਚੀਜ਼ ਤੋਂ ਸਿੱਖਿਆ ਲੈ ਸਕਦਾ ਹੈ। ਪਰ ਜਿਹੜਾ ਇੱਕ ਸੀਮਾ ਬਣਾ ਦਿੰਦਾ ਕਿ ਆਹੀ ਹੈ ਮੇਰਾ, ਬਸ ਇਹੀ ਮੇਰੇ ਗਿਆਨ ਦਾ ਸਰੋਤ ਹੈ, ਇੱਥੋਂ ਹੀ ਲੈਣਾ ਹੈ, ਤਾਂ ਇਹ ਤਾਂ ਸਵਾਮੀ ਵਿਵੇਕਾਨੰਦ ਨੇ ਵੀ ਕਿਹਾ ਹੈ। ਸਵਾਮੀ ਵਿਵੇਕਾਨੰਦ ਵੀ ਦੱਸਦੇ ਹੈ ਕਿ ਸਾਰੀ ਦੁਨੀਆ ਦੇ ਸ਼ਾਸਤਰ ਮਿਲ ਕੇ ਵੀ, ਜਰਾ ਗੌਰ ਕਰਨਾ, ਉਹ ਕਹਿੰਦੇ ਸਾਰੀ ਦੁਨੀਆ ਦੇ ਸ਼ਾਸਤਰਾਂ ਵਿੱਚ ਜਿੰਨਾ ਗਿਆਨ ਹੈ ਨਾ, ਉਹ ਸਾਰਾ ਗਿਆਨ ਅਸੀਂ ਜੇ ਪ੍ਰਭੂ ਦੇ ਗਿਆਨ ਦੇ ਸਾਹਮਣੇ ਕਹੀਏ ਤਾਂ ਬੜਾ ਛੋਟਾ, ਹਾਲੇ ਬਹੁਤ ਕੁਝ ਜਾਣਨ ਨੂੰ, ਬਹੁਤ ਕੁਝ ਸਮਝਣ ਨੂੰ ਬਾਕੀ ਹੈ।
ਤਾਂ ਹੀ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮਿਸਾਲ ਦੇਈਦੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਸਮੁੰਦਰ ਦੇ ਕਿਨਾਰੇ ਤੁਰੇ ਜਾ ਰਹੇ ਸੀ ਤਾਂ ਸਮੁੰਦਰ ਦੇ ਕਿਨਾਰੇ ਚਲਦਿਆਂ ਚਲਦਿਆਂ ਭਾਈ ਮਰਦਾਨਾ ਜੀ ਨੇ ਉਹਨਾਂ ਨੂੰ ਸਵਾਲ ਪੁੱਛ ਲਿਆ। ਕਹਿੰਦੇ ਸਤਿਗੁਰੂ ਤੁਸੀਂ ਪਰਮਾਤਮਾ ਨੂੰ ਕਿੰਨਾ ਕੁ ਜਾਣਿਆ ਹੈ? ਤੁਸੀਂ ਉਸ ਪਰਮਾਤਮਾ ਨੂੰ, ਉਹ ਵਾਹਿਗੁਰੂ ਨੂੰ ਕਿੰਨਾ ਕੁ ਜਾਣਿਆ ਹੈ? ਤਾਂ ਹੁਣ ਦੇਖੋ ਸ਼੍ਰੀ ਗੁਰੂ ਨਾਨਕ ਦੇਵ ਜੀ ਬੋਲ ਕੇ ਨਹੀਂ ਸਮਝਾਇਆ, ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਬੋਲ ਕੇ ਨਹੀਂ ਦੱਸੀਆਂ ਜਾਂਦੀਆਂ, ਉੱਥੇ ਤਾਂ ਇਸ਼ਾਰੇ ਹੀ ਕਰਨੇ ਪੈਂਦੇ ਆ। ਹੁਣ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮਰਦਾਨਾ ਜੀ ਨੂੰ ਸਮਝਾਉਣ ਵਾਸਤੇ ਕੀ ਕੀਤਾ? ਸਮੁੰਦਰ ਦੇ ਕਿਨਾਰੇ ਕਿਨਾਰੇ ਤੁਰੇ ਜਾ ਰਹੇ ਸੀ, ਰੇਤ ਦੇ ਉੱਪਰ ਰੁਕੇ, ਝੁਕੇ, ਔਰ ਇੱਕ ਮੁੱਠੀ ਰੇਤ ਦੀ ਉਹਨਾਂ ਨੇ ਆਪਣੇ ਹੱਥ 'ਚ ਲਈ, ਯਾਨੀ ਮੁੱਠੀ 'ਚ ਰੇਤ ਲਈ, ਔਰ ਮਰਦਾਨੇ ਨੂੰ ਕਿਹਾ, ਮਰਦਾਨਿਆ ਪੁੱਛ ਰਿਹਾ ਹੈ ਕਿ ਮੈਂ ਕਿੰਨਾ ਕੁ ਵਾਹਿਗੁਰੂ ਪ੍ਰਮਾਤਮਾ ਨੂੰ ਜਾਣਿਆ ਹੈ, ਤਾਂ ਦੇਖ ਆ ਜਿੰਨੀ ਮੇਰੀ ਮੁੱਠੀ 'ਚ ਰੇਤ ਹੈ, ਹਾਲੇ ਮੈਂ ਇੰਨਾ ਜਾਣਿਆ, ਤਾਂ ਜਿੰਨੀ ਆ ਰੇਤ ਬਾਕੀ ਹੈ ਇੰਨਾ ਜਾਣਨਾ ਬਾਕੀ ਹੈ, ਕਿਉਂਕਿ ਉਹ ਬੇਅੰਤ ਹੈ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇ ਬੜਚੀਰਾ, ਕੋਈ ਜਾਣ ਹੀ ਨਹੀਂ ਸਕਦਾ ਉਹਨੂੰ, ਕਿਉਂਕਿ ਉਹਨੂੰ ਜਾਣਨ ਵਾਸਤੇ, ਇੱਥੇ ਤੁਹਾਨੂੰ ਇੱਕ ਗੱਲ ਕਵਾਂਗੇ, ਕਿਸੇ ਨੂੰ ਜਾਣਨ ਵਾਸਤੇ ਉਹਦਾ ਅੰਤ ਹੋਣਾ ਜ਼ਰੂਰੀ ਹੈ, ਫੇਰ ਹੀ ਬੰਦਾ ਉਹਨੂੰ ਜਾਣ ਸਕਦਾ ਹੈ। ਜਿਹਦਾ ਅੰਤ ਹੀ ਨਾ ਹੋਵੇ ਉਹਨੂੰ ਬੰਦਾ ਕਦੀ ਜਾਣ ਹੀ ਨਹੀਂ ਸਕਦਾ। ਹੁਣ ਤੁਸੀਂ ਇੱਕ ਫਿਲਮ ਦੇਖਦੇ ਹੋ, ਜਰਾ ਜਵਾਬ ਦੇਣਾ ਸਾਨੂੰ, ਇੱਕ ਫਿਲਮ ਦੇਖਦੇ ਹੋ, 2 ਘੰਟੇ ਦੀ ਫਿਲਮ ਦੇਖਦੇ ਹੋ, ਤੁਸੀਂ ਕਹਿੰਦੇ ਮੈਂ ਪੂਰੀ ਫਿਲਮ ਦੇਖ ਲਈ, ਮੈਨੂੰ ਪਤਾ ਫਿਲਮ 'ਚ ਕੀ ਹੋਇਆ, ਕਿਉਂਕਿ 2 ਘੰਟੇ ਜਾਂ 2.5 ਘੰਟੇ ਦੀ ਸੀ। ਪਰ ਇੱਕ ਐਸੀ ਫਿਲਮ ਹੈ ਜੋ ਹਾਲੇ ਚਲੇ ਹੀ ਰਹੀ ਹੈ, ਚਲੇ ਹੀ ਰਹੀ ਹੈ, ਚਲੇ ਰਹੀ ਹੈ, ਉਹਦਾ ਐਂਡ ਹੈ ਹੀ ਨਹੀਂ, ਤਾਂ ਕੋਈ ਤੁਹਾਨੂੰ ਪੁੱਛੇ ਪੂਰੀ ਫਿਲਮ ਦੇਖ ਲਈ, ਤੁਸੀਂ ਕਹਿਣਾ ਨਹੀਂ ਹਾਲੇ ਤਾਂ ਦੇਖ ਰਿਹਾ, ਐਂਡ ਤਾਂ ਹਾਲੇ ਆਇਆ ਹੀ ਨਹੀਂ, ਹਾਲੇ ਤਾਂ ਪਤਾ ਨਹੀਂ ਐਂਡ ਸਾਲ ਬਾਅਦ ਆਣਾ, 2 ਸਾਲ ਬਾਅਦ ਆਣਾ, 10 ਸਾਲ ਬਾਅਦ ਆਣਾ, ਕਦੋਂ ਐਂਡ ਆਣਾ, ਜਦੋਂ ਐਂਡ ਆਏਗਾ ਫਿਰ ਦੱਸਾਂਗੇ। ਉਹ ਪ੍ਰਮਾਤਮਾ ਇਦਾਂ ਦੀ ਫਿਲਮ ਹੈ ਜੋ ਐਂਡਲੈਸ ਹੈ, ਜਿਹਦਾ ਕੋਈ ਐਂਡ, ਕੋਈ ਸੀਮਾ ਹੈ ਹੀ ਨਹੀਂ। ਇਸ ਲਈ ਉਹ ਪ੍ਰਮਾਤਮਾ ਜੋ ਅਸੀਮ ਹੈ, ਉਹਨੂੰ ਜਾਣਨ ਵਾਸਤੇ ਸਾਨੂੰ ਆਪਣੀ ਬੁੱਧੀ ਨੂੰ ਵੀ, ਆਪਣੇ ਮਾਈਂਡ ਨੂੰ ਵੀ ਅਸੀਮ ਕਰਨਾ ਪੈਣਾ ਹੈ। ਇਹਨੂੰ ਜੋ ਦਾਇਰਿਆਂ 'ਚ ਰੱਖਿਆ ਹੋਇਆ, ਇਹ ਦਾਇਰੇ ਸਾਨੂੰ ਤੋੜਨੇ ਪੈਣੇ ਹੈ। ਜਿੱਥੋਂ ਸਾਨੂੰ ਅੱਛਾ ਗਿਆਨ ਮਿਲਦਾ ਹੈ ਉੱਥੋਂ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ। ਬੋਲੋ ਸਮਝਦੇ ਹੋ ਕਿ ਨਹੀਂ? ਇਹਦੀ ਇੱਕ ਸੀਮਾ ਨਾ ਬਣਾਈਏ। ਜਿੱਦਾਂ ਹੀ ਦੱਸਿਆ ਕਿ ਕੋਈ ਕਹਿੰਦਾ ਮੈਂ ਤਾਂ ਗੀਤਾ 'ਚੋਂ ਹੀ ਗਿਆਨ ਲੈਣਾ ਹੈ, ਤਾਂ ਉਹਨੇ ਇੱਕ ਸੀਮਾ ਬਣਾ ਦਿੱਤੀ ਆਪਣੇ ਗਿਆਨ ਦੀ, ਆਪਣੇ ਮਾਈਂਡ ਦੀ। ਔਰ ਦੂਜਾ ਬੰਦਾ ਹੈ, ਉਹ ਕਹਿੰਦਾ ਭਾਈ ਮੈਨੂੰ ਤਾਂ ਜਿੱਥੋਂ ਗਿਆਨ ਮਿਲਣਾ ਹੈ, ਜੇ ਮੈਨੂੰ ਜੀਸਸ ਕ੍ਰਾਈਸਟ ਦੀ ਬਾਣੀ 'ਚੋਂ ਗਿਆਨ ਮਿਲੇਗਾ ਮੈਂ ਉਹ ਵੀ ਲੈਣਾ ਹੈ, ਜੇ ਮੈਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 'ਚੋਂ ਗਿਆਨ ਮਿਲੇਗਾ ਮੈਂ ਉਹ ਵੀ ਲੈਣਾ ਹੈ, ਜੇ ਮੈਨੂੰ ਹਜ਼ੂਰ ਗੌਸ ਜਾਂ ਹਜ਼ੂਰ ਮੁਹੰਮਦ ਦੀ ਆਵਾਜ਼ 'ਚੋਂ ਗਿਆਨ ਮਿਲੇਗਾ ਮੈਂ ਉਹ ਵੀ ਲੈਣਾ ਹੈ, ਕਿਉਂਕਿ ਮੇਰੀ ਬੁੱਧੀ ਗਿਆਨ ਪ੍ਰਾਪਤ ਕਰਨ ਵਾਸਤੇ ਚਾਰੋਂ ਪਾਸਿਓਂ ਖੁੱਲੀ ਹੈ। ਔਰ ਗੁਰੂ ਰਹਿਬਰ ਸੰਤ ਮਹਾਪੁਰਸ਼, ਉਹਨਾਂ ਦਾ ਨਾਮ ਕੋਈ ਹੋਵੇ, ਦੇਸ਼ ਕੋਈ ਹੋਵੇ, ਜਾਤ ਕੋਈ ਹੋਵੇ, ਕਿਉਂਕਿ ਸੰਤਾਂ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈ। ਜਰਾ ਹੁਣ ਗੌਰ ਕਰਨਾ, ਉਹਨਾਂ ਦਾ ਨਾਮ ਕੋਈ ਹੋਵੇ, ਕਿਤੇ ਵੀ ਉਹ ਰਹਿੰਦੇ ਹੋਣ, ਪਰ ਸਾਰੇ ਉਸ ਇੱਕ ਸਰੋਤ ਨਾਲ ਜੁੜੇ ਹੋਏ ਆ। ਸਰੋਤ ਦਾ ਮਤਲਬ ਸਮਝਦੇ ਹੋ ਨਾ, ਸਾਰੇ ਉਸ ਪਰਮਾਤਮਾ ਨਾਲ ਜੁੜੇ ਹੋਏ ਆ। ਇਹ ਜੋ ਉਹਨਾਂ ਦਾ ਗਿਆਨ ਹੈ ਆ ਤਾਂ ਉੱਥੋਂ ਹੀ ਰਿਹਾ ਹੈ। ਇਸ ਲਈ ਇਹ ਚੀਜ਼ ਨੂੰ ਸਮਝਣਾ ਕਿ ਆਪਣੀ ਬੁੱਧੀ ਦੇ ਦਾਇਰੇ ਨੂੰ ਅਸੀਂ ਬੜਾ ਕਰਾਂਗੇ, ਕਿਉਂਕਿ ਜਿੰਨਾ ਆਪਣੀ ਬੁੱਧੀ ਨੂੰ ਬੜਾ ਕਰਾਂਗੇ, ਇਹ ਰੁਕਾਵਟਾਂ ਦੇ ਦਾਇਰੇ ਨੂੰ ਹਟਾ ਦੇਵਾਂਗੇ, ਉਨਾ ਹੀ ਸਾਡੇ ਜੀਵਨ 'ਚ ਗਿਆਨ ਵੱਧਦਾ ਚਲਾ ਜਾਏਗਾ, ਉਨਾ ਹੀ ਸਾਡੇ ਜੀਵਨ 'ਚ ਸਮਝ ਵੱਧਦੀ ਚਲੀ ਜਾਏਗੀ। ਔਰ ਜਿੱਦਾਂ ਜਿੱਦਾਂ ਗਿਆਨ ਵਧੇਗਾ ਉਦਾਂ ਉਦਾਂ ਕੀ ਹੋਏਗਾ? ਜਿੱਦਾਂ ਇੱਕ ਸ਼ਬਦ ਅੰਦਰ ਬੜਾ ਪਿਆਰਾ ਦੱਸਿਆ ਹੈ ਕਿ ਬਖਤਾ ਕੇ ਮੁਖ ਮੇ ਬਸੂ ਸਰਵਣ ਹੂੰ ਕੇ ਕਾਨ, ਕਿ ਜਿਹੜੇ ਬਖਤਾ ਹੈ ਪ੍ਰਮਾਤਮਾ ਦਾ ਗੁਣ ਗਾਉਂਦੇ ਹੈ, ਕਹਿੰਦੇ ਜਦੋਂ ਉਹ ਗੁਣ ਗਾਉਂਦਾ ਤਾਂ ਉਸ ਲਈ ਮੈਂ ਉਹਦੀ ਜ਼ੁਬਾਨ ਤੇ ਵਸਦਾ ਹੈ, ਉਹਦੀ ਰਸਨਾ ਤੇ ਵਸਦਾ, ਇਸ ਲਈ ਉਹਦੇ ਸ਼ਬਦ ਮੇਰੇ ਸ਼ਬਦ ਹੁੰਦੇ ਆ। ਇਹ ਗੱਲ ਹਮੇਸ਼ਾ ਯਾਦ ਰੱਖਣਾ ਕਿ ਜਦੋਂ ਤੁਸੀਂ ਪ੍ਰਮਾਤਮਾ ਦਾ ਨਾਮ ਲੈਂਦੇ ਹੋ ਨਾ, ਜਾਂ 4 ਬੰਦਿਆਂ 'ਚ ਬਹਿ ਕੇ ਪ੍ਰਮਾਤਮਾ ਦੀ ਉਸਤਤ ਕਰਦੇ ਹੋ, ਉਹਦੇ ਗੁਣ ਗਾਉਂਦੇ ਹੋ, ਤਾਂ ਜਦੋਂ ਤੁਸੀਂ ਉਹਦੇ ਗੁਣ ਗਾਉਂਦੇ ਹੋ ਸਮਝ ਲਓ ਪ੍ਰਮਾਤਮਾ ਤੁਹਾਡੀ ਰਸਨਾ ਤੇ ਬੈਠ ਕੇ ਬੋਲ ਰਿਹਾ ਹੈ। ਤਾਂ ਹੀ ਤੇ ਕਹਿੰਦੇ ਗਾਵਤ ਉਧਰੇ ਸੁਣਤੇ ਉਧਰੇ। ਇਸ ਲਈ ਜਦੋਂ ਪ੍ਰਭੂ ਦੇ ਗੁਣ ਗਾਏ ਜਾਂਦੇ ਆ, ਜਦੋਂ ਉਹਦਾ ਸਿਮਰਨ ਕੀਤਾ ਜਾਂਦਾ, ਉਸ ਵੇਲੇ ਉਹ ਦੱਸਦੇ ਆ ਕਿ ਬਖਤਾ ਹੂ ਕੇ ਮੁਖ ਬਸੂ, ਉਹਦੇ ਮੈਂ ਮੂੰਹ 'ਚ ਵਸਦਾ ਆ, ਕਿਉਂਕਿ ਉਹਦੇ ਸ਼ਬਦ ਫਿਰ ਮੇਰੇ ਸ਼ਬਦ ਹੁੰਦੇ ਆ। ਔਰ ਸ਼ਰੋਤਾ ਹੂੰ ਕੇ ਕਾਨ, ਕਿ ਜਿਹੜੇ ਸ਼ਰੋਤਾ ਹੈ, ਸੁਣਨ ਵਾਲੇ ਹੈ, ਉਹਨਾਂ ਦੇ ਮੈਂ ਵਸਦਾ ਆ ਕੰਨਾਂ 'ਚ, ਕਿਉਂਕਿ ਉਹ ਧਿਆਨ ਦੇ ਕੇ ਸੁਣ ਰਹੇ ਹੈ। ਜਰਾ ਸਮਝਣਾ ਸਾਰਿਆਂ ਨੇ, ਜੇ ਇਸ ਲਈ ਤੁਹਾਡਾ ਧਿਆਨ ਪੂਰੀ ਤਰ੍ਹਾਂ ਸਤਸੰਗ ਨਾਲ ਜੁੜਿਆ ਹੈ ਤਾਂ ਸਮਝ ਲਓ ਇਸ ਲਈ ਪ੍ਰਮਾਤਮਾ ਹੀ ਤੁਹਾਡੇ ਕੰਨਾਂ ਦੇ ਜ਼ਰੀਏ ਇਹ ਗਿਆਨ ਤੁਹਾਡੇ ਅੰਦਰ ਲੈ ਕੇ ਜਾ ਰਿਹਾ ਹੈ। ਹੁਣ ਅੱਗੇ ਕੀ ਦੱਸਿਆ ਹੈ ਕਿ ਬਖਤਾ ਹੂ ਕੇ ਮੁਖ ਬਸੂ ਸਰੋਤਾ ਹੂ ਕੇ ਕਾਨ, ਗਿਆਨੀ ਕੇ ਹਿਰਦੇ ਬਸੂ ਧਿਆਨੀ ਕੇ ਨਿਜ ਪ੍ਰਾਣ, ਕਿ ਜਿਹੜਾ ਗਿਆਨੀ ਹੈ ਉਹਦੇ ਮੈਂ ਹਿਰਦੇ 'ਚ ਵਸਦਾ ਆ। ਤਾਂ ਹੀ ਤਾਂ ਹੁਣ ਤੁਹਾਨੂੰ ਪੁੱਛੇ ਰੱਬ ਕਿੱਥੇ ਰਹਿੰਦਾ ਹੈ, ਤਾਂ ਹਰ ਕੋਈ ਕਹਿ ਦਿੰਦਾ ਪ੍ਰਭ ਮੈਂ ਸਾਡੇ ਕਿੱਥੇ, ਬੰਦਾ ਕਹਿ ਦਿੰਦਾ ਹੈ ਸਾਡੇ ਦਿਲ 'ਚ ਹੈ। ਜਿਹਨੂੰ ਸਮਝ ਹੋਏਗੀ, ਗਿਆਨ ਹੋਏਗਾ,
ਉਹ ਇਹ ਗੱਲ ਕਹੇਗਾ ਰੱਬ ਮੇਰੇ ਦਿਲ 'ਚ ਹੈ। ਤਾਂ ਜਿਹਨੂੰ ਸਮਝ ਨਹੀਂ ਆਉਣਾ ਕੀ ਕਹਿਣਾ ਹੈ, ਉਹ ਰੱਬ ਤਾਂ ਉਹ ਰਹਿੰਦਾ ਆਕਾਸ਼ ਤੇ, ਰੱਬ ਤਾਂ ਉਹ ਰਹਿੰਦਾ ਤੀਰਥਾਂ ਤੇ, ਰੱਬ ਤਾਂ ਮੱਕੇ ਹੈ, ਰੱਬ ਤਾਂ ਫਲਾਣੇ ਮੰਦਿਰ 'ਚ ਬੈਠਾ ਹੈ। ਉਹਨੇ ਹਮੇਸ਼ਾ ਰੱਬ ਨੂੰ ਦੂਰ ਦੱਸਣਾ ਹੈ। ਔਰ ਜਿਹੜਾ ਪਰਮਾਤਮਾ ਨੂੰ, ਭਗਵਾਨ ਨੂੰ ਦੂਰ ਦੱਸਦਾ ਹੈ, ਇਹਦਾ ਮਤਲਬ ਹਾਲੇ ਇਹਨੂੰ ਗਿਆਨ ਹੈ ਹੀ ਨਹੀਂ। ਜਿਹਨੇ ਸਮਝ ਲਿਆ ਕਿ ਪ੍ਰਮਾਤਮਾ ਮੇਰੇ ਅੰਦਰ ਹੈ, ਚਲੋ ਇੰਨੀ ਸਮਝ ਤਾਂ ਹੈ ਨਾ, ਇੰਨਾ ਗਿਆਨ ਤਾਂ ਹੈ ਨਾ ਕਿ ਪ੍ਰਮਾਤਮਾ ਮੇਰੇ ਅੰਦਰ ਹੈ। ਇਸ ਲਈ ਅਸੀਂ ਹਮੇਸ਼ਾ ਕਹਿੰਦੇ ਆ ਕਿ ਜਿਹੜਾ ਕਹਿੰਦਾ ਰੱਬ ਦੂਰ ਹੈ, ਉਹਦੀ ਕਦੀ ਰੱਬ ਨਾਲ ਮੁਲਾਕਾਤ ਨਹੀਂ ਹੁੰਦੀ। ਤਾਂ ਜਿਹੜਾ ਮੰਨ ਲੈਂਦਾ ਰੱਬ ਮੇਰੇ ਅੰਦਰ ਹੈ, ਉਹਦੀ ਅੱਜ ਨਹੀਂ ਤਾਂ ਕੱਲ ਮੁਲਾਕਾਤ ਹੋ ਹੀ ਜਾਂਦੀ ਹੈ। ਕਿਉਂਕਿ ਜਦੋਂ ਅਸੀਂ ਇਸ ਵਿਸ਼ਵਾਸ ਨਾਲ ਚੱਲਦੇ ਆ ਕਿ ਮੈਨੂੰ ਬਣਾਉਣ ਵਾਲਾ ਮੇਰਾ ਮਾਲਿਕ, ਮੇਰਾ ਪ੍ਰਮਾਤਮਾ ਮੇਰੇ ਅੰਦਰ ਬੈਠਾ ਹੈ, ਤਾਂ ਫਿਰ ਮੁਲਾਕਾਤ ਵੀ ਉਹਦੇ ਨਾਲ ਹੋ ਜਾਂਦੀ। ਕਿਉਂਕਿ ਜਿਹੜਾ ਹੈ ਹੀ ਅੰਦਰ, ਉਹ ਕਿੰਨੀ ਕੁ ਦੇਰ ਬਚੇਗਾ। ਜਿੱਦਾਂ ਨੂੰ ਫਰਜ਼ ਕਰੋ ਬੰਦਾ ਕਹਿੰਦਾ ਕਿ ਘਰ ਦੇ ਵਿੱਚ 10 ਕਮਰੇ ਹੈ, ਪਰ ਘਰ ਦਾ ਮਾਲਕ ਅੰਦਰ ਲੁੱਕ ਕੇ ਬੈਠਾ ਹੈ। ਹੁਣ ਤੁਹਾਨੂੰ ਪਤਾ ਘਰ ਦਾ ਮਾਲਕ ਅੰਦਰ ਹੈ, ਤਾਂ ਤੁਸੀਂ ਲੱਭੋਗੇ, ਤਲਾਸ਼ ਕਰੋਗੇ, ਕਿੰਨੀ ਦੇਰ ਲੁਕੇਗਾ। ਆਖਰ ਇੱਕ ਨਾ ਇੱਕ ਦਿਨ ਤਾਂ ਪਕੜ ਚ ਆਏਗਾ ਹੀ ਕਿ ਕਿੱਥੇ ਲੁੱਕ ਕੇ ਬੈਠਾ ਹੈ। ਤਾਂ ਹੀ ਤਾਂ ਬੁੱਲੇ ਸ਼ਾਹ ਨੇ ਕਿਹਾ ਨਾ, ਮੇਰੀ ਬੁੱਕਲ ਦੇ ਵਿੱਚ ਚੋਰ ਚੋਰੀ ਚੋਰੀ ਨਿਕਲ ਪਿਆ ਤੇ ਜੱਗ ਵਿੱਚ ਪੈ ਗਿਆ ਸ਼ੋਰ। ਜਾਂ ਦੂਜੇ ਲਫ਼ਜ਼ਾਂ ਚ ਉਹਨਾਂ ਨੇ ਕਿਹਾ ਕਿ ਬੁੱਲਿਆ ਸ਼ੋਹ ਤੇ ਤੋਂ ਬੱਖ ਨਹੀਂ, ਪਰ ਤੇਰੀ ਦੇਖਣ ਵਾਲੀ ਅੱਖ ਨਹੀਂ। ਉਹ ਕਹਿੰਦੇ ਸ਼ੋ ਯਾਨੀ ਪ੍ਰਮਾਤਮਾ ਤੇਰੇ ਅੰਦਰ ਹੀ ਹੈ, ਤਲਾਸ਼ ਕਰ ਉਹਨੂੰ ਆਪਣੇ ਅੰਦਰੋਂ, ਦੇਖਣ ਦੀ ਕੋਸ਼ਿਸ਼ ਕਰ, ਲੱਭੇਗਾ ਤਾਂ ਮਿਲੇਗਾ। ਤਲਾਸ਼ ਕਰੇਗਾ ਤਾਂ ਤੈਨੂੰ ਉਹਦੀ ਪ੍ਰਾਪਤੀ ਵੀ ਜ਼ਰੂਰ ਹੋਏਗੀ। ਪਰ ਜੇ ਮੰਨ ਕੇ ਹੀ ਬੈਠੇ ਆ ਉਹ ਰੱਬ ਤਾਂ ਉਹ ਆਸਮਾਨ ਤੇ ਰਹਿੰਦਾ ਹੈ, ਤਾਂ ਰੱਬ ਸੋਚੋ ਫਿਰ ਜੇ ਰੱਬ ਆਸਮਾਨ ਤੇ ਰਹਿੰਦਾ ਤਾਂ ਬੰਦੇ ਦੀ ਪਕੜ 'ਚ ਤਾਂ ਕਦੀ ਆਣਾ ਹੀ ਨਹੀਂ ਹੈ। ਕਿਉਂਕਿ ਨਾ ਬੰਦੇ ਕੋ ਕੋਈ ਐਸਾ ਜਹਾਜ਼ ਬਣਨਾ ਹੈ, ਕੋਈ ਰਾਕਟ ਹੋਣਾ ਕਿ ਮੈਂ ਬੈਠਾ ਉੱਥੇ ਤਾਂ ਆਸਮਾਨ ਤੇ ਚਲਾ ਜਾਵਾਂ, ਤਾਂ ਉੱਥੇ ਰੱਬ ਮਿਲ ਜਾਏਗਾ। ਪਰ ਜੇ ਅਸੀਂ ਮੰਨਦੇ ਹਾਂ ਰੱਬ ਮੇਰੇ ਅੰਦਰ ਹੈ, ਤਾਂ ਫਿਰ ਤੁਹਾਡੇ ਕੋਲ ਸਮਾਂ ਹੈ, ਫਿਰ ਤੁਹਾਡੇ ਕੋਲ ਮਾਰਗ ਹੈ। ਕਿਉਂਕਿ ਜਿਹੜੀ ਚੀਜ਼ ਮੇਰੇ ਅੰਦਰ ਹੈ, ਉਹਦੇ ਤੱਕ ਜਾਣ ਦਾ ਮਾਰਗ ਵੀ ਮੇਰੇ ਅੰਦਰ ਹੀ ਹੈ। ਉਹਨੂੰ ਮੈਂ ਪ੍ਰਾਪਤ ਕਰ ਸਕਦਾ ਹਾਂ। ਕਿ ਜਿਹੜਾ ਗਿਆਨੀ ਹੈ ਉਹਦੇ ਹਿਰਦੇ 'ਚ ਹੈ, ਤਾਂ ਜਿਹੜਾ ਧਿਆਨੀ ਹੈ, ਧਿਆਨ ਕਰਨ ਵਾਲਾ ਹੈ, ਫਿਰ ਉਹ ਜਾਣ ਲੈਂਦਾ ਕੋਈ ਹਿਰਦੇ 'ਚ ਹੀ ਨਹੀਂ ਹੈ, ਉਹ ਤਾਂ ਮੇਰੇ ਪ੍ਰਾਣਾਂ 'ਚ ਹੈ, ਮੇਰੇ ਰੋਮ ਰੋਮ 'ਚ ਹੈ। ਔਰ ਜਿਹਦੇ ਅੰਦਰ ਵੀ ਪ੍ਰਾਣ ਹੈ ਪ੍ਰਮਾਤਮਾ ਉੱਥੇ ਵੀ ਮੌਜੂਦ ਹੈ। ਉਹ ਸਿਰਫ ਆਪਣੇ ਅੰਦਰ ਹੀ ਨਹੀਂ ਦੇਖਦਾ, ਉਹਨੂੰ ਸਭ ਦੇ ਅੰਦਰ ਨਜ਼ਰ ਆਣਾ ਸ਼ੁਰੂ ਹੋ ਜਾਂਦਾ ਕਿ ਮੇਰਾ ਪ੍ਰਭੂ, ਮੇਰਾ ਪ੍ਰਮਾਤਮਾ ਤਾਂ ਸਭ ਦੇ ਅੰਦਰ ਬੈਠਾ ਹੋਇਆ। ਇਸ ਲਈ ਧਿਆਨੀ ਕੇ ਨਿਜ ਪ੍ਰਾਣ, ਕਿਉਂਕਿ ਪ੍ਰਾਣ ਮੇਰੇ ਅੰਦਰ ਵੀ ਹੈ, ਪ੍ਰਾਣ ਤੇਰੇ ਅੰਦਰ ਵੀ ਹੈ। ਪ੍ਰਾਣ ਕਿਹਨੂੰ ਕਹਿੰਦੇ ਆ ਅਸੀਂ? ਜਾਨ, ਇਹ ਸਵਾਸ ਚੱਲ ਰਹੀ ਹੈ, ਇਹ ਆਤਮਾ ਜੋ ਸਾਡੀ ਹੈ, ਇਹ ਹੈ ਕਿ ਨਹੀਂ ਸਭ ਦੇ ਅੰਦਰ? ਜੇ ਤੁਸੀਂ ਬੈਠੇ ਹੋ, ਤੁਹਾਡੇ ਸਵਾਸ ਚੱਲ ਰਹੇ, ਤਾਂ ਇਹਦਾ ਮਤਲਬ ਪ੍ਰਾਣ ਹੈ, ਤਾਂ ਹੀ ਚੱਲ ਰਹੇ ਹੈ ਨਾ। ਹੁਣ ਜਿਸ ਵੇਲੇ ਇੱਕ ਧਿਆਨ ਦੇ ਵਿੱਚ ਉਤਰ ਕੇ, ਧਿਆਨੀ ਕੇ ਨਿਜ ਪ੍ਰਾਣ, ਕਿ ਧਿਆਨ ਦੇ ਵਿੱਚ ਉਤਰ ਕੇ ਇਨਸਾਨ ਉਹ ਪ੍ਰਾਣਾਂ ਦੇ ਖੇਲ ਨੂੰ ਸਮਝ ਲੈਂਦਾ ਹੈ ਕਿ ਜਿੱਥੇ ਵੀ ਪ੍ਰਾਣ ਹੈ, ਜਿੱਥੇ ਵੀ ਜਾਨ ਹੈ, ਉੱਥੇ ਮੇਰਾ ਮਾਲਿਕ ਬਸਦਾ ਹੈ। ਇਸ ਲਈ ਮੈਂ ਸਭ ਨਾਲ ਪਿਆਰ ਕਰਨਾ ਹੈ। ਹੁਣ ਤੁਸੀਂ ਸਮਝ ਲੈਣਾ ਸਾਰਿਆਂ ਨੇ। ਹੁਣ ਆ ਜੀ ਇਹ ਚਾਰ ਬੁੱਧੀ ਵਾਲੀ ਕਿ ਸਹਿਜੋ ਬਾਈ ਦੱਸ ਰਹੀ ਹੈ ਕਿ ਹਰੀ ਸਭ ਮੇ ਪਰ ਸਭ ਤੇ ਨਿਆਰੇ, ਚਾਰ ਬੁੱਧੀ ਕੇ ਮਨ ਖੁਸਵਾਰੇ। ਇਸ ਲਈ ਬੁੱਧੀ ਨੂੰ ਸਮਝਣ ਤੋਂ ਪਹਿਲਾਂ ਅਸੀਂ ਕਿਉਂ ਸਮਝਾਇਆ ਤੁਹਾਨੂੰ ਕਿ ਆਪਣੀਆਂ ਸੀਮਾਂ ਨੂੰ ਤੋੜ ਦਿਓ, ਇਹ ਬੋਤਲ ਨੂੰ ਤੋੜ ਦਿਓ ਜਿਹਨੇ ਇੱਕ ਦਾਇਰਾ ਬਣਾਇਆ ਹੋਇਆ ਹੈ। ਕਿਉਂਕਿ ਫੇਰ ਹੀ ਸਾਡਾ ਵਿਕਾਸ ਹੋਏਗਾ, ਫੇਰ ਹੀ ਅਸੀਂ ਤਰੱਕੀ ਕਰ ਪਾਵਾਂਗੇ, ਫੇਰ ਹੀ ਅਸੀਂ ਅੱਗੇ ਵਧ ਪਾਵਾਂਗੇ। ਅਗਰ ਅਸੀਂ ਆਪਣੀ ਸੀਮਾ ਨੂੰ ਤੋੜਾਂਗੇ, ਤਾਂ ਜੇ ਅਸੀਂ ਸੀਮਾ ਨੂੰ ਹੀ ਨਾ ਤੋੜਿਆ ਤਾਂ ਫਿਰ ਅੱਗੇ ਵਧਣ ਦੇ ਚਾਂਸ ਹੀ ਖਤਮ ਹੋ ਜਾਂਦੇ। ਹੁਣ ਬੰਦਾ ਕਹੇ ਮੈਂ ਆਹ ਘੇਰੇ 'ਚ ਹੀ ਰਹਿਣਾ, ਇਸ ਤੋਂ ਬਾਅਦ ਮੈਂ ਜਾਣਾ ਹੀ ਨਹੀਂ, ਤਾਂ ਫਿਰ ਅੱਗੇ ਬੰਦਾ ਕਦੀ ਵੱਧ ਹੀ ਨਹੀਂ ਸਕਦਾ। ਉਹ ਘੇਰੇ 'ਚ ਇੱਥੇ ਘੁੰਮ ਲੇਗਾ, ਉੱਥੇ ਘੁੰਮ ਲੇਗਾ, ਇੱਥੇ ਚੱਕਰ ਲਾ ਲੇਗਾ, ਉੱਥੇ ਚੱਕਰ ਲਾ ਲੇਗਾ, ਪਰ ਰਹੇਗਾ ਉੱਥੇ ਦਾ ਉੱਥੇ ਹੀ। ਤਾਂ ਜਿਹੜਾ ਕਵੇ ਮੇਰੀ ਕੋਈ ਸੀਮਾ ਨਹੀਂ ਹੈ, ਮੈਨੂੰ ਅਸੀਮ ਨੇ ਪੈਦਾ ਕੀਤਾ ਹੈ, ਮੈਨੂੰ ਅਨੰਤ ਨੇ ਪੈਦਾ ਕੀਤਾ ਹੈ, ਤਾਂ ਮੈਂ ਵੀ ਅਸੀਮ ਹਾਂ, ਮੈਂ ਵੀ ਅਨੰਤ ਨਾਲ ਜੁੜਿਆ ਹੋਇਆ ਉਹਦਾ ਹੀ ਰੂਪ ਹਾਂ। ਜਦੋਂ ਇਸ ਸੋਚ ਨਾਲ ਬੰਦਾ ਚੱਲਦਾ ਹੈ ਤਾਂ ਫਿਰ ਕੀ ਹੁੰਦਾ ਹੈ? ਬੰਦੇ ਦੀਆਂ ਟੈਨਸ਼ਨਾਂ, ਬੰਦੇ ਦੀਆਂ ਚਿੰਤਾਵਾਂ, ਬੰਦੇ ਦੀ ਫਿਕਰ ਖਤਮ ਹੋਣੇ ਸ਼ੁਰੂ ਹੋ ਜਾਂਦੇ ਹੈ। ਕਿਉਂਕਿ ਉਹਨੂੰ ਫਿਰ ਕੀ ਆਂਦਾ ਹੈ ਕਿ ਜਿਸ ਮਾਲਿਕ ਨੇ ਮੈਨੂੰ ਪੈਦਾ ਕੀਤਾ ਹੈ, ਜਿਸ ਅਸੀਮ ਨੇ ਮੈਨੂੰ ਪੈਦਾ ਕੀਤਾ ਹੈ, ਜੋ ਮੈਨੂੰ ਪੈਦਾ ਕਰ ਸਕਦਾ ਹੈ, ਉਹ ਮੈਨੂੰ ਸੰਭਾਲ ਵੀ ਸਕਦਾ ਹੈ। ਜਿਹਨੇ ਮੈਨੂੰ ਜਨਮ ਦਿੱਤਾ ਹੈ ਉਹ ਮੇਰੀ ਸੰਭਾਲ ਵੀ ਕਰ ਸਕਦਾ ਹੈ, ਕਿਉਂਕਿ ਉਹ ਸਮਰੱਥ ਹੈ ਜਿਹੜਾ ਇਹ ਪੂਰੀ ਪ੍ਰਿਥਵੀ ਨੂੰ ਸੰਭਾਲ ਰਿਹਾ। ਕਦੀ ਦੇਖਿਆ ਗੌਰ ਨਾਲ? ਤੁਸੀਂ ਕਦੀ ਦੇਖਣ ਦੀ ਕੋਸ਼ਿਸ਼ ਕਰੋ, ਸੋਚਣ ਦੀ ਕੋਸ਼ਿਸ਼ ਕਰੋ ਕਿ ਕਿਦਾਂ ਇਹ ਸਾਰੇ ਐਡੀ ਵੱਡੀ ਪ੍ਰਿਥਵੀ ਹਵਾ 'ਚ ਤੈਰ ਰਹੀ ਹੈ, ਐਡਾ ਵੱਡਾ ਸੂਰਜ ਹਵਾ 'ਚ ਤੈਰ ਰਿਹਾ ਹੈ, ਕਿਸ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਕੌਣ ਸੰਭਾਲ ਰਿਹਾ ਹੈ? ਇਹ ਕਿਹੜੀ ਸ਼ਕਤੀ ਹੈ? ਜਰਾ ਹੁਣ ਗੌਰ ਕਰੋ। ਇਹ ਆਕਰਸ਼ਣ ਦਾ ਜੋ ਨਿਯਮ ਹੈ, ਇਹ ਆਕਰਸ਼ਣ ਦੀ ਜੋ ਸ਼ਕਤੀ ਜਿਹਨੂੰ ਵਿਗਿਆਨ ਮੰਨਦਾ ਹੈ, ਇਹਨੂੰ ਤਾਂ ਗੁਰੂਆਂ ਰਹਿਬਰਾਂ ਨੇ ਭਗਵਾਨ ਕਿਹਾ ਹੈ, ਪ੍ਰਮਾਤਮਾ ਕਿਹਾ ਹੈ। ਉਹ ਕਹਿੰਦੇ ਪ੍ਰਮਾਤਮਾ ਹੈ ਜੋ ਸਭ ਨੂੰ ਸੰਭਾਲ ਰਿਹਾ ਹੈ। ਤਾਂ ਜਿਹੜਾ ਐਡੇ ਵੱਡੇ ਪ੍ਰਿਥਵੀ ਨੂੰ, ਜਿੱਤੇ ਕਿੰਨੇ ਅਰਬ ਲੋਕ ਰਹਿੰਦੇ ਐ, ਜਿਹੜਾ ਉਹਨੂੰ ਸੰਭਾਲ ਸਕਦਾ, ਉਹਦੇ ਵਾਸਤੇ ਤੈਨੂੰ ਇੱਕ ਨੂੰ ਸੰਭਾਲਣਾ
कोई बड़ी गल नहीं है। बंदा ये सोचे ये पृथ्वी ओदे सहारे चल रही है, ये ग्रह ओदे सहारे चल रहे हैं, तो जे ये सारे ओदे सहारे चल रहे हैं तो इन्हां च कोई विघन नहीं आंदा, कोई रुकावट नहीं आंदी। कदी देखिया कि सूरज कहता होवे हाय अज तां मैनूं रुकावट आ गई तां मैं निकल च ढेर हो गई मैनूं? सो क्या कदी सूरज नूं कहंदे शिकायत करदे आ? नहीं, क्योंकि उन्होंने पता है कि जेड़ा ओदे सहारे चलदा है, ओदी रहमत दे सहारे चलदा, ओदे रास्ते च कोई रुकावट कदी आ ही नहीं सकदी। तो जेड़ा अपने मन दे पिछे लग के चलदा है, ओदे रास्ते 100 रुकावटां आ जांदियां। हुण जे अज इंसान दे जीवन च रुकावट आंदी है, परेशानी आंदी, तो इहदा मतलब किते ना किते बंदा अपने मन दे पिछे लगा होया है। और यही इंसान अगर रुकावटां तो बचना चाहता है तो फिर अपने मालिक ते भरोसा रखे, यकीन रखे कि अपने प्रभु दे विश्वास नाल मैं चल रहा हाँ, और जे मैं ओदे विश्वास नाल चल रहा तो मैनूं यकीन है वो मेरे रास्ते च कदी कोई रुकावट नहीं आण देगा। ये विश्वास ही इंसान दे रास्ते च आण वालियां परेशानियां नूं दूर करदा चला जांदा है, क्योंकि विश्वास दे विच बड़ी ताकत है। तां ही तां दसीदा कि कबीर साहब कहंदे अपनी वाणी दे विच, कबीर साहब दसदे है कि जो तू चाहे हर की कृपा मन विषयों से मोड़। हुण एक आदमी ने कबीर साहब नूं बेनती कीती कि महाराज हरि दी कृपा, ओदी कृपा नूं किद्दां प्राप्त मैं कर सकदा, कोई रस्ता दसो, कोई मार्ग दिखाओ मैनूं कि हरि दी कृपा नूं मैं किद्दां प्राप्त कर सकदा। और शायद कृपा तुसीं भी प्राप्त करना चाहते हो कि प्रभु दी रहमत, ओदी बख्शिश, ओदी कृपा, ओदी मेहर होवे मेरे ते भी। कहंदे ना मेहरां वालिया साईयां, ਉਹ मेहरां वाला है। जे ਅਸੀਂ ਉਹਦੀ ਮਿਹਰ ਚਾਹੁੰਦੇ ਆ, ਉਹਦੀ ਕਿਰਪਾ ਚਾਹੁੰਦੇ ਆ, ਉਹਦੀ ਰਹਿਮਤ ਚਾਹੁੰਦੇ ਆ, ਤਾਂ ਫਿਰ ਕਬੀਰ ਸਾਹਿਬ ਮਾਰਗ ਦੱਸਦੇ ਆ। ਕਿਉਂਕਿ ਸਭ ਤੋਂ ਪਹਿਲੀ ਗੱਲ ਤਾਂ ਯਾਦ ਰੱਖੋ ਕਿ ਉਹਦੀ ਕਿਰਪਾ ਦੀ ਜ਼ਰੂਰਤ ਸਾਨੂੰ ਸਾਰੇ ਨਹੀਂ ਹੁੰਦੀ ਹੈ, ਕਿਉਂਕਿ ਜਿਹੜਾ ਕੰਮ ਉਹਦੀ ਕਿਰਪਾ ਨੇ ਕਰਨਾ ਹੈ ਉਹ ਕੰਮ ਦੁਨੀਆ ਦੀ ਹੋਰ ਕੋਈ ਚੀਜ਼ ਨਹੀਂ ਕਰ ਸਕਦੀ। ਹੁਣ ਜੇ ਸਾਨੂੰ ਸਿਹਤ ਵੀ ਅੱਛੀ ਚਾਹੀਦੀ ਹੈ, ਸਿਹਤ ਵੀ ਸਾਨੂੰ ਅੱਛੀ ਚਾਹੀਦੀ, ਤਾਂ ਅੱਛੀ ਸਿਹਤ ਕਿੱਦਾਂ ਮਿਲਦੀ ਹੈ? ਜ਼ਰਾ ਜਵਾਬ ਦਿਓ ਸਾਨੂੰ। ਅੱਛੀ ਸਿਹਤ ਕਿੱਦਾਂ ਮਿਲਦੀ ਹੈ? ਉਹਦੀ ਕਿਰਪਾ ਦੇ ਨਾਲ। ਨਹੀਂ ਤਾਂ ਜੇ ਬੰਦਾ ਸੋਚੇ ਲੈ ਮੈਨੂੰ ਤਾਂ ਅੱਛੀ ਸਿਹਤ ਮਿਲੀ ਆ ਦਵਾਈ ਖਾਣ ਦੇ ਨਾਲ, ਆ ਡਾਕਟਰ ਦੇ ਕੋਲ ਜਾਣ ਦੇ ਨਾਲ, ਤਾਂ ਹੁਣ ਜ਼ਰਾ ਸੋਚੋ ਕਿ ਡਾਕਟਰ ਵੀ ਕੀ ਕਹਿੰਦੇ ਆ। ਡਾਕਟਰ ਕਹਿੰਦੇ ਭਾਈ ਅਸੀਂ ਦਵਾਈ ਤਾਂ ਦੇ ਸਕਦੇ ਆ, ਪਰ ਠੀਕ ਤੂੰ ਉਹਦੀ ਕਿਰਪਾ ਨਾਲ ਹੀ ਹੋਣਾ, ਤੈਨੂੰ ਠੀਕ ਕਰਨਾ ਮੇਰੇ ਹੱਥ 'ਚ ਨਹੀਂ ਹੈ। ਕਈ ਵਾਰ ਬੰਦਾ ਕਹਿੰਦਾ ਨਾ ਦਵਾਈਆਂ ਬੜੀਆਂ ਖਾਧੀਆਂ, ਮੈਂ ਬੜੇ ਡਾਕਟਰਾਂ ਕੋ ਗਿਆ ਪਰ ਮੇਤੇ ਕੋਈ ਅਸਰ ਹੁੰਦਾ ਹੀ ਨਹੀਂ ਹੈ, ਦਵਾਈ ਮੇਤੇ ਅਸਰ ਹੀ ਨਹੀਂ ਕਰਦੀ, ਕਾਟ ਹੀ ਨਹੀਂ ਕਰਦੀ। ਹੁਣ ਇਹਦਾ ਮਤਲਬ ਦਵਾਈ ਤਾਂ ਲੈ ਲਈ, दवाई तो ले ली तू, डॉक्टरों को जाके अच्छी तो अच्छी दवाई तो खरीद ली, पर हाले वो काम नहीं किया जिहदे नाल ओहदी कृपा मिले। क्योंकि जदों ओहदी कृपा हुंदी है तो याद रखो ओहदी कृपा का मतलब की है कि एक पासे बंदा कहंदा मैं तंदुरुस्ती वास्ते अच्छे तो अच्छे कीमती तो कीमती डॉक्टर को जाके अच्छी तो अच्छी दवाई ले ली पर मैं ठीक नहीं होया, तो दूजे पासे जदों ओहदी कृपा हुंदी है तो बंदा एक छोटी जी गोली भी खा लवे ना, तो छोटी जी गोली भी अपना असर दिखा दिंदी कि बंदे की बीमारी दूर हो जाती। बंदा कहता कमाल की गल, बड़े बड़े डॉक्टरों की दवाई ना फर्क नहीं पिया पर एक गोली ना फर्क पै गया। इत्थों पता लगता है ओहदी कृपा है। जे ओहदी कृपा हो जावे, विश्वास होवे, तो ओहदी कृपा तो यह कर सकती कि इंसान एक चुटकी मिट्टी दी भी चक के विश्वास नाल मूंह च पा लावे ना कि मैनूं यकीन है, भरोसा है अपने रब ते कि मेरे दुख दूर हो जाणगे, तो वह भी मिट्टी दी एक चुटकी उहनूं ठीक कर दिंदी है। इसलिए समझना जरा सारिਆਂ ने। इसलिए डॉक्टर भी अज ये चीज नूं दसदे हैं कि गल विश्वास दी है कि जिन्हां इंसानां दे अंदर विश्वास हुंदा ना, वो कहंदे इहनूं चीनी दी गोली भी दे दिंदे हैं असीं भी, तो ਉਹਦੇ ਨਾਲ भी ठीक हो जाता है। शायद इहनूं प्लेसिबो इफेक्ट कहंदे हैं। जरा गौर करना, क्योंकि ये तो एक्सपेरीमेंट अज साइंस भी कर चुकी है, तुसीं सर्च कर सकते हो प्लेसिबो इफेक्ट के बारे। जरा गौर करना सारे ना, ਉਹਦੇ इफेक्ट बारे तुसीं समझ सकते हो कि डॉक्टरां ने कहते हैं कुछ रोगी जिन्होंने सेम रोग सी उन्होंने टीम बना ली, फर्ज करो उन्होंने बना ली कि 20 ग्रुप, 20 एक बंदियां दा ग्रुप, 20 दूजियां दा। ये सच्ची घटना दस रहे हैं तुहानूं, जो एक्सपेरीमेंट होया कि उन्होंने दोनों ग्रुपां दे मरीजां नूं एक नूं वो दवाई दित्ती जो सचमुच ओहदी बीमारी दी दवाई सी, तां दूजियां नूं सिर्फ चीनी दीयां गोलियां दित्तियां मिठियां, और उन्होंने कहा यह दवाई सब तो अच्छी है ये रोग दी। और वो दसदे आ जो रिजल्ट आया 6 महीनों च, और रिजल्ट यही सी कि जिन्ना वो ठीक होए सी उन्ना ही दूजे मिठिया गोलियां खा के ठीक हो गए। क्योंकि हुण वो जो मिठी गोली खा रहे सी तो उन्होंने पता नहीं सी मिठी गोली है, वो सोच रहे सी मैं दवाई खा रहा। वो कहते ठीक किया उन्होंने विश्वास ने, उन्होंने पॉजिटिव थिंकिंग ने, उन्होंने सोच ने कि मैनू अच्छी दवाई मिल रही है तो मैं ठीक हो जाना है।
ਤਾਂ ਜੇ ਹੁਣ ਚੀਨੀ ਦੀਆਂ ਗੋਲੀਆਂ ਤੇ ਬੰਦਾ ਵਿਸ਼ਵਾਸ ਕਰਕੇ ਉਹਦੇ ਨਾਲ ਠੀਕ ਹੋ ਸਕਦਾ, ਤਾਂ ਰੱਬ ਦੀ ਰਹਿਮਤ ਤਾਂ ਬਹੁਤ ਬੜੀ ਚੀਜ਼ ਹੈ ਜਿਹਦਾ ਗੁਣਗਾਨ ਗੁਰੂ ਰਹਿਬਰ ਸੰਤ ਫਕੀਰ ਕਰਦੇ ਆ ਗਏ ਹੈ ਕਿ ਆਪਣੇ ਰੱਬ ਤੇ ਵਿਸ਼ਵਾਸ ਰੱਖ, ਆਪਣੇ ਰੱਬ ਤੇ ਭਰੋਸਾ ਰੱਖ, ਕਿਉਂਕਿ ਸਭ ਦੁੱਖੋਂ ਦਾ ਔਸ਼ਧ ਨਾਮ। ਆਪਣੇ ਰੱਬ ਤੇ ਯਕੀਨ ਕਰੇਗਾ ਤਾਂ ਸਾਰੇ ਦੁੱਖਾਂ ਦੀ ਦਵਾ ਤਾਂ ਉਹਦੇ ਅੰਦਰ ਹੀ ਹੈ। ਇਸ ਲਈ ਇਨਸਾਨ ਦਾ ਵਿਸ਼ਵਾਸ ਕਿੱਥੇ ਹੈ, ਇਹ ਇਨਸਾਨ ਨੂੰ ਚੈੱਕ ਕਰਨਾ ਪਏਗਾ ਕਿ ਮੇਰਾ ਵਿਸ਼ਵਾਸ ਕਿੱਥੇ ਹੈ। ਇਸ ਲਈ ਕਬੀਰ ਸਾਹਿਬ ਕਹਿੰਦੇ ਜੋ ਤੂੰ ਚਾਹੇ ਹਰ ਕੀ ਕਿਰਪਾ ਮਨ ਵਿਸ਼ਿਆਂ ਸੇ ਮੋੜ। ਜੇ ਹਰੀ ਦੀ ਕਿਰਪਾ ਚਾਹੀਦੀ ਤਾਂ ਧਿਆਨ ਦੇ ਆਪਣੇ ਮਨ ਦੀ ਤਰਫ ਕਿ ਤੇਰਾ ਮਨ ਵਿਸ਼ਿਆਂ 'ਚ ਤਾਂ ਨਹੀਂ ਲੱਗਾ, ਵਿਕਾਰਾਂ 'ਚ ਤਾਂ ਨਹੀਂ ਲੱਗਾ, ਬੁਰਾਈ 'ਚ ਤਾਂ ਨਹੀਂ ਲੱਗਾ। ਜਿੱਦਾਂ ਅਸੀਂ ਤੁਹਾਨੂੰ ਇੱਕ ਸਵਾਲ ਪੁੱਛੀਏ ਜਵਾਬ ਦਵੋਗੇ? ਤਿਆਰ ਹੋ? ਹੁਣ ਜਰਾ ਧਿਆਨ ਦੇਣਾ, ਇਹ ਸਵਾਲ ਸਾਡਾ ਕੀ ਹੈ? ਸਵਾਲ ਸਾਡਾ ਹੈ ਕਿ ਤੁਸੀਂ ਧਾਰਮਿਕ ਹੋ? ਕਿਉਂਕਿ ਅੱਜ ਬੰਦਾ ਕਹਿੰਦਾ ਮੈਂ ਬੜਾ ਧਾਰਮਿਕ ਬੰਦਾ, ਕੀ ਤੁਸੀਂ ਧਾਰਮਿਕ ਹੋ ਜਾਂ ਅਧਾਰਮਿਕ ਹੋ? ਕੀ ਹੋ ਤੁਸੀਂ? ਜਵਾਬ ਤਾਂ ਦੇ ਦਿਓ। ਧਾਰਮਿਕ ਹੋ ਤੁਸੀਂ? ਅੱਛਾ, ਕਿਹੜਾ ਕਿਹੜਾ ਮੰਨਦਾ ਮੈਂ ਧਾਰਮਿਕ ਹਾਂ? ਜਰਾ ਹੁਣ ਗੌਰ ਕਰ, ਬਾਕੀ ਸਾਰੇ ਅਧਾਰਮਿਕ ਹੀ ਬੈਠੇ। ਸੋ ਇਨਸਾਨ ਨੂੰ ਅਗਰ ਪੁੱਛਿਆ ਜਾਵੇ ਤਾਂ ਇਨਸਾਨ ਕਹਿੰਦਾ ਮੈਂ ਧਾਰਮਿਕ ਹਾਂ, ਪਰ ਅਸੀਂ ਕਹਾਂਗੇ ਕਿ ਤੁਸੀਂ ਧਾਰਮਿਕ ਹੋ? ਧਾਰਮਿਕਤਾ ਦਾ ਮਤਲਬ ਕੀ ਹੈ? ਧਾਰਮਿਕ ਕਹਿੰਦੇ ਕਿਹਨੂੰ ਹੈ? ਹੁਣ ਕੀ ਧਾਰਮਿਕਤਾ ਦਾ ਮਤਲਬ ਇਹ ਹੈ ਕਿ ਮੰਦਰ ਗਏ, ਘੰਟੀ ਵਜਾਈ, ਪੂਜਾ ਕੀਤੀ, ਨਾਰੀਅਲ ਫੋੜਿਆ ਤਾਂ ਮੈਂ ਧਾਰਮਿਕ ਹੋ ਗਿਆ, ਜਾਂ ਮੈਂ ਮਸਜਿਦ ਗਿਆ, ਨਮਾਜ਼ ਪੜ੍ਹੀ, ਅਜ਼ਾਨ ਦਿੱਤੀ, ਅਜ਼ਾਨ ਸੁਣੀ, ਮੈਂ ਧਾਰਮਿਕ ਹੋ ਗਿਆ, ਜਾਂ ਮੈਂ ਪੂਜਾ ਪਾਠ ਕਰ ਰਿਹਾ, ਤੀਰਥਾਂ ਤੇ ਜਾ ਰਿਹਾ ਤਾਂ ਮੈਂ ਧਾਰਮਿਕ ਹੋ ਗਿਆ, ਜਾਂ ਮੈਂ ਮੱਕੇ ਹੱਜ ਕਰਨ ਜਾ ਰਿਹਾ ਮੈਂ ਧਾਰਮਿਕ ਹੋ ਗਿਆ? ਕਿਹੜੀ ਚੀਜ਼ ਨੂੰ ਅਸੀਂ ਧਾਰਮਿਕਤਾ ਕਹਿੰਦੇ ਹਾਂ? ਕੀ ਇਹ ਧਾਰਮਿਕਤਾ ਹੈ ਕਿ ਮੰਦਰ ਜਾ ਕੇ ਪੂਜਾ ਕਰ ਲਈ, ਹਵਨ ਕਰ ਲਿਆ, ਯੱਗ ਕਰ ਲਿਆ, ਜਾਂ ਮਸਜਿਦ ਜਾ ਕੇ ਨਮਾਜ਼ ਪੜ੍ਹ ਲਈ ਮੈਂ ਧਾਰਮਿਕ ਹੋ ਗਿਆ? ਕੀ ਇਹ ਹੈ ਧਾਰਮਿਕਤਾ? ਨਹੀਂ, ਇਹ ਧਾਰਮਿਕਤਾ ਨਹੀਂ ਹੈ। ਧਾਰਮਿਕਤਾ ਦਾ ਮਤਲਬ ਹੈ, ਸਹੀ ਮਾਇਨੇ 'ਚ ਧਾਰਮਿਕ ਉਹ ਹੈ ਜਿਹਦੇ ਅੰਦਰ ਪ੍ਰੇਮ ਹੋਵੇ, ਜਿਹਦੇ ਅੰਦਰ ਕਰੁਣਾ ਹੋਵੇ, ਜਿਹਦੇ ਅੰਦਰ ਦਇਆ ਹੋਵੇ, ਜਿਹਦੇ ਅੰਦਰ ਸ਼ਾਂਤੀ ਹੋਵੇ, ਆਨੰਦ ਹੋਵੇ। ਕਿਉਂਕਿ ਧਰਮ ਦਾ ਮਤਲਬ ਹੈ ਧਾਰਨ ਕਰਨਾ। ਜਦੋਂ ਅਸੀਂ ਸ਼ਾਂਤੀ ਨੂੰ ਧਾਰਨ ਕਰ ਲੈਂਦੇ ਹਾਂ, ਜਦੋਂ ਪ੍ਰੇਮ ਨੂੰ ਧਾਰਨ ਕਰ ਲੈਂਦੇ ਹਾਂ, ਜਦੋਂ ਨਿਮਰਤਾ ਨੂੰ ਧਾਰਨ ਕਰ ਲੈਂਦੇ ਹਾਂ, ਜਦੋਂ ਅੱਛਾਈ ਨੂੰ ਧਾਰਨ ਕਰ ਲੈਂਦੇ ਹਾਂ, ਤਾਂ ਫਿਰ ਅਸੀਂ ਬਣਦੇ ਹਾਂ ਧਾਰਮਿਕ। ਸਿਰਫ ਮੰਦਰ 'ਚ ਘੰਟੀਆਂ ਵਜਾਉਣ ਨਾਲ ਬੰਦਾ ਧਾਰਮਿਕ ਨਹੀਂ ਹੋ ਸਕਦਾ। ਜਰਾ ਸਮਝਣਾ ਸਾਰਿਆਂ ਨੇ। ਮੰਦਰ 'ਚ ਜਾ ਕੇ ਪੂਜਾ ਕਰ ਲਈ, ਪਰ ਬਾਹਰ ਨਿਕਲ ਕੇ ਲੋਕਾਂ ਨਾਲ ਲੜਨਾ ਸ਼ੁਰੂ ਕਰ ਦਿੱਤਾ, ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ, ਤਾਂ ਫਿਰ ਉਹ ਧਾਰਮਿਕਤਾ ਹੈ? ਫਿਰ ਕਾਹਦੀ ਧਾਰਮਿਕਤਾ ਰਹਿ ਗਈ? ਫਿਰ ਕਾਹਦਾ ਧਰਮ ਰਹਿ ਗਿਆ? ਇਸੇ ਲਈ ਤਾਂ ਕਿਹਾ ਕਿ ਧਰਮ ਨਾ। ਜਰਾ ਹੁਣ ਗੌਰ ਕਰਨਾ, ਇੱਥੇ ਦੱਸਿਆ ਗਿਆ ਹੈ ਕਿ ਧਰਮ ਨਾ ਹਿੰਦੂ ਬੌਧ ਹੈ, ਧਰਮ ਨਾ ਮੁਸਲਿਮ ਜੈਨ। ਕਿ ਬੰਦਾ ਜੇ ਸੋਚੇ ਮੈਂ ਹਿੰਦੂ ਹੋ ਗਿਆ ਮੈਂ ਧਰਮ, ਮੈਂ ਬੌਧ ਹੋ ਗਿਆ ਤਾਂ ਮੈਂ ਧਾਰਮਿਕ ਹੋ ਗਿਆ, ਮੈਂ ਜੈਨ ਬਣ ਗਿਆ ਤਾਂ ਮੈਂ ਧਾਰਮਿਕ ਹੋ ਗਿਆ, ਮੁਸਲਮਾਨ ਹੋ ਗਿਆ ਤਾਂ ਮੈਂ ਧਾਰਮਿਕ ਹੋ ਗਿਆ। ਧਰਮ ਨਾ ਹਿੰਦੂ ਬੌਧ ਹੈ, ਧਰਮ ਨਾ ਮੁਸलिम जैन, धर्म है चित्त की शुद्धता, धर्म शांति सुख चैन। ये धर्म की है कि धर्म ਤਾਂ ਇਨਸਾਨ ਦੇ ਅੰਦਰ ਦੀ ਸ਼ੁੱਧਤਾ ਹੈ। ਜਦੋਂ ਇਨਸਾਨ ਦਾ ਹਿਰਦਾ ਸ਼ੁੱਧ ਹੋ ਗਿਆ, ਸ਼ੁੱਧਤਾ ਦਾ ਮਤਲਬ ਹੈ ਹੁਣ ਮੇਰੇ ਦਿਲ 'ਚ ਕਿਸੇ ਵਾਸਤੇ ਨਫ਼ਰਤ ਨਹੀਂ ਰਹਿ ਗਈ, मेरे दिल च कोई बुराई नहीं रह गई, मेरे दिल च अहंकार नहीं रह गया, मेरे अंदर क्रोध नहीं रह गया, मेरे अंदर ईर्खा द्वेष नहीं रह गया, मेरे अंदर हुण निमरता आ गई, प्यार आ गया, शांति आ गई, सरबत दे भले दी कामना आ गई, मेरा हिरदा हुण शुद्ध है, साफ है। तो ऐसा इंसान ही सही मानिया च धार्मिक है। नहीं तो मंदिरां च जाके सिर्फ पूजा करन दे नाल या वर्त रखण नाल, रोजे रखण नाल या होर इंसान कर्म करदा रवे तां ओहदे नाल धर्म दा कोई लिंक नहीं है। धार्मिकता आंदी है साडे गुणां दे नाल। हुण जरा सोचो तुसीं कि एक डब्बे दे उपर लिखिया होवे सेव, पर तुसीं डब्बा खोल के देखदे हो ओहदे चों निकलदे आलू, तां तुसीं की कहना है? सेव समझ के खा जाने है तुसीं कि लै भी आ सेव ही है, क्योंकि डब्बे ते लिखिया सेव है तां मैं इहनूं सेव दी तरह कट कट के स्वाद ना खाना है। तुसीं कहना की मूर्खता है, ਉਹ ਲਿਖਿਆ ਸੇਵ ਹੈ ਤਾਂ ਰੱਖੇ ਆਲੂ, ਇਹ ਕੀ ਪਾਗਲ ਬਣਾ ਰਹੇ ਹੋ ਸਾਨੂੰ? ਤਾਂ ਜਰਾ ਹੁਣ ਸੋਚੋ, ਉੱਥੇ ਤਾਂ ਸਾਨੂੰ ਗੁੱਸਾ ਆਉਂਦਾ ਹੈ, ਉੱਥੇ ਤਾਂ ਬੰਦਾ ਕਹਿੰਦਾ ਕੀ ਪਾਗਲ ਬਣਾ ਰਹੇ ਹੋ। ਤਾਂ ਜਦੋਂ ਕੋਈ ਇਨਸਾਨ ਬਾਹਰੋਂ ਕਹਿੰਦਾ ਮੈਂ ਬੜਾ ਧਾਰਮਿਕ, ਪਰ ਅੰਦਰ ਉਹਦੇ ਕ੍ਰੋਧ ਹੋਵੇ, ਅੰਦਰ ਉਹਦੇ ਨਫ਼ਰਤ ਹੋਵੇ, ਅੰਦਰ ਬੈਰ ਵਿਰੋਧਤਾ ਹੋਵੇ, ਤਾਂ ਬੰਦਾ ਉੱਥੇ ਵੀ ਕਵੇ ਆ ਕੀ ਮੂਰਖਤਾ ਕਰ ਰਿਹਾ ਭਾਈ, ਤੂੰ ਕੀ ਸਾਨੂੰ ਮੂਰਖ ਬਣਾ ਰਿਹਾ? ਆਪ ਕੋਈ ਧਾਰਮਿਕਤਾ? ਉੱਪਰ ਨਾਮ ਤਾਂ ਲਿਖਿਆ ਸੇਵ, ਪਰ ਵਿੱਚ ਤੇਰੇ ਭਰੇ ਆਲੂ। ਜੇ ਡੱਬੇ ਤੇ ਸੇਵ ਹੈ ਤਾਂ ਉਹਦੇ ਅੰਦਰ ਸੇਵ ਹੋਣੇ ਚਾਹੀਦੇ। ਜੇ ਉੱਪਰ ਅਸੀਂ ਮੰਨਦੇ ਹਾਂ ਕਿ ਮੈਂ ਧਾਰਮਿਕ ਹਾਂ, ਤਾਂ ਮੇਰੇ ਅੰਦਰ ਵੀ ਉਹ ਧਰਮ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹੈ, ਕਿਉਂਕਿ ਧਾਰਮਿਕਤਾ ਦਾ ਮਤਲਬ ਪ੍ਰੇਮ ਹੈ, ਅੱਛਾਈ ਹੈ, ਸੱਚਾਈ ਹੈ, ਨਿਮਰਤਾ ਹੈ,
शांति है, आनंद है। अगर ये चीज़ां साडे अंदर नहीं है, माड़ी माड़ी गल ते असीं क्रोध करते हैं, माड़ी माड़ी गल ते दूजिਆਂ ਨੂੰ बुरा बोलते हैं, माड़ी माड़ी गल ते झगड़े करते हैं, निंदिया करते हैं, चुगली करते हैं, ठगी करते हैं, चोरी करते हैं, नशे करते हैं, तो बाहरों असीं जिन्ना मर्जी लेवल ला लईए, मैं हिंदू, मैं मुसलमान, मैं ये मैं वो सारियां फिर असीं कहांगे दिखावे दीयां गल्लां आ। इसलिए दिखावे च जिहड़ा इंसान पै जांदा है वो कभी भी परमात्मा तक नहीं पहुंचता, क्योंकि परमात्मा नूं मतलब नहीं है डब्बे ते की लिखिया है, परमात्मा ने तो यह देखना तेरे अंदर की है। बोलो समझदे हो कि नहीं? इसलिए अंदर है प्रेम, अंदर है निम्रता, अंदर है शांति, तो फिर परमात्मा खुश। बाहरों कपड़े जो मर्जी हो, बाहरों धर्म नाल परमात्मा नूं, नावां नाल कोई परमात्मा नूं मतलब नहीं है। हुण जरा तुसीं एक जवाब देना सानूं कि एक आदमी तुरिया आ रहा है, जदों आदमी तुरिया आ रहा इधरों तुसीं जा रहे हो, ਜਦੋਂ ਤੁਹਾਡੇ ਨਾਲ ਉਹਦੀ ਮੁਲਾਕਾਤ ਹੁੰਦੀ ਹੈ, ਉਹ ਤੁਹਾਨੂੰ ਪ੍ਰੇਮ ਨਾਲ ਬੁਲਾਉਂਦਾ ਹੈ, ਹੱਥ ਜੋੜ ਕੇ ਇੱਜ਼ਤ ਨਾਲ ਬੁਲਾਉਂਦਾ ਹੈ, ਤੁਹਾਡਾ ਹਾਲ ਚਾਲ ਪੁੱਛਦਾ ਹੈ, ਜਾਂ ਤੁਹਾਡੀ ਕੋਈ ਸੇਵਾ ਕਰਦਾ ਹੈ, ਤੁਹਾਨੂੰ ਕੁਝ ਖਾਣ ਪੀਣ ਨੂੰ ਦਿੰਦਾ ਹੈ, ਫਿਰ ਤੁਸੀਂ ਚਲੇ ਜਾਂਦੇ ਹੋ ਅੱਗੇ, ਤਾਂ ਤੁਹਾਡੇ ਮਨ 'ਚ ਉਹਦੀ ਛਵੀ ਕੀ ਬਣਦੀ ਹੈ? ਜਵਾਬ ਦਿਓ ਸਾਨੂੰ। ਤੁਸੀਂ ਕਹਿਣਾ ਕਿੰਨਾ ਅੱਛਾ ਬੰਦਾ ਹੈ, ਹਾਲਾਂਕਿ ਤੁਹਾਨੂੰ ਨਹੀਂ ਪਤਾ ਇਹਦਾ ਧਰਮ ਕੀ ਹੈ, ਇਹਦੀ ਜਾਤ ਕੀ ਹੈ, ਇਹਦਾ ਨਾਮ ਕੀ ਹੈ। ਤੁਸੀਂ ਨਹੀਂ ਪੁੱਛਿਆ ਉਹਨੂੰ, ਭਾਈ ਤੂੰ ਕੌਣ ਹੈ, ਸਿੰਘ ਹੈ, ਖਾਨ ਹੈ, ਪੰਡਿਤ ਹੈ, ਸ਼ਰਮਾ ਹੈ, ਕੌਣ ਹੈ ਤੂੰ? ਤੁਸੀਂ ਉਹਨੂੰ ਅੱਛਾ ਮੰਨ ਲਿਆ ਸਿਰਫ ਉਹਦੇ ਸੁਭਾਅ ਨੂੰ ਦੇਖ ਕੇ, ਉਹਦੀ ਬੋਲ ਬਾਣੀ ਨੂੰ ਦੇਖ ਕੇ। ਬੋਲੋ ਸਮਝਦੇ ਹੋ ਕਿ ਨਹੀਂ? ਤੁਸੀਂ ਉਹਦੀ ਕਰਨੀ ਦੇਖੀ, ਉਹਦੀ ਅੱਛਾਈ ਦੇਖੀ, ਤਾਂ ਤੁਹਾਡੀਆਂ ਨਜ਼ਰਾਂ 'ਚ ਉਹਦੀ ਛਵੀ ਬਣ ਗਈ ਅੱਛੀ। ਹੁਣ ਇੱਕ ਹੋਰ ਬੰਦਾ ਆ ਰਿਹਾ ਹੈ, ਤੁਹਾਨੂੰ ਪਤਾ ਇਹਦੀ ਜਾਤ ਕੀ, ਇਹਦਾ ਧਰਮ ਕੀ, ਇਹਦਾ ਨਾਮ ਕੀ ਹੈ, ਪਰ ਉਹ ਆਂਦੇ ਹੀ ਤੁਹਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਹੈ, ਤੁਹਾਨੂੰ ਬੁਰਾ ਬੋਲਣਾ ਸ਼ੁਰੂ ਕਰ ਦਿੰਦਾ ਹੈ। ਤਾਂ ਤੁਸੀਂ ਕੀ ਕਹਿੰਦੇ ਹੋ? ਤੁਸੀਂ ਇਹ ਥੋੜੀ ਕਹਿੰਦੇ ਹੋ ਇਹ फलाना आदमी है भाई, ਇਹਦਾ ਆ ਧਰਮ ਹੈ, ਇਹਦੇ ਧਰਮ ਦੇ ਪੀਰ ਪੈਗੰਬਰ ਔਲੀਆ ਅਵਤਾਰ ਗੁਰੂ ਰਹਿਬਰ ਤਾਂ ਬੜੇ ਚੰਗੇ ਸੀ, ਤੇ ਇਹ ਵੀ ਉਹ ਧਰਮ ਨਾਲ ਜੁੜਿਆ ਹੈ, ਇਸ ਲਈ ਬੰਦਾ ਚੰਗਾ। ਤੁਸੀਂ ਕਹਿੰਦੇ ਨਹੀਂ, ਇਹਦੀ ਕਰਨੀ ਮਾੜੀ ਹੈ, ਗੁਰੂ ਤਾਂ ਅੱਛੇ ਸੀ, ਪੀਰ ਫਕੀਰ ਤਾਂ ਅੱਛੇ ਸੀ, ਇਹਦੀ ਕਰਨੀ ਮਾੜੀ, ਬੰਦਾ ਮਾੜਾ ਹੈ। ਇੱਥੋਂ ਕੀ ਪਤਾ? ਜੇ ਅਸੀਂ ਇੰਨੀ ਸਮਝ ਰੱਖਦੇ ਹਾਂ ਕਿ ਬੰਦੇ ਦੀ ਕਰਨੀ ਤੋਂ ਜਾਣ ਲੈਂਦੇ ਹਾਂ ਅੱਛਾ ਹੈ ਜਾਂ ਮਾੜਾ, ਤਾਂ ਫਿਰ परमात्मा कोई बेवकूफ है कि जिहड़ा वो साडे बाहरले नामां नूं देख के, धर्मां नूं देख के भुलेखे च आ जाएगा? नहीं, वो भी बड़ा समझदार है। ਉਹਨੂੰ ਵੀ ਸਾਡੇ ਨਾਮਾਂ ਨਾਲ, ਪਹਿਰਾਵੇ ਨਾਲ, ਸਾਡੇ ਬਾਹਰ ਨਾਲ ਕੋਈ ਮਤਲਬ ਨਹੀਂ ਹੈ। ਉਹ ਪ੍ਰਭੂ ਵੀ ਦੇਖਦਾ ਹੈ। ਅੱਜ ਬੰਦਾ ਕਰ ਹੀ ਰਿਹਾ ਹੈ, ਜਿੱਦਾਂ ਗੁਰਬਾਣੀ 'ਚ ਵੀ ਆਇਆ ਨਾ ਕਿ ਮਾਥੇ ਤਿਲਕ ਹੱਥ ਮਾਲਾ ਬਾਣਾ, ਲੋਗੋਂ ਨੇ ਰਾਮ ਖਿਲਾਉਣਾ ਜਾਣਾ। ਗੁਰੂਆਂ ਨੇ ਇਸ਼ਾਰਾ ਕੀ ਕੀਤਾ? ਅੱਜ ਬੰਦੇ ਨੇ ਤਾਂ ਰੱਬ ਨੂੰ ਖਿਲਾਉਣਾ ਹੀ ਸਮਝ ਲਿਆ ਹੈ ਕਿ ਮੈਂ ਇਦਾਂ ਕਰਕੇ ਚਲਾ ਜਾਊਂ ਤਾਂ ਰੱਬ ਮੰਨ ਜਾਏਗਾ। पर नहीं, रब नूं इन्ना असी खिलौने की तरह ना समझिए, इन्नी नीवी सोच ना समझिए कि साडे पहरावे नूं देख के वो भुलेखे च आ जाएगा। नहीं, वो तो समझदार है, उन्हें भी साडे अंदरली करनी नूं देखना, इसलिए अपनी करनी ते जोर दो। ताही कबीर साहब कहते जो तू चाहे हर की कृपा मन विषयों से मोड़। और अगली लाइन च की कहते हैं, कहे कबीर सतसंग में आके चित सिमरन से जोड़। वो कहते जे प्रभु की कृपा चाहिए है तो विषय विकारां तो मन नूं मोड़ और अपने चित्त नूं सिमरन दे नाल जोड़। क्योंकि जदों तू सिमरन नाल जुड़ेगा, अच्छाई नाल जुड़ेगा, निम्रता नाल जुड़ेगा, प्रेम नाल जुड़ेगा, तेरे अंदर शांति आएगी, तो फिर तू बनेगा सच्चा धार्मिक, फिर परमात्मा तेरे नेड़े आएगा। ताही तो ऐसी एक शेर कहीदा है कि मैं खाने में बैठा हर शख्स, मैं खाने में बैठा हर शख्स शराबी नहीं होता। मैं खाने में बैठा हर शख्स शराबी नहीं होता, मस्जिद में बैठा हर शख्स नमाजी नहीं होता। जिसके दिल में ना हो प्रेम की शम्मा रोशन, उससे खुदा कभी राजी नहीं होता। ये समझ लेना सारे। ये बंदा हुण सोच लवे ओ बंदा शराब खाने च बैठा शराबी होना, तो की पता वो अपने बाप नूं लैण गया होवे ਜਾਂ ਕਿਸੇ ਨੂੰ ਲੈਣ ਹੀ ਗਿਆ ਹੋਵੇ, ਉੱਦਾਂ ਹੀ ਬੈਠਾ ਹੋਵੇ, ਸਮਝਾਣ ਹੀ ਗਿਆ ਹੋਵੇ। ਜਿੱਦਾਂ ਕਹਿੰਦੇ ਨਾ ਜੀਸਸ ਕ੍ਰਾਈਸਟ ਜਦੋਂ ਸਮਝਾਣ ਗਏ ਸ਼ਰਾਬੀਆਂ ਨੂੰ, ਤਾਂ ਸ਼ਰਾਬੀਆਂ 'ਚ ਜਾ ਕੇ ਬਹਿ ਗਏ। ਪੜ੍ਹ ਕੇ ਦੇਖਣੀ ਉਹਦੇ ਜੀਵਨ ਦੀ ਕਥਾ। ਸ਼ਰਾਬੀਆਂ 'ਚ ਜਾ ਕੇ ਬਹਿ ਗਏ, ਤਾਂ ਉਸ ਲਈ ਇੱਕ ਉਹਨਾਂ ਦੇ ਸੇਵਕ ਨੇ ਕਿਹਾ ਕਿ ਮਹਾਰਾਜ ਤੁਸੀਂ ਸ਼ਰਾਬੀਆਂ 'ਚ ਜਾ ਕੇ ਕਿਉਂ ਬਹਿ ਗਏ? ਤਾਂ ਉਸ ਵੇਲੇ ਜੀਸਸ ਕ੍ਰਾਈਸਟ ਕਹਿੰਦੇ ਕਿਉਂਕਿ ਮੈਂ ਇਹਨਾਂ ਦੇ ਜੀਵਨ ਨੂੰ ਬਦਲਣਾ ਹੈ, ਇਹਨਾਂ ਨੇ ਮੇਰੇ ਕੋਲ ਆਣਾ ਨਹੀਂ, ਇਸ ਲਈ ਮੈਨੂੰ ਇਹਨਾਂ ਕੋਲ ਆਣਾ ਪਿਆ। ਜਰਾ ਹੁਣ ਸਮਝੋ। ਉਹ ਕਹਿੰਦੇ ਜੇ ਤੁਸੀਂ ਸ਼ਰਾਬੀਆਂ ਨੂੰ ਕਹੋਗੇ ਕਿ ਚੱਲ ਮੇਰੇ ਪ੍ਰਭੂ ਦੇ ਕੋਲ, ਚੱਲ ਮੇਰੇ ਸਤਿਗੁਰ ਦੇ ਕੋਲ, ਤਾਂ ਉਹਨਾਂ ਨੇ ਕਹਿਣਾ ਅਸੀਂ ਕਿ ਉੱਥੇ ਜਾਈਏ, ਅਸੀਂ ਤਾਂ ਠੇਕੇ ਜਾਣਾ। ਉਹਨਾਂ ਨੇ ਤਾਂ ਉੱਥੇ ਆਣਾ ਨਹੀਂ। ਇਸ ਲਈ
ਜੇ ਇੱਕ ਮਰੀਜ਼ ਇੰਨਾ ਬਿਮਾਰ ਹੈ, ਉਹ ਡਾਕਟਰ ਕੋ ਨਹੀਂ, ਵੈਦ ਕੋ ਨਹੀਂ ਜਾ ਸਕਦਾ, ਤਾਂ ਵੈਦ ਸਮਝਦਾਰ ਹੁੰਦਾ ਤਾਂ ਆਪ ਮਰੀਜ਼ ਦੇ ਕੋਲ ਚਲਾ ਜਾਂਦਾ ਹੈ। ਹੁਣ ਜੇ ਜੀਸਸ ਕ੍ਰਾਈਸਟ ਉੱਥੇ ਜਾ ਕੇ ਬਹਿ ਗਏ ਤਾਂ ਕੋਈ ਕਹਿੰਦਾ ਇਹ ਵੀ ਸ਼ਰਾਬੀ, ਤਾਂ ਫਿਰ ਤਾਂ ਉਹਦੀ ਕਹਿਣ ਵਾਲੇ ਦੀ ਮੂਰਖਤਾ ਹੋਣੀ ਸੀ, ਕਿਉਂਕਿ ਉਹ ਉੱਥੇ ਗਏ ਜ਼ਰੂਰ, ਬੈਠੇ ਜ਼ਰੂਰ, ਪਰ ਉਹਨਾਂ ਦਾ ਨਜ਼ਰੀਆ ਕੀ ਸੀ? ਇੱਕ ਜਾਂਦਾ ਪੀਣ ਵਾਸਤੇ ਔਰ ਇੱਕ ਜਾਂਦਾ ਹੈ ਪੀਂਦਿਆਂ ਦੀ ਛੁਡਾਉਣ ਵਾਸਤੇ, ਜੀਵਨ ਨੂੰ ਬਦਲਣ ਵਾਸਤੇ। ਹੁਣ ਗੱਲ ਤਾਂ ਸਾਰੀ ਸਾਡੀ ਨੀਅਤ ਦੀ ਹੈ ਨਾ, ਬੋਲੋ ਸਮਝਦੇ ਹੋ ਕਿ ਨਹੀਂ? ਇੱਕ ਬੰਦਾ ਕਹਿੰਦਾ ਮੈਂ ਜਾ ਕੇ ਜੂਆ ਘਰ 'ਚ ਜੂਆ ਖੇਡਣਾ ਹੈ, ਉਹ ਇਸ ਨੀਅਤ ਨਾਲ ਜਾਂਦਾ, ਉਹ ਗੁਨਾਹਗਾਰ ਹੈ। ਤੇ ਇੱਕ ਬੰਦਾ ਕਹਿੰਦਾ ਮੈਂ ਜਾ ਕੇ ਇਹ ਜੂਆ ਘਰ ਨੂੰ ਤਾਲਾ ਲਾਣਾ ਹੈ, ਜਾਂਦਾ ਉਹ ਵੀ ਜੂਆ ਘਰ 'ਚ ਹੈ, ਜੂਆ ਘਰ ਨੂੰ ਬੰਦ ਕਰਨ ਵਾਸਤੇ। ਪਰ ਉਹਦੀ ਜਾਣ ਦੀ ਔਰ ਦੂਜੇ ਦੇ ਜਾਣ ਦੀ ਨੀਅਤ ਵਿੱਚ ਦੇਖੋ ਕਿੰਨਾ ਫਰਕ ਹੈ। ਔਰ ਜਿੱਦਾਂ ਦੀ ਨੀਅਤ ਲੈ ਕੇ ਜਾਵਾਂਗੇ ਫਲ ਵੀ ਸਾਨੂੰ ਉਦਾਂ ਦਾ ਹੀ ਮਿਲਣਾ ਹੈ। इसलिए मैं खाने में बैठा हर शख्स शराबी नहीं होता और मस्जिद में बैठा हर शख्स नमाजी नहीं होता। ਹੁਣ ਕਈ ਵਾਰ ਬੰਦਾ ਮਸਜਿਦ ਦੇਖਣ ਚਲਾ ਜਾਂਦਾ ਹੈ ਕਿ ਲੈ ਵੀ ਦੇਖ ਕੇ ਆਈਏ ਬੜੀ ਸੋਹਣੀ ਹੈ, ਤਾਂ ਹੁਣ ਉੱਥੇ ਜਾ ਕੇ ਬਹਿ ਗਏ ਤਾਂ ਕੀ ਤੁਸੀਂ ਨਮਾਜੀ ਬਣ ਗਏ? ਨਹੀਂ ਹੋ ਸਕਦਾ ਘਰ ਆ ਕੇ ਬੰਦਾ ਬੋਤਲ ਦਾ ਢੱਕਣ ਖੋਲ ਕੇ ਸ਼ਰਾਬ ਪੀਵੇ, ਅੱਜ ਬੜਾ ਘੁੰਮ ਕੇ ਆ, ਥੱਕ ਗਿਆ, ਹੁਣ ਲਾ ਲਾ ਮੈਂ ਨਸ਼ਾ ਪੀ ਲਾ, ਮੈਂ ਲਾ ਲਾ ਮੈਂ ਥਕਾਵਟ। ਹੁਣ ਇਹਦਾ ਮਤਲਬ ਅਸੀਂ ਦੱਸਣਾ ਕੀ ਚਾਹੁੰਦੇ ਕਿ ਗੱਲ ਬਾਹਰ ਦੀ ਨਹੀਂ ਕਿ ਬਾਹਰ ਤੁਸੀਂ ਕਿੱਥੇ ਬੈਠੇ ਹੋ, ਗੱਲ ਤੁਹਾਡੀ ਅੰਦਰ ਦੀ ਹੈ ਕਿ ਤੁਹਾਡੀ ਨੀਅਤ ਕੀ ਹੈ, ਤੁਹਾਡਾ ਨਜ਼ਰੀਆ ਕੀ ਹੈ। ਪਰਮਾਤਮਾ ਸਰੀਰ ਨੂੰ ਨਹੀਂ ਦੇਖਦਾ ਸ਼ਰਾਬਖਾਨੇ 'ਚ ਬੈਠਾ ਜਾਂ ਮਸਜਿਦ 'ਚ ਬੈਠਾ ਹੈ, ਮੰਦਿਰ 'ਚ ਬੈਠਾ, ਕਿੱਥੇ ਬੈਠਾ ਹੈ। ਪਰਮਾਤਮਾ ਨੂੰ ਮਤਲਬ ਹੈ ਸਾਡੀ ਨੀਅਤ ਨਾਲ, ਸਾਡੀ ਸੋਚ ਨਾਲ, ਕਿ ਸਾਡੀ ਸੋਚ ਕੈਸੀ ਹੈ। ਹੁਣ ਅਗਰ ਅਸੀਂ ਕਿਤੇ ਵੀ ਬੈਠੇ ਹੋਈਏ, ਜੇ ਬੰਦਾ ਕਹੇ ਮੈਂ ਤਾਂ 24 ਘੰਟੇ ਮਸਜਿਦ 'ਚ ਰਹਿੰਦਾ, ਮੈਂ 24 ਘੰਟੇ ਮੰਦਿਰ 'ਚ ਰਹਿੰਦਾ ਹਾਂ, ਤਾਂ ਜਿसके दिल में ना हो प्रेम की शम्मा रोशन उस शख्स से खुदा कभी राजी नहीं होता। बैठो 24 घंटे मंदिर, बैठो 24 घंटे मस्जिद, पर जे तुहाडे अंदर प्रेम ही नहीं है तो रब ने कभी राजी नहीं होना, क्योंकि जिन प्रेम कियो तिन ही प्रभ पायो। इसलिए प्रभु नूं पाउण वास्ते अंदर प्रेम दा होना जरूरी है। इसलिए कबीर साहब कहते कि संतां दी संगत विच बैठ के चित सिमरन से जोड़, कि प्रभु दे सिमरन नाल मन जोड़, फिर तेरे जीवन च खुशियां आनियां है, फिर तेरे जीवन च आनंद आना है। तो जे सिमरन नूं छड्ड के, सच्चे संतां गुरुआं रहबरां नूं छड्ड के तू उन्हां मगर तुर पिया जो तैनूं ग्रहां दे चक्कर च पाई जांदे, जो तैनूं एवें भरमां भुलेखिਆਂ 'ਚ पाई जांदे, जो तैनूं छोटे छोटे टोटके दसदे रहिंदे है, क्योंकि टोटके दसण वाले बहुत है लुधियाणी तो खास करके। मतलब समझदे हो कि नहीं? लुधियाणी तो बड़े देखिया कि दुकाना किते रोड ते निकल जी, कई दुकाना, कई बड़े बड़े बैनर लगे हुए है, आओ आ काले इलम नाल कीता जांदा है, आ काम कीता जांदा है। हुण जरा गौर करना, हुण ऐसे इंसानां मगर जदों इंसान लग जाता है तो जिंदगी बर्बाद कर लैंदा है और प्रभु दीयां रहमतां तो भी दूर हो जाता है। क्योंकि जिहड़े सच्चे संत फकीर गुरु रहबर है वो सानू सीधा वो शक्तिशाली परमात्मा नाल जोड़दे है। क्योंकि इत्थे कबीर साहब ने कहा जो तू चाहे हर की कृपा मन विषयों से मोड़। उन्होंने विषयों तो मन मोड़न नूं कहा, उन्होंने ये नहीं कहा आ जाके फलानी अंगूठी पा लै, आ जाके फलाना आ काम कर दे। ਹੁਣ ਕਈ ਕਹਿਣਗੇ ਪਿੱਪਲ ਨੂੰ ਪਾਣੀ ਪਾ ਦੇ, ਜਾ ਕੇ ਪਿੱਪਲ ਦੇ ਥੱਲੇ ਦੀਵਾ ਰੱਖ ਦੇ, ਆ ਫਲਾਨਾ ਕੰਮ ਇਦਾਂ ਕਰਦੇ, ਚੁਰਾਹੇ ਚ ਇਦਾਂ ਕਰਦੇ। ਤਾਂ ਜ਼ਰਾ ਤੁਸੀਂ ਪੜ੍ਹ ਕੇ ਦੇਖੋ ਗੁਰੂਆਂ ਰਹਿਬਰਾਂ ਸੰਤਾਂ ਫਕੀਰਾਂ ਦੇ ਕਲਾਮ, ਉਹਨਾਂ ਦੀ ਬਾਣੀ, ਕਿਤੇ ਉਹਨਾਂ ਨੇ ਜ਼ਿਕਰ ਕੀਤਾ ਇਹਦਾ? ਜਰਾ ਗੌਰ ਕਰੋ, ਕਿਤੇ ਗੁਰਬਾਣੀ ਅੰਦਰ, ਕੁਰਾਨ ਅੰਦਰ, ਗੀਤਾ ਅੰਦਰ, ਬਾਈਬਲ ਦੇ ਅੰਦਰ ਜਾਂ ਹੋਰ ਧਾਰਮਿਕ ਸ਼ਾਸਤਰ ਹੈ ਉਹਨਾਂ ਅੰਦਰ ਕਿਤੇ ਆਇਆ ਹੈ कि भाई तू आ टोटका इदा करेगा तो फिर शनि ने राजी हो जाना है, तू आ टोटका इदा करेगा मंगल तेरा भारी है वो ठीक हो जाएगा, ते आ ग्रह भारा ठीक हो जाएगा? नहीं, क्योंकि उन्होंने जिन्होंने समझिया है परमात्मा नूं, उन्होंने पता है चीज़ां तो बड़ियां छोटियां है, इन्हां पिछे लग के इंसान अपना इन्ना कीमती जीवन बर्बाद कर दिंदा है। हालांकि गुरुआं ने कहा जो ब्रह्मंडे सोई पिंडे जो खोजे सो पावे। वो कहते सब कुछ तेरे अंदर है पर तू बाहर दे चक्करां च पिया है। अपने अंदर नूं समझ, ਤਾਂ ਤੇਰੇ ਅੰਦਰ ਹੀ ਸਰਵ ਸ਼ਕਤੀਸ਼ਾਲੀ ਮਾਲਿਕ ਪਰਮਾਤਮਾ ਬੈਠਾ ਹੋਇਆ ਹੈ। ਪਰ ਉਹ ਤਾਂ ਉਹੀ ਸਾਨੂੰ ਸਮਝਾ ਸਕਦਾ ਜਿਹੜਾ ਖੁਦ ਅੰਦਰ ਨੂੰ ਸਮਝਦਾ ਹੋਵੇ, ਜਿਹਨੇ ਖੁਦ ਉਸ ਨੂੰ ਅੰਦਰ ਜਾਣਿਆ ਹੋਵੇ। ਤਾਂ ਜਿਹੜਾ ਹਾਲੇ ਆਪ ਹੀ ਬਾਹਰ ਫਸਿਆ ਹੋਇਆ ਹੈ ਉਹਨੇ ਦੂਜਿਆਂ ਨੂੰ ਕੀ ਕੱਢਣਾ ਹੈ। ਪਰ ਉਹ ਵੀ ਇਨਸਾਨ ਨਾ ਸਮਝ ਹੈ, ਮੂਰਖ ਹੈ, ਜਿਹੜੇ ਏਦਾਂ ਮਗਰ ਲੱਗ ਕੇ ਤੁਰ ਪੈਂਦੇ ਹੈ ਕਿ ਲੈ ਵੀ ਮੈਂ ਤੁਰ ਪਿਆ ਉਹਦੇ ਮਗਰ ਆ ਅੰਗੂਠੀ ਪਾ ਲਈ, ਮੈਂ ਤੁਰ ਪਿਆ ਉਹਦੇ ਮਗਰ ਆ ਚੀਜ਼ ਪਾ ਲਈ, ਮੈਂ ਤੁਰ ਪਿਆ ਉਹਦੇ ਮਗਰ ਆ ਗ੍ਰਹਿ ਭਾਰੀ, ਤਾਂ ਠੀਕ ਹੈ ਜੀ ਕਰ ਦਿਓ ਗ੍ਰਹਿ ਨੂੰ ਹਲਕਾ। ਜੇ ਇਦਾਂ ਗ੍ਰਹਿ ਪੂਜਾ ਦੇ ਨਾਲ ਹਲਕੇ ਹੁੰਦੇ ਫਿਰ ਤਾਂ ਦੁਨੀਆ ਕਦੋਂ ਦੀ ਖਤਮ ਹੋ ਜਾਂਦੀ। ਜਰਾ ਸੋਚ ਕੇ ਦੇਖੋ। ਅਸੀਂ ਕਈ ਵਾਰ ਕਹੀਦਾ ਇੱਥੇ ਗੱਲ ਕਹਿਣੀ ਚਾਹਾਂਗੇ, ਜਿਹੜਾ ਕੋਈ ਤੁਹਾਨੂੰ ਕਹੇ ਨਾ ਗ੍ਰਹਿ ਮਾੜਾ ਹੈ, ਆ ਤੇਰਾ ਗ੍ਰਹਿ ਭਾਰੀ ਹੈ, ਆ ਪੂਜਾ ਕਰਨੀ ਪਏਗੀ, ਇਹ ਸਹੀ ਘਰ ਚ ਆ ਜਾਏਗਾ। ਕਿਉਂਕਿ ਕਈ ਵਾਰ ਕਿਹਾ ਜਾਂਦਾ ਤੇਰਾ ਆ ਗ੍ਰਹਿ ਗਲਤ ਘਰ ਚ ਬੈਠਾ ਹੈ, ਕੁੰਡਲੀ ਨੂੰ ਦੇਖ ਕੇ। ਸ਼ਾਇਦ ਤੁਸੀਂ ਵੀ ਜਾਣਿਆ ਹੋਵੇ, ਕਦੀ ਜਾਣਿਆ ਕਿਸੇ ਨੇ? ਹੱਥ ਖੜਾ ਕਰਿਓ। ਇੱਥੇ ਤਾਂ ਕਰਨਾ ਨਹੀਂ ਕਿਸੇ ਨੇ, ਪਰ ਜਾਂਦੇ ਸਾਰੇ ਹੀ ਹੈ, ਕਰਦੇ ਸਾਰੇ ਹੀ ਹੈ। ਬਹੁਤ ਘੱਟ ਹੁੰਦੇ ਜਿਹੜੇ ਆਪਣੇ ਰੱਬ ਤੇ ਯਕੀਨ ਰੱਖਣ ਵਾਲੇ। ਉਹ ਕਹਿੰਦੇ ਆ ਤੇਰਾ ਗ੍ਰਹਿ ਇੱਥੇ ਮਾੜਾ ਹੈ, ਆ ਪੂਜਾ ਕਰ, ਇਹ ਸਹੀ ਘਰ ਚ ਆ ਜਾਏਗਾ। ਅਸੀਂ ਕਹਾਂਗੇ
ਉਹਨੂੰ ਇਹ ਕਹੋ ਆ ਭਾਈ ਲੈ ਆ ਸੇਬ ਮੈਂ ਇੱਥੇ ਰੱਖਿਆ ਹੈ, ਪਹਿਲਾਂ ਇਹ ਸੇਬ ਨੂੰ ਆਪਣੀ ਪੂਜਾ ਨਾਲ ਇੱਥੋਂ ਇੱਥੇ ਲਿਆ ਕੇ ਦਿਖਾ ਦੇ, ਫਿਰ ਮੈਂ ਮੰਨੂਗਾ ਤੇਰਾ ਗ੍ਰਹਿ ਇੱਥੋਂ ਇੱਥੇ ਆ ਜਾਏਗਾ। ਸਾਹਮਣੇ ਪਿਆ ਸੇਬ ਤਾਂ ਹਿੱਲਣਾ ਨਹੀਂ, ਤਾਂ ਉੱਥੇ ਐਡੀ ਦੂਰ ਕਰੋੜਾਂ ਮੀਲ ਲੱਖਾਂ ਮੀਲ ਦੂਰ ਜਿਹੜੇ ਗ੍ਰਹਿ ਹੈ ਉਹਨਾਂ ਨੂੰ ਹਿਲਾ ਦੇਣਾ ਇਹਨਾਂ ਨੇ। ਉਹ ਕਿਉਂ ਹਿੱਲਣਗੇ? ਕਿਉਂਕਿ ਤੁਹਾਨੂੰ ਨਜ਼ਰ 'ਚ ਨਹੀਂ ਆਉਂਦੇ। ਜਿਹੜੀ ਚੀਜ਼ ਨਜ਼ਰ 'ਚ ਨਾ ਆਵੇ ਉਹਨੂੰ ਹਿਲਾ ਦਿਓ। ਹੁਣ ਕੋਈ ਤੁਹਾਨੂੰ ਕਹੇ ਆ ਗਈ ਮੇਰੇ 'ਚ ਬਾਬੇ ਦੀ ਆਤਮਾ, ਉਹ ਖੜੀ ਹੈ, ਅੱਛਾ ਕਿੱਥੇ ਹੈ ਜੀ, ਮੈਨੂੰ ਤਾਂ ਦੀਦੀ ਨਹੀਂ। ਹੁਣ ਕੋਈ ਤੁਹਾਨੂੰ ਕਹੇ ਆ ਗਈ ਗਾਉਂ, ਤੁਸੀਂ ਕਹਿੰਦੇ ਕਿੱਥੇ ਹੈ, ਦਿਸੀ ਤਾਂ ਹੈ ਨਹੀਂ, ਮੂਰਖ ਬਣਾਉਂਦਾ। ਜਿਹੜੀ ਚੀਜ਼ ਸਾਨੂੰ ਨਜ਼ਰ ਆਉਂਦੀ ਨਾ ਉੱਥੇ ਅਸੀਂ ਮੂਰਖ ਨਹੀਂ ਬਣਦੇ, ਤਾਂ ਜਿਹੜੀ ਚੀਜ਼ ਨਜ਼ਰ ਨਹੀਂ ਆਉਂਦੀ ਉੱਥੇ ਜਿਹੜਾ ਮਰਜ਼ੀ ਸਾਨੂੰ ਮੂਰਖ ਬਣਾ ਦੇਵੇ। ਇਸ ਲਈ ਇਹਨਾਂ ਚੀਜ਼ਾਂ ਨੂੰ ਆਪਣੇ ਜੀਵਨ 'ਚ ਅਪਣਾ ਕੇ ਆਪਣੇ ਪ੍ਰਭੂ ਤੋਂ, ਆਪਣੇ ਪਰਮਾਤਮਾ ਤੋਂ ਦੂਰ ਨਾ ਹੋ। ਆਪਣੇ ਰੱਬ ਤੇ ਯਕੀਨ ਰੱਖੀਏ, ਆਪਣੇ ਰੱਬ ਤੇ ਭਰੋਸਾ ਰੱਖੀਏ, क्योंकि जो तू चाहे हर की कृपा मन विषयों से मोड़। विषयों तो मन मोड़, नशियां तो मन मोड़, बुराइयां तो मन मोड़, क्रोध तो मन मोड़, शांति विच आ, निमरता विच आ, प्रेम विच आ, तो फिर प्रभु की कृपा होएगी। इन्हां चीज़ां नूं टोटकियां नूं करन नाल कुछ नहीं होना। अपने रब ते विश्वास रखेगा तो फिर कृपा होएगी। यानी दसना की चाहते हैं कि कुछ चीज़ां जदों विश्वास नाल जुड़ जांदियां ना कि ओहदी कृपा है, तो ओहदी कृपा इंसान दे उन्हां दुखां नूं भी दूर कर दिंदी जिहड़ा इंसान कहंदा है कि बड़िया बड़िया दवाइयां ना ठीक नहीं होंदा, क्योंकि गल उत्थे उहदी रहमत दी जुड़ी हुई है, गल उहदी बख्शिश दी जुड़ी हुई है। इसलिए कहा जाता जे विश्वास करना तो अपने रब ते विश्वास करिए, ना कि छोटी छोटिया चीज़ां ते जिन्हां नूं उहने पैदा कीता है। जिहड़ा समझण वाली गल है। इसलिए परमात्मा प्रभु उहदी रहमत है, पर जे हुण तुसीं कहो जी अच्छा उहदी रहमत दिखाओ, जे तुसीं मनदे उहदी रहमत है तो दिखाओ, तो इसी तरह इत्थे एक छोटा जिहा जवाब देना चाहांगे कि कहते एडिसन, थॉमस एडिसन बैठे हुए सी, तो एक औरत उन्हां कोल आई। जदों औरत आई, क्योंकि वो एक कॉलेज च गए सी उन्होंने बिजली बारे समझाण, ज्ञान देने वास्ते, उन्हें लैक्चर देना सी उत्थे अपनी थ्योरी ते। लैक्चर तो बाद बैठे हुए सी, औरत आई जो उस कॉलेज की प्रोफैसर सी, वो आके कहन लगी कि मैनू ये बिजली बारे दसो है की। तो उसले एडिसन ने हस के कहा, कहते देख मैं तेनू ਇਹਦੇ ਉਪਯੋਗ ਬਾਰੇ ਦੱਸ ਸਕਦਾ ਆ ਕਿ ਇਹਦਾ ਉਪਯੋਗ ਤੂੰ ਕਿੱਦਾਂ ਕਿੱਦਾਂ ਕਰ ਸਕਦੀ ਹੈ, ਇਹ ਤੋਂ ਅਸੀਂ ਕੀ ਫਾਇਦਾ ਲੈ ਸਕਦੇ ਆ, ਇਹਦਾ ਕੀ ਨੁਕਸਾਨ ਹੋ ਸਕਦਾ ਹੈ, ਉਹਦੇ ਬਾਰੇ ਤਾਂ ਮੈਨੂੰ ਤੈਨੂੰ ਦੱਸ ਸਕਦਾ। ਪਰ ਜੇ ਤੂੰ ਕਵੇ ਬਿਜਲੀ ਬਾਰੇ ਦੱਸੋ ਤਾਂ ਬਿਜਲੀ ਬਾਰੇ ਮੈਂ ਤੈਨੂੰ ਕੁਝ ਵੀ ਸਮਝਾ ਨਹੀਂ ਸਕਦਾ, ਕਿਉਂਕਿ ਇਹ ਸ਼ਬਦਾਂ ਤੋਂ ਬਾਹਰ ਦੀ ਗੱਲ ਹੈ। ਹੁਣ ਫਰਜ਼ ਕਰੋ ਤੁਹਾਡੇ ਘਰ 'ਚ ਬਿਜਲੀ ਹੈ ਕਿ ਨਹੀਂ। ਹੁਣ ਕੋਈ ਤੁਹਾਨੂੰ ਪੁੱਛੇ ਬਿਜਲੀ ਤੋਂ ਕੀ ਹੋ ਸਕਦਾ, ਤੁਸੀਂ ਕਹਿਣਾ ਪੱਖਾ ਚੱਲ ਸਕਦਾ, ਦੇਖ ਬਟਨ ਦਬਾਇਆ ਪੱਖਾ ਚੱਲ ਪਿਆ, ਆ ਬਟਨ ਦਬਾਇਆ ਲਾਈਟ ਚੱਲ ਪਈ, ਆ ਬਿਜਲੀ ਦੇ ਨਾਲ ਅਸੀਂ ਕੂਲਰ ਚਲਾ ਲੈਂਦੇ, ਏਸੀ ਚਲਾ ਲੈਂਦੇ, ਟੀਵੀ ਚਲਾ ਲੈਂਦੇ ਆ, ਬਿਜਲੀ ਨਾਲ ਆ ਹੋ ਜਾਂਦਾ ਉਹ ਹੋ ਜਾਂਦਾ। ਕੋਈ ਤੁਹਾਨੂੰ ਪੁੱਛੇ ਬਿਜਲੀ ਹੈ ਕੀ, ਉਹਦੇ ਬਾਰੇ ਦੱਸ, ਤਾਂ ਕੋਈ ਹੈ ਇੱਕ ਉੱਠ ਕੇ ਦੱਸ ਦੇ ਬਿਜਲੀ ਕੀ ਹੈ। ਜੇ ਤੁਸੀਂ ਬਿਜਲੀ ਦਾ ਇਸਤੇਮਾਲ ਕਰਦੇ ਹੋ, ਕੋਈ ਬਚਪਨ ਤੋਂ ਕਰਦੇ ਆਗੇ ਕਿ ਨਹੀਂ, ਕਿਹੜਾ ਕਰਦਾ ਹੈ, ਸਾਰੇ ਕਰਦੇ ਹੋ ਨਾ, ਤਾਂ ਕਮਾਲ ਦੀ ਗੱਲ ਹੈ ਤੁਹਾਨੂੰ ਪਤਾ ਹੀ ਨਹੀਂ ਬਿਜਲੀ ਕੀ ਹੈ। ਤੁਸੀਂ ਕਹਿਣਾ ਬਿਜਲੀ ਬਾਰੇ ਅਸੀਂ ਦੱਸ ਹੀ ਨਹੀਂ ਸਕਦੇ, ਇਹ ਸ਼ਕਤੀ ਤਾਂ ਹੈ ਜਿਹਨੂੰ ਅਸੀਂ ਜਾਣਦੇ ਹਾਂ ਕਿ ਹੈ, ਪਰ ਇਹਦੇ ਬਾਰੇ ਸਮਝਾਉਣਾ ਬੜਾ ਔਖਾ ਹੈ। ਇਹੀ ਤਾਂ ਪਰਮਾਤਮਾ ਹੈ। ਜੇ ਛੋਟੀ ਜਿਹੀ ਬਿਜਲੀ ਬਾਰੇ ਨਹੀਂ ਅਸੀਂ ਦੱਸ ਸਕਦੇ ਤਾਂ ਐਡੇ ਵੱਡੇ ਪਰਮਾਤਮਾ ਬਾਰੇ ਕਿੱਦਾਂ ਦੱਸ ਸਕਦੇ ਹਾਂ। ਉਹਦੀ ਰਹਿਮਤ ਦਾ ਉਪਯੋਗ ਕਿੱਦਾਂ ਕੀਤਾ ਜਾਵੇ, ਉਹਦੀ ਰਹਿਮਤ ਨੂੰ ਆਪਣੇ ਕੰਮ 'ਚ ਕਿੱਦਾਂ ਲਿਆਇਆ ਜਾਵੇ, ਉਹਦੀ ਰਹਿਮਤ ਨਾਲ ਆਪਣੀਆਂ ਬਿਗੜੀਆਂ ਕਿੱਦਾਂ ਬਣਾਈਆਂ ਜਾਣ, ਉਹਦੀ ਰਹਿਮਤ ਨਾਲ ਆਪਣੇ ਦੁੱਖ ਕਿੱਦਾਂ ਦੂਰ ਕੀਤੇ ਜਾਣ, ਉਹਦੀ ਰਹਿਮਤ ਨਾਲ ਖੁਸ਼ੀਆਂ ਤੱਕ ਕਿੱਦਾਂ ਪਹੁੰਚਿਆ ਜਾਵੇ, ਇਹਦੇ ਬਾਰੇ ਸਮਝਾਇਆ ਜਾ ਸਕਦਾ ਹੈ। ਪਰ ਉਹ ਕੀ ਹੈ ਉਹਨੂੰ ਸਮਝਾਉਣਾ ਬੜਾ ਔਖਾ ਹੈ। ਉਮੀਦ ਹੈ ਕਿ ਹੁਣ ਸਮਝ ਆ ਗਈ ਤੁਹਾਨੂੰ ਕਿ ਪਰਮਾਤਮਾ ਕੀ ਹੈ। ਉਹਦੀ ਰਹਿਮਤ ਦਾ ਇਸਤੇਮਾਲ ਤੁਸੀਂ ਕਰ ਸਕਦੇ ਹੋ। ਤੁਹਾਡੇ ਜੀਵਨ 'ਚ ਕੋਈ ਪਰੇਸ਼ਾਨੀ ਹੈ, ਉਹਦੀ ਰਹਿਮਤ ਉਹ ਪਰੇਸ਼ਾਨੀ ਦੂਰ ਕਰ ਸਕਦੀ ਹੈ। ਜਿੱਦਾਂ ਬੰਦਾ ਕਵੇ ਮੇਰੇ ਰਸਤੇ 'ਚ ਆ ਰੁਕਾਵਟ ਹੈ, ਤਾਂ ਤੁਸੀਂ ਬਿਜਲੀ ਦਾ ਝਟਕਾ ਦੇ ਕੇ ਰੁਕਾਵਟ ਨੂੰ ਹਟਾ ਸਕਦੇ ਹੋ। ਕਈ ਵਾਰ ਹੁੰਦੇ ਨਾ ਕਿ ਬੰਦਾ ਕਰੰਟ ਦੇ ਕੇ ਹੀ ਬੜੇ ਬੜੇ ਪੱਥਰ ਤੋੜ ਦਿੰਦਾ ਹੈ, ਕਿਉਂਕਿ ਬਿਜਲੀ ਦੇ ਝਟਕੇ ਨਾਲ ਹੀ ਹੋ ਜਾਂਦਾ ਹੈ। ਕਈ ਵਾਰ ਬੱਲਬ ਫਟ ਜਾਂਦੇ ਕਿ ਨਹੀਂ, ਜਦੋਂ ਜ਼ਿਆਦਾ ਵੋਲਟੇਜ ਹੋ ਜਾਵੇ, ਜ਼ਿਆਦਾ ਲਾਈਟ ਆਏ, ਪਟਾਕਾ ਪੈ ਜਾਂਦਾ ਬੱਲਬ ਦਾ। ਹਾਲਾਂਕਿ ਬੰਦਾ ਕਹਿੰਦਾ ਹੈ ਇੰਨੇ ਸਾਲਾਂ ਤੋਂ ਤਾਂ ਚੱਲ ਰਿਹਾ ਸੀ, ਹੁਣ ਕਿਉਂ? ਕਿਉਂਕਿ ਵੋਲਟੇਜ ਵਧੀ ਤਾਂ ਉਹਨਾਂ ਬੱਲਬ ਵੀ ਤੋੜ ਦਿੱਤਾ। ਯਾਨੀ ਕਹਿਣ ਦਾ ਮਤਲਬ ਇਸੇ ਤਰ੍ਹਾਂ ਸਾਡੇ ਜੀਵਨ 'ਚ ਵੀ ਪਰਮਾਤਮਾ ਹੈ, ਪਰ ਅਗਰ ਸਾਡੇ ਜੀਵਨ 'ਚ ਪਰੇਸ਼ਾਨੀਆਂ ਹੈ, ਤਕਲੀਫਾਂ, ਦੁੱਖ ਹੈ, ਰੁਕਾਵਟਾਂ ਹੈ, ਤੇ ਅਸੀਂ ਆਪਣੇ ਅੰਦਰਲੇ ਪਰਮਾਤਮਾ ਦੀ એનર્ਜੀ ਨੂੰ ਇੰਨਾ ਵਧਾ ਸਕਦੇ ਹਾਂ ਕਿ ਸਾਡੇ ਅੰਦਰਲੀਆਂ ਸਾਰੀਆਂ ਰੁਕਾਵਟਾਂ ਬੱਲਬ ਦੀ ਤਰ੍ਹਾਂ ਪਟਾਕਾ ਹੋ ਜਾਵੇ, ਯਾਨੀ ਦੂਰ ਹੋ ਜਾਣ, ਔਰ ਸਾਡੇ ਰਸਤੇ ਸਾਫ਼ ਹੋ ਜਾਣ, ਸਾਡੇ ਜੀਵਨ 'ਚ ਖੁਸ਼ੀਆਂ ਆ ਜਾਣ। ਇਹ ਉਪਾਅ ਕੀਤਾ ਜਾ ਸਕਦਾ ਹੈ। ਕਿਉਂਕਿ ਕਈ ਵਾਰ ਪਿੱਛੇ ਸਵਿਚ ਹੁੰਦਾ ਹੈ, ਜਿੱਥੇ ਬਿਜਲੀ ਘਰ 'ਚੋਂ ਬਿਜਲੀ ਆਉਂਦੀ ਹੈ ਨਾ, ਉਹ ਦੇਖ ਕੇ ਭੇਜਦੇ ਕਿੰਨਾ ਲੋਡ ਛੱਡਣਾ ਹੈ। ਉਹ ਜ਼ਿਆਦਾ ਛੱਡ ਦੇਣ ਤਾਂ ਸਾਰੇ ਘਰਾਂ 'ਚ ਪਟਾਕੇ ਪੈ ਜਾਣ।
ਹੋ ਜਾਂਦਾ ਕਿ ਨਹੀਂ ਕਈ ਵਾਰ ਲੈ ਵੀ ਪਿੱਛੋਂ ਉਹਨਾਂ ਨੇ ਬਿਜਲੀ ਜ਼ਿਆਦਾ ਛੱਡ ਦਿੱਤੀ ਤਾਂ ਵੋਲਟੇਜ ਵੱਧ ਗਿਆ, ਜਾਂ ਕਹਿੰਦਾ ਬੰਦਾ ਬਿਜਲੀ ਡਿਮ ਹੋ ਗਈ। ਡਿਮ ਦਾ ਕਾਰਨ ਕੀ, ਉਹ ਪਿੱਛੋਂ ਵੋਲਟੇਜ ਘਟਾ ਦਿੰਦੇ ਆ। ਇਸੇ ਤਰ੍ਹਾਂ ਧਿਆਨ ਦੇ ਜ਼ਰੀਏ, ਯੁਕਤੀ ਦੇ ਜ਼ਰੀਏ, ਸੰਤਾਂ ਦੀ ਵਿਧੀ ਦੇ ਜ਼ਰੀਏ ਤੁਸੀਂ ਆਪਣੇ ਅੰਦਰ ਜਾ ਕੇ ਆਪਣੇ ਅੰਦਰਲੇ ਵਟਣ ਨੂੰ ਜਾਣ ਸਕਦੇ, ਕਿੱਦਾਂ ਘੁਮਾ ਕੇ ਮੈਂ ਆਪਣੇ ਪ੍ਰਭੂ ਦੀ એનર્ਜੀ ਨੂੰ ਵਧਾਣਾ ਹੈ ਤਾਂ ਕਿੱਦਾਂ ਇਹਨੂੰ ਕੰਟਰੋਲ 'ਚ ਕਰਨਾ ਹੈ। ਇਹ ਸਭ ਕੁਝ ਤੁਹਾਡੇ ਅੰਦਰ ਹੀ ਹੈ, ਇਹਨੂੰ ਸਮਝਿਆ ਜਾ ਸਕਦਾ ਹੈ। ਪਰ ਪਰਮਾਤਮਾ ਕੀ ਹੈ ਉਹਨੂੰ ਸਮਝਣਾ ਔਖਾ ਹੈ, ਪਰ ਉਹਦੀ ਤਾਕਤ ਨੂੰ ਅਸੀਂ ਸਮਝ ਵੀ ਸਕਦੇ, ਇਸਤੇਮਾਲ 'ਚ ਲਿਆ ਵੀ ਸਕਦੇ ਹਾਂ। इसलिए जो तू चाहे हर की कृपा मन विषयों से मोड़, कहे कबीर सत्संग में आके चित्त सिमरन से जोड़। जे हरि दी कृपा चाहिए तो संतां दी संगत च बैठो, युक्ति लो संतां फकीरां कोलों, सिमरन दे नाल मन जोड़िए ताकि ਅਸੀਂ ਉਹਦੀ ਕਿਰਪਾ ਨੂੰ ਪ੍ਰਾਪਤ ਕਰ ਸਕੀਏ। ਹੁਣ ਉਹ ਕੋਈ ਕੋਸ਼ਿਸ਼ ਕਰਦਾ ਨਹੀਂ ਹੈ। ਇਸ ਲਈ ਜਿੱਦਾਂ ਅੱਜ ਸਤਸੰਗ ਚ ਆਇਓ, ਸਮਾਂ ਕੱਢ ਕੇ ਸਤਸੰਗ ਚ ਆਇਆ ਕਰੋ, ਸਿਮਰਨ ਕਰਿਆ ਕਰੋ। ਜੇ ਜੀਵਨ 'ਚ ਪਰੇਸ਼ਾਨੀਆਂ, ਤਕਲੀਫਾਂ, ਦੁੱਖ ਹੈ ਤਾਂ ਆਪਣੇ ਮਾਲਿਕ ਤੇ ਵਿਸ਼ਵਾਸ ਰੱਖੋ, ਭਰੋਸਾ ਰੱਖੋ ਕਿ ਜਿਹਨੇ ਮੈਨੂੰ ਜੀਵਨ ਦਿੱਤਾ ਮੇਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੀ ਤਾਕਤ ਵੀ ਉਹਦੇ ਅੰਦਰ ਹੈ, ਉਹ ਮੇਰੀਆਂ ਪਰੇਸ਼ਾਨੀਆਂ ਵੀ ਦੂਰ ਕਰ ਸਕਦਾ ਹੈ। ਅਗਰ ਮੈਂ ਉਹਦੇ ਨਾਲ ਵਿਸ਼ਵਾਸ ਨਾਲ ਜੁੜੂੰਗਾ ਤਾਂ ਮੈਨੂੰ ਯਕੀਨ ਹੈ ਮੇਰੇ ਜੀਵਨ ਦੇ ਸਾਰੇ ਦੁੱਖ ਜ਼ਰੂਰ ਦੂਰ ਹੋਣਗੇ। ਫਿਰ ਕੋਈ ਐਸਾ ਦੁੱਖ ਨਹੀਂ ਜਿਹੜਾ ਉਹਦੀ ਰਹਿਮਤ ਤੋਂ ਬੜਾ ਹੋਵੇ। ਉਹਦੀ ਰਹਿਮਤ ਹੁੰਦੀ ਤਾਂ ਇਨਸਾਨ ਦੇ ਜੀਵਨ ਦੇ ਬੜੇ ਬੜੇ ਦੁੱਖ ਦੂਰ ਹੋ ਜਾਂਦੇ ਹਨ। ਹੁਣ ਟਾਈਮ ਕਾਫੀ ਹੋ ਗਿਆ, ਚਾਰ ਬੁੱਧੀ ਬਾਰੇ ਦੱਸ ਦਈਏ, ਹੁਣ ਸਤਸੰਗ ਦੀ ਸਮਾਪਤੀ ਕਰੀਏ ਫਿਰ, ਕਿਉਂਕਿ ਫਿਰ ਹੋਰ ਟਾਈਮ ਲੱਗਣਾ, ਭੁੱਖ ਲੱਗ ਗਈ ਹੋਣੀ ਹੁਣ ਤੁਹਾਨੂੰ ਨਾ। ਇਸ ਕਰਕੇ ਚਲੋ ਆਖਰਲੇ ਵਚਨਾਂ 'ਚ ਇਹੀ ਕਹਾਂਗੇ। ਵੈਸੇ ਸਮਝਾਉਣ ਨੂੰ ਤਾਂ ਬਹੁਤ ਕੁਛ ਹੈ, ਪਰ ਇੱਥੇ ਸਹਿਜੋ ਕਹਿੰਦੀ ਹੈ ਹਰੀ ਸਭ ਮੇ ਪਰ ਸਭ ਤੇ ਨਿਆਰੇ, ਚਾਰ ਬੁੱਧੀ ਕੇ ਮਨੁਖ ਸਵਾਰੇ। ਪ੍ਰਥਮ ਬੁੱਧੀ, ਹੁਣ ਦੱਸਦੇ ਕਿ ਪਹਿਲੀ ਬੁੱਧੀ ਕਿਹੜੀ ਹੁੰਦੀ ਹੈ। प्रथम बुद्धि जल लीक खचाई, जब खींचे तब ही मिट जाई। दूजी बुद्धि लीक बारू की, हवा चलेगी तभी मिटेगी। तीजी बुद्ध पाहन की रेखा, जो तो घटे बड़े ना नेका। चौथी तेल बूंद जल माही, फैलत 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 जाही। तीन बुद्धि जग में दर्शावे, चौथी बुद्धि कोई बिरला पावे। सहजो बुद्धि थोथी कहिए, जो गुरु ज्ञान न हिरदे गहिए। इसलिए सहजो भाई अपनी वाणी च दसदी है ये चार प्रकार की बुद्धि बारे फटाफट दस दईए तुहानू कि प्रथम बुद्धि जल लीक खचाई, कि पहली बुद्धि तो इस तरह हुंदी है कि जिद्दां पानी है ना, पानी ते कोई उंगली नाल रेखा खिंचे तो जिद्दां जिद्दां खिंचदा पिछों मिटदी भी नाल ही जांदी है, बनदी जरूर है पर मिट भी नाल ही जांदी है। ਉਹ ਕਹਿੰਦੇ ਇੱਕ ਪਹਿਲੀ ਪ੍ਰਕਾਰ ਦੇ ਜਿਹੜੀ ਬੁੱਧੀ ਹੈ ਨਾ, ਉਹ ਐਸੇ ਇਨਸਾਨ ਹੁੰਦੇ ਹੈ ਕਿ ਉਹਨਾਂ ਨੂੰ ਇੱਧਰ ਸਮਝਾਇਆ ਜਾਂਦਾ, ਉਹ ਸਮਝ ਲੈਂਦੇ, ਸਿਰ ਤਾਂ ਹਿਲਾਉਂਦੇ, ਪਰ ਪਿੱਛੇ ਪਿੱਛੋਂ ਸਭ ਕੁਝ ਮਿਟੀ ਵੀ ਜਾਂਦਾ ਹੈ, ਕੋਈ ਅਸਰ ਹੁੰਦਾ ਹੀ ਨਹੀਂ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਇੱਥੇ ਸੁਣਿਆ, ਬਾਹਰ ਜਾ ਕੇ ਭੁੱਲ ਗਏ। ਬੰਦਾ ਕਹਿੰਦਾ ਯਾਦ ਹੀ ਨਹੀਂ ਮੈਨੂੰ ਕੀ ਕਿਹਾ ਕੀ ਨਹੀਂ ਕਿਹਾ। ਜੇ ਇਦਾਂ ਦੀ ਗੱਲ ਹੈ ਤਾਂ ਸਮਝ ਲਓ ਹਾਲੇ ਅਸੀਂ ਜਲ ਵਾਲੀ ਬੁੱਧੀ ਤੇ ਘੁੰਮ ਰਹੇ ਹਾਂ। ਪ੍ਰਥਮ ਬੁੱਧੀ, ਇਹ ਪ੍ਰਥਮ ਬੁੱਧੀ ਹੈ, ਜਲ ਲੀਕ ਖਚਾਈ, ਜਲ ਦੇ ਉੱਪਰ ਲੀਕ ਖਿੱਚਣ ਵਾਲੀ। ਜਬ ਖੀਂਚੇ ਤਬ ਹੀ ਮਿਟ ਜਾਈ। ਕਿਧਰੋਂ ਖਿੱਚ ਰਹੇ ਆ ਉਦੋਂ ਤਾਂ ਹੈ, ਕਿਉਂਕਿ ਤੁਸੀਂ ਦੇਖਿਓ ਪਾਣੀ 'ਚ ਉਂਗਲੀ ਫੇਰ ਕੇ, ਪਾਣੀ ਬਾਲਟੀ 'ਚ ਭਰ ਲਿਓ ਜਾਂ ਕਿਸੇ ਖੁੱਲੇ ਬਰਤਨ 'ਚ ਉਂਗਲੀ ਫੇਰਿਓ, ਬਣਨੀ ਤਾਂ ਜ਼ਰੂਰ ਹੈ ਪਰ ਨਾਲ ਨਾਲ ਮਿੱਟੀ ਵੀ ਜਾਣੀ ਹੈ। ਜਿੱਦਾਂ ਹੀ ਖਿੱਚ ਕੇ ਚੱਕਿਆ ਨਾਲ ਹੀ ਕਲੀਅਰ, ਉੱਥੇ ਫਿਰ ਉਹੀ ਪਾਣੀ ਦਾ ਪਾਣੀ। ਉਹ ਕਹਿੰਦੇ ਇੱਕ ਬੁੱਧੀ ਉਹ ਹੁੰਦੀ ਜਿੰਨਾ ਮਰਜ਼ੀ ਸਮਝਾ ਲਓ ਪਰ ਉਸੇ ਵੇਲੇ ਨਾਲ ਹੀ ਜਿੱਦਾਂ ਬੰਦਾ ਕਹਿੰਦਾ ਸਮਝਾਇਆ ਨਾਲ ਹੀ ਮਾਈਂਡ ਫਿਰ ਫਰੈਸ਼ ਹੋ ਗਿਆ। ਹੁਣ ਉਹ ਕਹਿੰਦੇ ਪ੍ਰਥਮ ਬੁੱਧੀ ਹੈ। ਪ੍ਰਥਮ ਬੁੱਧੀ ਜਲ ਲੀਕ ਖਚਾਈ, ਜਬ ਖੀंचे तब ही ਮਿਟ ਜਾਈ। ਦੂਜੀ ਬੁੱਧ ਲੀਕ ਬਾਰੂ ਕੀ, ਬਾਰੂ ਕਹਿ ਦਿੰਦੇ ਰੇਤ ਨੂੰ, ਕਿ ਉਹ ਕਹਿੰਦੇ ਦੂਜੀ ਬੁੱਧੀ ਹੈ ਕਿ ਜਿੱਦਾਂ ਆਪਾਂ ਰੇਤ ਦੇ ਉੱਪਰ ਉਂਗਲੀ ਨਾਲ ਲਕੀਰ ਖਿੱਚ ਦਿੰਦੇ ਆ, ਉਹ ਉਦੋਂ ਤੱਕ ਰਹਿੰਦੀ ਜਦ ਤੱਕ ਹਵਾ ਨਹੀਂ ਚੱਲਦੀ। ਜਿੱਦਾਂ ਹੀ ਹਵਾ ਚਲੀ, ਰੇਤ ਉੜਦੀ ਹੈ ਤਾਂ ਲਕੀਰ ਮਿਟ ਜਾਂਦੀ ਹੈ। ਇਸ ਲਈ ਦੂਜੀ ਬੁੱਧ ਲੀਕ ਬਾਰੂ ਕੀ, ਹਵਾ ਚਲੇਗੀ ਤभी ਮਿਟੇਗੀ। ਹੁਣ ਇਹ ਦੂਜੀ ਪ੍ਰਕਾਰ ਦੇ ਇਨਸਾਨ ਕਿਹੜੇ ਹੁੰਦੇ ਆ? ਸੰਤਾਂ ਦੀ ਬਾਣੀ ਸੁਣਦੇ ਆ, ਸੰਤਾਂ ਦੇ ਵਚਨ ਸੁਣਦੇ ਆ, ਸਤਸੰਗ ਜਾ ਕੇ ਬਹਿੰਦੇ ਆ, ਸੁਣਦੇ ਆ, ਯਾਦ ਤਾਂ ਰੱਖਦੇ ਆ, ਪਰ ਜਿੱਦਾਂ ਹੀ ਮਾੜੀ ਜਿਹੀ ਦੁੱਖਾਂ, ਪਰੇਸ਼ਾਨੀਆਂ, ਚਿੰਤਾਵਾਂ ਦੀ ਹਵਾ ਚੱਲਦੀ ਹੈ ਨਾਲ ਹੀ ਸਭ ਕੁਝ ਭੁੱਲ ਜਾਂਦਾ, ਫਿਰ ਦੌੜ ਪੈਂਦੇ ਉਧਰ ਨੂੰ। ਫਿਰ ਜਾਨੀ ਉਹੀ ਪੁਰਾਣੀਆਂ ਚੀਜ਼ਾਂ। ਜੇ ਹੁਣ ਬੰਦੇ ਨੂੰ ਇੱਥੇ ਸਤਸੰਗ 'ਚ ਬਹਿ ਕੇ ਸਮਝ ਆ ਗਈ ਕਿ ਭਾਈ ਨਸ਼ਾ ਕਰਨਾ ਮਾੜੀ ਚੀਜ਼ ਹੈ, ਠੀਕ ਹੈ ਅੱਜ ਤੋਂ ਨਸ਼ਾ ਨਹੀਂ ਕਰਨਾ, ਪਰ ਮਾੜੀ ਜਿਹੀ ਕੋਈ ਤਕਲੀਫ ਆ ਗਈ, ਪਤਨੀ ਝਗੜਾ ਕਰ ਪਈ, ਬੱਚੇ ਨੇ ਕਹਿਣਾ ਨਹੀਂ ਮੰਨਿਆ ਤਾਂ ਦੁਖੀ ਹੋ ਕੇ ਫਿਰ ਸ਼ਰਾਬ ਪੀ ਲੈਣੀ, ਕਿ ਲੈ ਵੀ ਮੈਂ ਤਾਂ ਪਤਨੀ ਨਾਲ ਝਗੜਾ ਕੀਤਾ, ਮੈਨੂੰ ਤਾਂ ਪੀ ਲਈ, ਮੈਂ ਤਾਂ ਨਸ਼ਾ ਕਰ ਲਿਆ। ਨਹੀਂ ਮਾੜੀ ਜਿਹੀ ਪਰੇਸ਼ਾਨੀ ਆਈ, ਉਹ ਪਰੇਸ਼ਾਨੀਆਂ ਦੀ ਹਵਾ ਚੱਲੀ ਤਾਂ ਤੇਰੀ ਬੁੱਧੀ ਜੋ ਸਿੱਖਿਆ ਸੀ ਉਹ ਸਭ ਕੁਝ ਗਵਾ ਲਿਆ। ਫਿਰ ਕਾਦੀ ਤੇਰੀ ਅਕਲ, ਫਿਰ ਕਾਦੀ ਤੇਰੀ ਸਮਝ। ਇਸ ਲਈ ਦੂਜੀ ਬੁੱਧ ਲੀਕ ਬਾਰੂ ਕੀ, ਹਵਾ ਚਲੇਗੀ ਤभी मिटेगी।
ਕਿ ਹਵਾ ਚੱਲਦੀ ਹੈ ਮਿਟਦੀ ਹੈ, ਹਵਾ ਨਾ ਚੱਲੇ ਤਾਂ ਬਣੀ ਰਹਿਣੀ ਹੈ, ਇੱਕ ਦਿਨ ਰਹੇਗੀ 2 ਦਿਨ ਰਹੇਗੀ, ਪਰ ਜਿੱਦਾਂ ਹੀ ਹਵਾ ਦੁੱਖਾਂ ਦੀ ਚੱਲੀ ਨਾਲ ਹੀ ਸਭ ਕੁਝ ਭੁੱਲ ਕੇ ਬੰਦਾ ਫਿਰ ਗਲਤ ਮਾਰਗ ਤੇ ਤੁਰ ਪੈਂਦਾ ਹੈ। ਇਸ ਲਈ ਕਈ ਐਸੇ ਹੋਣਗੇ ਜਿਹੜੇ ਸਤਸੰਗ ਜਾਂਦੇ 2 ਦਿਨ ਅਸਰ ਰਹਿੰਦਾ, ਬਾਅਦ ਚੋਂ ਫਿਰ ਉਹੀ ਲੜਾਈ ਕਰਨਾ, ਝਗੜੇ ਕਰਨਾ, ਗਾਲੀ ਕੱਢਣਾ, ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ ਆ। ਇਹਦਾ ਮਤਲਬ ਉਹ ਹਵਾ ਚੱਲੀ ਤਾਂ ਉਹ ਜਿਹੜੀ ਗਿਆਨ ਦੀ ਲਕੀਰ ਸੀ ਉਹ ਨਾਲ ਹੀ ਮਿਟ ਗਈ। ਹੁਣ ਤੀਜੀ ਬੁੱਧੀ ਕਿਹੜੀ ਹੈ? ਤੀਜੀ ਬੁੱਧ ਪਾਹਨ ਕੀ ਰੇਖਾ। ਪਾਹਨ ਕਹਿ ਦਿੰਦੇ ਪੱਥਰ ਨੂੰ। ਪੱਥਰ ਦੇ ਉੱਪਰ ਇੱਕ ਲਾਈਨ ਹੁੰਦੀ ਹੈ ਜਿਹਦੇ ਬਾਰੇ ਸਹਿਜੋ ਨੇ ਕਿਹਾ 100 ਤੋਂ ਘਟੇ ਬੜੇ ਨਾ ਨੇਕਾ, ਕਿ ਨਿੱਕਾ ਜੇ ਵੀ, ਨੇਕਾ ਦਾ ਮਤਲਬ ਥੋੜੀ ਜਿਹੀ ਵੀ ਨਾ ਉਹ ਘਟਦੀ ਹੈ ਨਾ ਵੱਧਦੀ, ਉਹ ਜਿੰਨੀ ਹੈ ਉਨੀ ਕੀ ਰਹਿਣੀ ਹੈ। ਹੁਣ ਇਹ ਜਿਹੜੀ ਤੀਜੇ ਪ੍ਰਕਾਰ ਦੀ ਬੁੱਧੀ, ਜਿੱਦਾਂ ਹੀ ਦੱਸਿਆ ਬੋਤਲ ਦੇ ਵਿੱਚ ਬੰਦ ਕਰ ਲਿਆ ਤਰਬੂਜ ਨੂੰ, ਤਾਂ ਉਹ ਵਧਣਾ ਹੀ ਨਹੀਂ, ਉਨਾ ਕੀ ਰਹਿਣਾ ਹੈ, ਨਾ ਘਟਣਾ ਹੈ, ਕਿਉਂਕਿ ਘਟ ਤਾਂ ਸਕਦਾ ਹੀ ਨਹੀਂ, ਤਾਂ ਵਧਣਾ ਹੈ ਨਹੀਂ, ਕਿਉਂਕਿ ਆਲੇ ਦੁਆਲੇ ਇੱਕ ਸੀਮਾ ਬਣਾ ਦਿੱਤੀ। ਉਹ ਕਹਿੰਦੇ ਪੱਥਰ ਦੀ ਰੇਖਾ ਵੀ ਉਨੀ ਦੀ ਉਨੀ ਰਹਿਣੀ ਹੈ, ਨਾ ਉਹ ਨਾ ਘਟਣਾ ਹੈ ਤਾਂ ਨਾ ਵਧਣਾ ਹੈ। ਇਸ ਲਈ ਕਈਆਂ ਦੀ ਬੁੱਧੀ ਇੱਕ ਜਗ੍ਹਾ ਆ ਕੇ ਬਲੌਕ ਹੋ ਜਾਂਦੀ ਹੈ, ਰੁਕ ਜਾਂਦੀ ਹੈ, ਸਟਾਪ ਹੋ ਜਾਂਦੀ ਹੈ, ਕਿ ਉਹ ਤੋਂ ਅੱਗੇ ਉਹ ਸੋਚਣ ਨੂੰ ਤਿਆਰ ਹੀ ਨਹੀਂ ਹੁੰਦੇ, ਉਹ ਤੋਂ ਅੱਗੇ ਉਹ ਸਮਝਣ ਨੂੰ ਤਿਆਰ ਹੀ ਨਹੀਂ ਹੁੰਦੇ। ਜੇ ਕੋਈ ਸਮਝਾਵੇ ਵੀ ਨਾ, ਲੈ ਆਇਆ ਵੱਡਾ ਸਮਝਾਉਣ ਵਾਲਾ, ਮੈਨੂੰ ਸਭ ਕੁਝ ਪਤਾ, ਰਹਿਣ ਦੇ ਤੂੰ, ਉਹ ਸਮਝਣ ਨੂੰ ਤਿਆਰ ਹੁੰਦੇ ਹੀ ਨਹੀਂ। ਇਹ ਕਹਿ ਦਿੰਦੇ ਆ ਨਹੀਂ, ਲੈ ਆਇਆ ਵੱਡਾ ਗਿਆਨੀ ਸਮਝਾਉਣ ਵਾਲਾ, ਮੈਨੂੰ ਸਭ ਕੁਝ ਪਤਾ ਹੈ, ਮੈਨੂੰ ਸਭ ਕੁਝ ਆਉਂਦਾ ਹੈ, ਪਰ ਆਂਦਾ ਕਿੰਨਾ ਕੁ? ਜਿੱਦਾਂ ਹੁਣ ਸਮਝ ਲਓ ਕਿ ਨੱਥੂ ਲਾਲ ਇੱਕ ਨਾਉ 'ਚ ਬੈਠਾ ਜਾ ਰਿਹਾ ਸੀ, ਨਾਲ ਹੀ ਇੱਕ ਪੰਡਤ ਜੀ ਬੈਠੇ ਹੋਏ ਸੀ। ਨਾਉ ਦਰਿਆ ਦੇ ਵਿੱਚ, ਇੱਕ ਪੰਡਤ ਜੀ ਨਾਲ ਬੈਠੇ ਹੋਏ ਆ। ਤਾਂ ਨੱਥੂ ਲਾਲ ਨੂੰ ਪੰਡਤ ਜੀ ਕਹਿਣ ਲੱਗੇ ਗੱਲਾਂ ਗੱਲਾਂ 'ਚ, ਹਾਂ ਨੱਥੂ ਲਾਲ ਕਿੱਦਾਂ ਚਾਰੋਂ ਵੇਦ ਪੜ੍ਹੇ ਆ? ਨੱਥੂ ਲਾਲ ਕਹਿੰਦਾ ਨਹੀਂ ਮਹਾਰਾਜ, ਚਾਰੋਂ ਵੇਦ ਨਹੀਂ ਪੜ੍ਹੇ। ਕਹਿੰਦੇ ਫਿਰ ਤਾਂ ਤੇਰਾ 25% ਜ਼ਿੰਦਗੀ ਖਰਾਬ ਹੋ ਗਈ, ਬੇਕਾਰ ਹੋ ਗਿਆ ਤੇਰਾ ਜਨਮ, ਤੂੰ ਵੇਦ ਹੀ ਨਹੀਂ ਪੜ੍ਹੇ। ਨੱਥੂ ਲਾਲ ਚੁੱਪ ਕਰਕੇ ਬਹਿ ਗਿਆ, ਚੁੱਪ ਕਰਕੇ ਬਹਿ ਗਿਆ। ਥੋੜਾ ਜਿਹਾ ਹੋਰ ਅੱਗੇ ਗਏ, ਪੰਡਤ ਜੀ ਨੇ ਕਿਹਾ ਅੱਛਾ ਸ਼ਾਸਤਰ ਪੜ੍ਹੇ ਆ ਤੂੰ, ਪੁਰਾਣ ਪੜ੍ਹੇ ਆ? ਨੱਥੂ ਲਾਲ ਕਹਿੰਦਾ ਨਹੀਂ ਜੀ, ਪੁਰਾਣ ਵੀ ਨਹੀਂ ਪੜ੍ਹੇ। ਕਹਿੰਦੇ ਫਿਰ ਤਾਂ ਤੇਰਾ 50% ਜੀਵਨ ਬੇਕਾਰ ਹੀ ਚਲਾ ਗਿਆ, ਬੇਕਾਰ ਹੀ ਚਲਾ ਗਿਆ। ਤਾਂ ਉਸ ਵੇਲੇ ਨੱਥੂ ਲਾਲ ਨੇ ਪੁੱਛਿਆ, ਪੰਡਤ ਜੀ ਤੁਹਾਨੂੰ ਤੈਰਨਾ ਆਉਂਦਾ? ਪੰਡਤ ਜੀ ਕਹਿੰਦੇ ਨਹੀਂ, ਤੈਰਨਾ ਨਹੀਂ ਆਉਂਦਾ, ਵੇਦ ਆਉਂਦੇ ਆ, ਸ਼ਾਸਤਰ ਆਉਂਦੇ ਆ, ਪੁਰਾਣ ਆਉਂਦੇ ਆ, ਤੈਰਨਾ ਨਹੀਂ ਆਉਂਦਾ। ਨੱਥੂ ਲਾਲ ਕਹਿੰਦਾ ਪੰਡਤ ਜੀ ਫਿਰ ਮਾਫ ਕਰਿਓ, ਤੁਹਾਡਾ 100% ਜੀਵਨ ਬੇਕਾਰ ਗਿਆ, ਕਸ਼ਤੀ 'ਚ ਹੋ ਗਿਆ ਛੇਦ, ਇਹ ਨਾਉ ਲੱਗੀ ਡੁੱਬਣ, ਮੈਂ ਚੱਲਾਂ ਤੈਰ ਕੇ, ਕਿਉਂਕਿ ਮੈਨੂੰ ਤੈਰਨਾ ਆਉਂਦਾ ਹੈ। ਕਹਿ ਕੇ ਛਾਲ ਮਾਰ ਕੇ ਨੱਥੂ ਲਾਲ ਤਾਂ ਤੁਰ ਪਿਆ। ਪੰਡਤ ਜੀ ਕਹਿੰਦਾ ਬਚਾਓ ਬਚਾਓ, ਉਹ ਕਹਿੰਦੇ ਮਾਰੋ ਆਵਾਜ਼ ਬੇਦਾਂ ਨੂੰ, ਤੁਹਾਡਾ 100% ਜੀਵਨ ਬੇਕਾਰ ਗਿਆ। ਸਮਝਾਣਾ ਕੀ ਚਾਹੁੰਦੇ ਆ ਅਸੀਂ ਕਿ ਜੀਵਨ 'ਚ ਜੇ ਬੰਦਾ ਇੱਕੋ ਹੀ ਜਗ੍ਹਾ ਆਪਣੀ ਬੁੱਧੀ ਨੂੰ ਰੱਖੇ, ਇੰਨਾ ਕਿ ਮੈਂ ਯਾਦ ਕਰਨਾ ਆ, ਨਹੀਂ ਜੀਵਨ ਰੱਬ ਨੇ ਦਿੱਤਾ ਤਾਂ ਸਭ ਕੁਝ ਸਿੱਖਣ ਦੀ ਕੋਸ਼ਿਸ਼ ਕਰੋ, ਸਮਝਣ ਦੀ ਕੋਸ਼ਿਸ਼ ਕਰੋ, ਕਿਉਂਕਿ ਪਤਾ ਨਹੀਂ ਕਿਹੜੀ ਚੀਜ਼ ਨਾਲ ਸਾਡੇ ਕਿੱਥੇ ਕੰਮ ਆ ਜਾਣਾ ਹੈ। ਔਰ ਇਹ ਕਦੋਂ ਹੋਏਗੀ? ਜਦੋਂ ਇਹ ਸਿੱਖਣ ਦੀ ਕੋਸ਼ਿਸ਼ ਕਰਾਂਗੇ, ਨਹੀਂ ਤਾਂ ਐਸੀ ਕੋਈ ਚੀਜ਼ ਨਹੀਂ ਹੈ ਜਿਹੜੀ ਬੰਦਾ ਕੋਸ਼ਿਸ਼ ਕਰੇ ਤਾਂ ਬੰਦੇ ਨੂੰ ਆਵੇ ਨਾ। ਹੁਣ ਇੱਥੇ ਕਈ ਹੋਣਗੇ ਬੈਠੇ ਜਿਹੜੇ ਕਹਿੰਦੇ ਸਾਨੂੰ ਤੈਰਨਾ ਨਹੀਂ ਆਉਂਦਾ। ਬੇਸ਼ੱਕ ਤੈਰਨਾ ਨਹੀਂ ਆਉਂਦਾ, ਪਰ ਸਿੱਖਿਆ ਜਾ ਸਕਦਾ ਜਾਂ ਨਹੀਂ, ਇਹ ਦੱਸੋ ਸਾਨੂੰ। ਕੋਈ ਕਹੇ ਮੈਨੂੰ ਗੱਡੀ ਚਲਾਣੀ ਨਹੀਂ ਆਉਂਦੀ, ਠੀਕ ਹੈ, ਨਹੀਂ ਆਉਂਦੀ ਇਸ ਵੇਲੇ, ਪਰ ਸਿੱਖੀ ਜਾ ਸਕਦੀ ਹੈ ਜਾਂ ਨਹੀਂ? ਕਿਉਂਕਿ ਜਦੋਂ ਹੀ ਕੋਸ਼ਿਸ਼ ਕਰਾਂਗੇ ਤਾਂ ਉਹ ਚੀਜ਼ ਨੂੰ ਅਸੀਂ ਸਿੱਖ ਵੀ ਸਕਦੇ ਹਾਂ, ਕਰ ਵੀ ਸਕਦੇ ਹਾਂ। ਇਸ ਲਈ ਆਪਣੀ ਇਹ ਸੀਮਾ ਹੀ ਬਣਾ ਲਵਾਂਗੇ, ਨਹੀਂ ਮੈਂ ਤਾਂ ਤੈਰ ਸਕਦਾ ਹੀ ਨਹੀਂ, ਮੈਂ ਤਾਂ ਗੱਡੀ ਚਲਾ ਹੀ ਨਹੀਂ ਸਕਦਾ, ਇਹਦਾ ਮਤਲਬ ਅਸੀਂ ਆਪਣੀ ਇੱਕ ਸੀਮਾ ਬਣਾ ਲਈ ਕਿ ਮੈਂ ਤਾਂ ਕਰ ਹੀ ਨਹੀਂ ਸਕਦਾ। ਔਰ ਜਿਹਨਾਂ ਸੋਚ ਲਿਆ ਮੈਂ ਕਰ ਹੀ ਨਹੀਂ ਸਕਦਾ, ਉਹ ਤੋਂ ਕਦੀ ਹੋਣਾ ਵੀ ਨਹੀਂ ਹੈ। ਤੇ ਜਿਹੜਾ ਕਹੇ ਮੈਂ ਕਰ ਸਕਦਾ, ਜੇ ਕੋਸ਼ਿਸ਼ ਕਰੂੰਗਾ ਤਾਂ ਮੈਂ ਕਰ ਸਕਦਾ, ਉਹ ਕਰ ਵੀ ਲਏਗਾ। ਇਸ ਲਈ ਸਮਝਣਾ ਜ਼ਰਾ ਸਾਰਿਆਂ ਨੇ। ਇਸ ਲਈ ਇਹ ਪੱਥਰ ਦੀ ਰੇਖਾ ਦੀ ਗੱਲ ਹੁੰਦੀ ਹੈ ਕਿ ਜਿਹੜਾ ਆਪਣੀ ਇੱਕ ਸੀਮਾ ਬਣਾ ਲੈਂਦਾ ਕਿ ਇਹ ਤੋਂ ਅੱਗੇ ਮੈਂ ਸੋਚਣਾ ਨਹੀਂ, ਇਹ ਤੋਂ ਪਿੱਛੇ ਮੈਂ ਜਾਣਾ ਨਹੀਂ, ਕਿਉਂਕਿ ਪਿੱਛੇ ਦਾ ਜਾਣ ਦਾ ਕੋਈ ਰੱਬ ਨੇ ਰਸਤਾ ਰੱਖਿਆ ਹੀ ਨਹੀਂ। ਇੱਕ ਬੱਚਾ ਜੇ 10 ਸਾਲ ਦਾ ਹੋ ਗਿਆ ਤਾਂ 10 ਤੋਂ 11 ਦਾ ਹੋਏਗਾ, 9 ਦਾ ਨਹੀਂ ਹੋਏਗਾ। ਪਿੱਛੇ ਨੂੰ ਜਾਣ ਦੀ ਆਪਸ਼ਨ ਕੁਦਰਤ ਨੇ ਰੱਖੀ ਨਹੀਂ ਹੈ, ਉਹ ਤਾਂ ਅੱਗੇ ਨੂੰ ਜਾਣ ਦੀ ਆਪਸ਼ਨ ਹੈ ਉਹਦੇ ਕੋਲ। ਪਰ ਜੇ ਅਸੀਂ ਆਪਣੀ ਸੀਮਾ ਬਣਾ ਲਈਏ ਤੋਂ ਅੱਗੇ ਮੈਂ ਜਾਣਾ ਹੀ ਨਹੀਂ, ਤਾਂ ਫਿਰ ਕੁਦਰਤ ਵੀ ਕੀ ਕਰ ਸਕਦੀ ਹੈ। ਇਸ ਲਈ ਤੀਜੀ ਬੁੱਧ ਪਾਹਨ ਕੀ ਰੇਖਾ, ਜੋ ਤੋ ਘਟੇ ਬੜੇ ਨਾ ਨੇਕਾ। ਚੌਥੀ ਤੇਲ ਬੂੰਦ ਜਲ ਮਾਹੀ, ਫੈਲਤ 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 ਜਾਹੀ। ਕਹਿੰਦੇ ਚੌਥੀ ਬੁੱਧੀ ਸਭ ਤੋਂ ਉੱਤਮ ਹੈ ਕਿ ਇੱਕ ਛੋਟੀ ਜਿਹੀ ਤੇਲ ਦੀ ਬੂੰਦ ਤੁਸੀਂ ਪਾਣੀ ਤੇ ਸੁੱਟ ਦਿਓ ਤਾਂ ਦੇਖੋ ਕੀ ਹੁੰਦਾ ਹੈ। ਇੰਨੀ ਕੁ ਬੂੰਦ ਹੌਲੀ ਹੌਲੀ ਫੈਲਦੀ 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 ਪੂਰੇ ਪਾਣੀ ਤੇ ਫੈਲ ਜਾਂਦੀ ਹੈ। ਤਾਂ ਅੱਜ ਐਕਸਪੈਰੀਮੈਂਟ ਕਰਕੇ ਦੇਖ ਲਿਓ, ਘਰ ਜਾ ਕੇ ਤੁਸੀਂ ਇੱਕ ਥਾਲ 'ਚ ਪਾਣੀ ਪਾ ਲਿਓ, ਥਾਲੀ ਦੇ ਵਿੱਚ ਪਾਣੀ ਪਾ ਲਿਓ, ਤੇ ਉਹ ਗਲਾਸ 'ਚ ਪਾਇਆ ਤਾਂ ਗਲਾਸ ਦਾ ਮੂੰਹ ਹੀ ਛੋਟਾ ਜਿਹਾ ਹੁੰਦਾ, ਥਾਲ ਖੁੱਲਾ ਹੁੰਦਾ ਹੈ, ਔਰ ਉਹਦੇ ਬਿਲਕੁਲ ਗੱਬੇ ਇੱਕ ਤੇਲ ਦੀ ਬੂੰਦ ਸੁੱਟ ਦਿਓ। ਫਿਰ ਤੁਸੀਂ ਦੇਖਿਓ ਉਹਨੂੰ ਗੌਰ ਨਾਲ, ਉਹ ਫੈਲਦੀ 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 ਜਾਏ। ਇਹਨੂੰ ਕੀ ਕਹਿੰਦੇ ਆ ਕਿ ਜਿਹੜੀ ਸਭ ਤੋਂ ਉੱਤਮ ਬੁੱਧੀ ਹੁੰਦੀ ਨਾ, ਉਹਨੂੰ ਇੱਕ ਇਸ਼ਾਰਾ ਦੇ ਦਿਓ, ਉਹ ਫਿਰ ਸਮਝਦਾ ਸਮਝਦਾ ਸਮਝਦੇ ਚਲਾ ਜਾਂਦਾ। ਉਹ ਕਹਿੰਦਾ ਜਿੱਥੇ ਤੱਕ ਮੇਰੀ ਜ਼ਿੰਦਗੀ ਦੀ ਸੀਮਾ ਹੈ ਮੈਂ
ਸਮਝਦਾ ਹੀ ਜਾਣਾ ਹੈ, ਸਿੱਖਦਾ ਹੀ ਜਾਣਾ ਹੈ। ਕਿਉਂਕਿ ਹਾਂ, ਜਿੱਥੇ ਮੇਰੇ ਜੀਵਨ ਦਾ ਹੀ ਅੰਤ ਹੋ ਗਿਆ, ਮੇਰੇ ਸਵਾਸਾਂ ਦਾ ਅੰਤ ਹੋ ਗਿਆ, ਉੱਥੇ ਤਾਂ ਮੈਂ ਕੁਝ ਨਹੀਂ ਕਰ ਸਕਦਾ। ਪਰ ਜਿੱਥੇ ਤੱਕ ਮੇਰੇ ਜੀਵਨ ਦੀ ਸੀਮਾ ਹੈ, ਮੈਂ ਫੈਲਣਾ ਹੀ ਹੈ, ਸਿੱਖਣਾ ਹੀ ਹੈ, ਸਭ ਨਾਲ ਪਿਆਰ ਕਰਨਾ ਹੈ, ਮੈਂ ਆਪਣੇ ਅੰਦਰ ਗੁਣਾਂ ਨੂੰ ਪੈਦਾ ਕਰਨਾ ਹੈ। ਇਹ ਸਭ ਤੋਂ ਉੱਤਮ ਬੁੱਧੀ ਕਿਹਾ ਜਾਂਦਾ ਹੈ। ਇਸ ਲਈ ਤੁਹਾਡੇ 'ਚ ਕਿਹੜੀ ਬੁੱਧੀ ਹੈ, ਵਿਚਾਰ ਕਰ ਲਓ ਥੋੜਾ ਜਿਹਾ। ਕਿਉਂਕਿ ਤੁਹਾਨੂੰ ਪਹਿਲੇ ਕਿਹਾ, ਆਪ ਹੀ ਦੇਖ ਲਓ, ਦੱਸਣਾ ਨਹੀਂ ਕਿਸੇ ਨੂੰ। ਆਪ ਹੀ ਸੋਚ ਕੇ ਬਹਿ ਲਓ ਕਿ ਅਸੀਂ ਤੀਜੀ ਬੁੱਧੀ ਤੇ ਅਟਕੇ ਹਾਂ, ਜਾਂ ਦੂਜੇ ਪ੍ਰਕਾਰ ਦੀ ਹੈ, ਜਾਂ ਪਹਿਲੇ ਪ੍ਰਕਾਰ ਦੀ ਹੈ, ਜਾਂ ਚੌਥੇ ਪ੍ਰਕਾਰ ਦੀ ਤੇ ਪਹੁੰਚ ਗਏ ਹਾਂ ਅਸੀਂ। ਇਸ ਲਈ ਸਹਿਜੋ ਨੇ ਲਾਸਟ ਲਾਈਨਾਂ 'ਚ ਕਿਹਾ ਕਿ ਤੀਨ ਬੁੱਧੀ ਜਗ ਮੇ ਦਰਸਾਵੇ, ਚੌਥੀ ਬੁੱਧੀ ਕੋਈ ਬਿਰਲਾ ਪਾਵੇ। ਕਹਿੰਦੇ ਤਿੰਨ ਪ੍ਰਕਾਰ ਦੀ ਬੁੱਧੀ ਤਾਂ ਦੁਨੀਆ ਤੇ ਬਹੁਤ ਦੇਖਣ ਨੂੰ ਮਿਲ ਜਾਂਦੀ ਹੈ, ਪਰ ਚੌਥੇ ਪ੍ਰਕਾਰ ਦੀ ਬੁੱਧੀ ਜਿਹੜੀ ਬੂੰਦ ਤੇਲ ਵਾਲੀ ਹੈ ਨਾ, ਤੇਲ ਦੀ ਬੂੰਦ ਵਾਲੀ, ਉਹ ਕਹਿੰਦੇ ਕੋਈ ਵਿਰਲਾ ਹੀ ਪਾਉਂਦਾ ਹੈ। ਫਿਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਹਿਜੋ ਬੁੱਧੀ ਥੋਥੀ ਕਹੀਏ, ਕਿ ਸਾਰੀਆਂ ਬੁੱਧੀਆਂ ਬੇਕਾਰ ਹੋ ਜਾਂਦੀਆਂ ਜਬ ਲਗ ਗੁਰੂ ਗਿਆਨ ਨਾ ਹਿਰਦੇ ਗਹੀਏ, ਕਿ ਜਦੋਂ ਤੱਕ ਗੁਰੂ ਦੇ ਕੋਲੋਂ ਤੂੰ ਗਿਆਨ ਨਹੀਂ ਲਏਗਾ, ਤੇਰੀ ਬੜੀ ਤੋਂ ਬੜੀ ਅਕਲ, ਬੜੀ ਤੋਂ ਬੜੀ ਸਮਝ ਵੀ ਬੇਕਾਰ ਕਿਉਂ ਹੋ ਜਾਂਦੀ? ਕਿਉਂਕਿ ਬੁੱਧੀ ਦੁਨੀਆ ਤੇ ਤਾਂ ਕੰਮ ਆਏਗੀ, ਰੱਬ ਦੇ ਘਰ ਤੇਰੀ ਬੁੱਧੀ ਨਹੀਂ। ਰੱਬ ਦੇ ਘਰ ਜੋ ਗੁਰੂ ਨੇ ਗਿਆਨ ਦੇਣਾ ਹੈ, ਜੋ ਗੁਰੂ ਨੇ ਯੁਕਤੀ ਦੇਣੀ ਹੈ, ਜੋ ਤੂੰ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਉਸ ਮੰਜ਼ਿਲ ਨੂੰ ਪਾਣਾ, ਉਹ ਗਿਆਨ, ਉਹ ਆਨੰਦ ਨੂੰ ਪਾਣਾ। ਰੱਬ ਦੇ ਘਰ ਤਾਂ ਉਹ ਪਦਵੀ ਦੇਖੀ ਜਾਣੀ ਕਿ ਤੇਰੀ ਆਤਮਾ ਕਿਸ ਮੁਕਾਮ ਤੇ ਪਹੁੰਚੀ ਹੈ। ਇਸ ਲਈ ਸਹਿਜੋ ਬੁੱਧੀ ਥੋਥੀ ਕਹੀਏ, ਜੋ ਗੁਰੂ ਗਿਆਨ ਨਾ ਹਿਰਦੇ ਗਹੀਏ। ਹੁਣ ਤੁਸੀਂ ਵੀ ਦੇਖ ਲਓ ਕਿ ਜਦੋਂ ਵੀ ਮੌਕਾ ਮਿਲੇ ਕਿ ਸਾਡੇ ਜੀਵਨ ਦੀ ਕੀਮਤ ਉਦੋਂ ਪੈਣੀ ਜਦੋਂ ਗਿਆਨ ਨੂੰ ਪ੍ਰਾਪਤ ਕਰਾਂਗੇ। ਔਰ ਗਿਆਨ ਮਿਲਦਾ ਹੈ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਦੇ ਵਿੱਚ। ਇਸ ਲਈ ਸਤਸੰਗ ਦੇ ਵਿੱਚ ਬਹਿ ਕੇ ਇਨਸਾਨ ਆਪਣੇ ਜੀਵਨ ਨੂੰ ਆਨੰਦ ਦੇ ਨਾਲ, ਖੁਸ਼ੀਆਂ ਦੇ ਨਾਲ, ਯਾਨੀ ਉਹ ਪਰਮ ਪਿਤਾ ਪਰਮਾਤਮਾ ਦੇ ਨਾਲ ਜੋੜਨ ਦੀ ਯੁਕਤੀ ਲੈ ਸਕਦਾ ਹੈ, ਜੋੜ ਸਕਦਾ ਹੈ। ਕਿਉਂਕਿ ਜਿੱਦਾਂ ਸ਼ੁਰੂ 'ਚ ਅਸੀਂ ਦੱਸਿਆ ਕਿ ਸਤਸੰਗ ਹੀ ਉਹ ਜਗ੍ਹਾ ਜਿੱਥੇ ਬੈਠ ਕੇ ਧਿਆਨ ਉਹ ਪ੍ਰਭੂ ਵੱਲ ਜਾਂਦਾ ਹੈ। ਜਿੱਦਾਂ ਦੱਸਿਆ ਨਾ, ਇਸ਼ਾਰਾ ਕੀਤਾ, ਕਿਚਨ 'ਚ ਜਾ ਕੇ ਧਿਆਨ ਕਿੱਥੇ ਜਾਂਦਾ ਹੈ? ਖਾਣ ਵੱਲ। ਬੈਡਰੂਮ 'ਚ ਜਾ ਕੇ ਧਿਆਨ ਸੌਣ ਵੱਲ, ਆਰਾਮ ਕਰਨ ਵੱਲ ਜਾਂਦਾ ਹੈ। ਤਾਂ ਜਿਹੜੇ ਬੰਦਾ ਆਫਿਸ ਜਾਂਦਾ ਹੈ, ਆਫਿਸ ਜਾ ਕੇ ਧਿਆਨ ਕੰਮ ਵੱਲ ਜਾਂਦਾ ਹੈ। ਦੁਕਾਨ ਤੇ ਜਾ ਕੇ ਧਿਆਨ ਕੰਮ ਵੱਲ ਜਾਂਦਾ ਕਿ ਨਹੀਂ? ਉੱਥੇ ਜੇ ਬੰਦਾ ਕਹੇ ਨਹੀਂ ਦੁਕਾਨ ਤੇ ਸੌਣ ਆਇਆ, ਤਾਂ ਉਹ ਕਹਿੰਦੇ ਆਪ ਮੂਰਖਤਾ ਭਾਈ, ਸੌਣਾ ਆਇਆ ਇੱਥੇ ਤਾਂ ਕੰਮ ਕਰਨ ਆਇਆ ਹੈ, ਸੋਣਾ ਤਾਂ ਬੈੱਡ 'ਚ ਜਾ, ਆਪਣੇ ਘਰ ਜਾ। ਇੱਦਾਂ ਹੀ ਇਸੇ ਤਰ੍ਹਾਂ ਸਤਸੰਗ ਜਾਣ ਦਾ ਮਤਲਬ ਹੈ, ਫਕੀਰਾਂ ਸੰਤਾਂ ਦੇ ਕੋਲ ਆ ਕੇ ਬੈਠਣ ਦਾ ਮਤਲਬ ਹੈ ਹੁਣ ਧਿਆਨ, ਵਕਤ ਆ ਗਿਆ ਧਿਆਨ ਨੂੰ ਆਪਣੇ ਮਾਲਿਕ ਨਾਲ ਜੋੜਨ ਦਾ, ਆਪਣੇ ਪ੍ਰਭੂ ਨਾਲ ਜੋੜਨ ਦਾ, ਉਹਦੀਆਂ ਰਹਿਮਤਾਂ ਨੂੰ ਪ੍ਰਾਪਤ ਕਰਨ ਦਾ, ਉਹਦੀਆਂ ਬਖਸ਼ਿਸ਼ਾਂ ਨੂੰ ਪ੍ਰਾਪਤ ਕਰਨ ਦਾ। ਔਰ ਜਦੋਂ ਪ੍ਰੇਮ ਨਾਲ ਇਨਸਾਨ ਸੰਤਾਂ ਨਾਲ ਜੁੜ ਜਾਂਦਾ ਹੈ ਤਾਂ ਉਹਦੇ ਜੀਵਨ 'ਚ ਖੁਸ਼ੀਆਂ ਆਉਂਦੀਆਂ ਵੀ ਜ਼ਰੂਰ ਹੈ। ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ, ਸੋਹਣਾ ਸੋਹਣਾ ਮੇਰਾ